ਪੰਜਾਬੀ ਰੇਡੀਓ ਚੁਗਾ ਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਠੀਕ ਰੱਖਣ ਦੀਆਂ ਗੱਲਾਂ ਕਰਦੇ ਹਾਂ ਕਿ ਸਿਹਤ ਨੂੰ ਠੀਕ ਕਿਵੇਂ ਰੱਖਣਾ ਆ। ਦੇਸੀ ਚੀਜ਼ਾਂ ਨੂੰ ਵਰਤ ਕੇ ਆਪਣੇ ਜੋ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਉਹਨਾਂ ਨੂੰ ਵਰਤ ਕੇ ਕਿਸ ਤਰ੍ਹਾਂ ਆਪਾਂ ਸਿਹਤ ਨੂੰ ਠੀਕ ਰੱਖੀਏ, ਇਸ ਦੀਆਂ ਗੱਲਾਂ ਬਾਤਾਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਕੋਈ ਡਾਕਟਰ ਤਾਂ ਨਹੀਂ ਹੁੰਦਾ, ਪਰ ਤੁਸੀਂ ਜ਼ਰੂਰ ਆਪਣਾ ਕੋਈ ਇਲਾਜ ਪੁੱਛਣਾ ਆ ਉਹ ਕਾਲ ਕਰਕੇ ਪੁੱਛ ਲੈਂਦੇ ਆ, ਜਾਂ ਜੇ ਕਿਸੇ ਦੇ ਕੋਲ ਕੋਈ ਵੀ ਫੀਡਬੈਕ ਹੁੰਦੀ ਆ ਅਤੇ ਉਹ ਤੁਸੀਂ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਦੇ ਦਿਆ ਕਰੋ। ਕਿਉਂਕਿ ਜਦੋਂ ਤੁਸੀਂ ਕਾਲ ਕਰਕੇ ਚੀਜ਼ਾਂ ਨੂੰ ਦੱਸੋਗੇ ਕਿ ਤੁਸੀਂ ਕਿਹੜੀਆਂ ਚੀਜ਼ਾਂ ਵਰਤੀਆਂ ਸੀਗੀਆਂ ਅਤੇ ਉਹਨਾਂ ਤੋਂ ਤੁਹਾਨੂੰ ਆਰਾਮ ਆਇਆ ਅਤੇ ਉਹਦੇ ਵਿੱਚ ਤੁਸੀਂ ਵੀ ਭਲਾ ਕਰ ਰਹੇ ਹੋਵੋਗੇ ਕਿਸੇ ਨਾ ਕਿਸੇ ਦਾ। ਕਈ ਵਾਰੀ ਆ ਚੀਜ਼ਾਂ ਹੁੰਦੀਆਂ ਆ ਅਤੇ ਸਾਡਾ ਜੀਅ ਨਹੀਂ ਕਰਦਾ ਹੁੰਦਾ ਵੀ ਹਾਂ ਇਹਨਾਂ ਚੀਜ਼ਾਂ ਨੂੰ ਆਪਾਂ ਵਰਤ ਕੇ ਦੇਖ ਲਈਏ। ਵਰਤ ਕੇ ਚੀਜ਼ਾਂ ਜ਼ਰੂਰ ਦੇਖਣੀਆਂ ਚਾਹੀਦੀਆਂ ਕਿ ਉਹ ਕਿਸ ਤਰ੍ਹਾਂ ਆ, ਇਹਨਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ। ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਇਹਨਾਂ ਦੇ ਬਿਲਕੁਲ ਇਹ ਠੀਕ ਠਾਕ ਹੀ ਹੁੰਦੀਆਂ ਆ। ਬਾਏ ਹੋ ਜਾਏ, ਗਰਮੀ ਹੋ ਜਾਏ, ਕੁਛ ਨਾ ਕੁਛ ਤੁਹਾਨੂੰ ਇਸ ਤਰ੍ਹਾਂ ਦਾ ਤਾਂ ਉਹ ਹੋ ਸਕਦਾ ਆ, ਪਰ ਉੱਦਾਂ ਜਿਹੜਾ ਤੁਹਾਡੀ ਸਿਹਤ 'ਤੇ ਕੋਈ ਖਾਸ ਫਰਕ ਨਹੀਂ ਪੈਣਾ ਕਿ ਤੁਹਾਨੂੰ ਕੋਈ ਇਹਦੇ ਨਾਲ ਬਹੁਤੀ ਵੱਡੀ ਪ੍ਰੋਬਲਮ ਹੋ ਗਈ ਆ। ਜਦੋਂ ਕੋਈ ਚੀਜ਼ ਲੈਣੀ ਆ ਤਾਂ ਉਸਨੂੰ ਦੇਖ ਕੇ ਲੈਣਾ ਆ ਕਿ ਇਹ ਚੀਜ਼ ਆ ਜਿਹੜੀ ਅਸੀਂ ਲੈਣੀ ਹੈ ਸਾਨੂੰ ਪਚਦੀ ਵੀ ਆ। ਜਦੋਂ ਤੁਹਾਨੂੰ 3-4 ਚੀਜ਼ਾਂ ਦੱਸ ਦਿੱਤੀਆਂ ਜਾਂਦੀਆਂ ਹੈ ਕਿ ਇਹ ਚੀਜ਼ਾਂ ਵਰਤਣੀਆਂ ਆ ਤੁਸੀਂ, ਅਤੇ ਫਿਰ ਤੁਸੀਂ ਉਹਨਾਂ ਨੂੰ ਕੱਲੀ ਨੂੰ ਵੀ ਦੇਖ ਸਕਦੇ ਆ। ਜਦੋਂ ਲੈਣੀਆਂ ਆ ਕੱਲੀ ਲੈ ਕੇ ਦੇਖ ਸਕਦੇ ਹਾਂ ਵੀ ਆ ਕਿਸ ਤਰ੍ਹਾਂ ਹੈਗੀ ਆ, ਤੁਹਾਨੂੰ ਕੋਈ ਨੁਕਸਾਨ ਤਾਂ ਨਹੀਂ ਇਹਨਾਂ ਚੀਜ਼ਾਂ ਦਾ, ਅਤੇ ਉਹਨਾਂ ਨੂੰ ਲਓ ਜ਼ਰੂਰ ਅਤੇ ਫਿਰ ਬਾਕੀਆਂ ਨੂੰ ਵੀ ਜ਼ਰੂਰ ਦੱਸੋ ਕਿ ਕਿਹੜੀ ਚੀਜ਼ ਤੋਂ ਤੁਹਾਨੂੰ ਫਰਕ ਪੈਂਦਾ ਆ, ਕਿਹੜੀ ਚੀਜ਼ ਤੁਸੀਂ ਲਈ ਸੀਗੀ। ਇਸ ਤਰ੍ਹਾਂ ਕਰਕੇ ਆਪਾਂ ਇਸ ਇਲਾਜ ਨੂੰ ਇੱਕ ਦੂਜੇ ਤੱਕ ਪਹੁੰਚਾਉਂਦੇ ਹਾਂ ਅਤੇ ਤੁਸੀਂ ਕਾਲ ਕਰਕੇ ਇਹ ਚੀਜ਼ਾਂ ਪੁੱਛ ਸਕਦੇ ਆ। ਕਾਫੀ ਲੰਬੇ ਟਾਈਮ ਤੋਂ ਆਪਾਂ ਇਸ ਪ੍ਰੋਗਰਾਮ ਨੂੰ ਚਲਾ ਰਹੇ ਹਾਂ ਅਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਚੀਜ਼ਾਂ ਦੱਸਦੇ ਹਾਂ। ਬਹੁਤਿਆਂ ਨੂੰ ਆਰਾਮ ਵੀ ਆਇਆ, ਕਈ ਲੋਕਾਂ ਨੂੰ ਜਿਹੜੀਆਂ ਭਿਆਨਕ ਤੋਂ ਭਿਆਨਕ ਚੀਜ਼ਾਂ ਬਿਮਾਰੀਆਂ ਆ ਉਹਨਾਂ ਨੂੰ ਵੀ ਆਪਣੇ ਸਰੀਰ ਨੂੰ ਠੀਕ ਕਰ ਲਿਆ ਆ। ਅਤੇ ਤੁਸੀਂ ਵੀ ਕਾਲ ਕਰਕੇ 408-272-5200 408-272-5200 'ਤੇ ਕਾਲ ਕਰਕੇ ਕੋਈ ਨਾ ਕੋਈ ਜਿਹੜੀ ਇਲਾਜ ਆ ਉਹ ਦੱਸ ਸਕਦੇ ਹਾਂ। ਬਿਮਾਰੀ ਤਾਂ ਅਸੀਂ ਕਹਿੰਦੇ ਹਾਂ ਚਲੋ ਪਰਮਾਤਮਾ ਕਰੇ ਕਿਸੇ ਨੂੰ ਨਾ ਲੱਗੇ, ਜੇ ਹੈਗੀਆਂ ਵੀ ਆ ਤਾਂ ਉਹਨਾਂ ਨੂੰ ਆਪਣਾ ਖਾਣ ਪੀਣ ਨੂੰ ਸੁਧਾਰ ਕੇ ਤੁਸੀਂ ਠੀਕ ਕਰ ਸਕਦੇ ਹਾਂ। ਬਹੁਤ ਸਾਰੇ ਲੋਕਾਂ ਨੂੰ ਕਈ ਇਹੋ ਜਿਹੀਆਂ ਪ੍ਰੋਬਲਮ ਹੁੰਦੀਆਂ ਆ ਕਿ ਸਾਨੂੰ ਉਹ ਨਹੀਂ ਪਤਾ ਲੱਗਦਾ ਵੀ ਸ਼ਾਇਦ ਜਿਹੜੀਆਂ ਅਸੀਂ ਚੀਜ਼ਾਂ ਖਾਂਦੇ ਹਾਂ ਵੀ ਕਿਤੇ ਉਹਨਾਂ ਤੋਂ ਤਾਂ ਨਹੀਂ, ਅਤੇ ਕਈ ਵਾਰ ਹੁੰਦੀ ਇੱਦਾਂ ਵੀ ਹੈਗੀ ਆ ਕਿ ਉਹਨਾਂ ਚੀਜ਼ਾਂ ਤੋਂ ਵੀ ਹੁੰਦੀਆਂ ਆ ਚੀਜ਼ਾਂ ਇਸ ਤਰ੍ਹਾਂ ਦੀਆਂ ਅਤੇ ਸਾਨੂੰ ਪਤਾ ਨਹੀਂ ਲੱਗਦਾ। ਪਰ ਖਾਣ ਪੀਣ ਦਾ ਬਹੁਤ ਖਿਆਲ ਰੱਖਿਆ ਕਰੋ, ਜਿਹੜਾ ਇਮਿਊਨ ਸਿਸਟਮ ਆ ਉਸ ਨੂੰ ਠੀਕ ਰੱਖਿਆ ਕਰੋ। ਇਮਿਊਨ ਸਿਸਟਮ ਦੀ ਵੀ ਆਪਾਂ ਅੱਜ ਗੱਲ ਕਰਨੀ ਆ। ਬਾਕੀ ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਜੁੜੇ ਹੋਏ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਜਾਂ ਤੁਸੀਂ ਇਸ ਨੂੰ ਵਾਈਫਾਈ ਰੇਡੀਓ 'ਤੇ ਸੁਣ ਰਹੇ ਹੋ, ਐਪ 'ਤੇ ਸੁਣ ਰਹੇ ਹੋ, ਫੋਨ ਨੰਬਰ ਡਾਇਲ ਕਰਕੇ ਸੁਣ ਰਹੇ ਹੋ, ਜਿਸ ਤਰ੍ਹਾਂ ਵੀ ਤੁਸੀਂ ਸੁਣ ਰਹੇ ਹੋ ਜੁੜੇ ਹੋਏ ਹੋ, ਆਪ ਸਭ ਦਾ ਹੀ ਸਵਾਗਤ ਆ। ਅੱਗੋਂ ਪਿੱਛੋਂ ਵੀ ਸੁਣਦੇ ਹਾਂ ਅਤੇ ਜਿਹੜੀ ਪੰਜਾਬੀ ਰੇਡੀਓ USA ਦੀ YouTube ਆ ਉਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਜਦੋਂ ਵੀ ਇਹ ਪ੍ਰੋਗਰਾਮ ਉਸ ਦੇ ਉੱਤੇ ਚੜ੍ਹ ਜਾਂਦੇ ਆ ਅਤੇ ਉਹ ਤੁਹਾਡੇ ਤੱਕ ਪਹੁੰਚ ਜਾਂਦੇ ਆ, ਤੁਹਾਡੇ ਤੱਕ ਉਹ YouTube ਆ ਜਾਂਦੀ ਆ। ਅਤੇ ਜਦੋਂ ਤੁਸੀਂ ਕੁਛ ਲਿਖਣਾ ਹੁੰਦਾ ਆ ਅਤੇ ਉਸ ਨੂੰ ਤੁਸੀਂ ਹੌਲੀ ਕਰਕੇ ਵੀ ਲਿਖ ਸਕਦੇ ਆ, ਹੌਲੀ ਕਰਕੇ ਲਿਖ ਸਕਦੇ ਆ, ਕਿਸੇ ਨੂੰ ਦੱਸ ਸਕਦੇ ਆ ਅਤੇ ਆਪਣੀਆਂ ਚੀਜ਼ਾਂ ਉਹਨਾਂ ਨੂੰ ਬਣਾ ਕੇ ਤੁਸੀਂ ਲੈ ਸਕਦੇ ਆ। ਸੋ ਇਹ ਕਈ ਤਰੀਕੇ ਹੈਗੇ ਆ ਜੀ ਜਿਨ੍ਹਾਂ ਦੇ ਨਾਲ ਤੁਸੀਂ ਇਹਨਾਂ ਚੀਜ਼ਾਂ ਨੂੰ ਵਰਤ ਸਕਦੇ ਹਾਂ, ਰੇਡੀਓ ਦੇ ਪ੍ਰੋਗਰਾਮ ਨੂੰ ਸੁਣ ਸਕਦੇ ਹਾਂ। ਅਤੇ ਪ੍ਰੋਗਰਾਮ ਦੇ ਵਿੱਚ ਫੀਡਬੈਕ ਪਲੀਜ਼ ਜ਼ਰੂਰ ਦੇਣੀ ਆ। ਫੀਡਬੈਕ ਬਹੁਤ ਜ਼ਰੂਰੀ ਆ ਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਲੱਗਦਾ, ਪਰ ਇਹ ਚੀਜ਼ਾਂ ਤੁਹਾਡੇ ਕਲੋਜਟ ਦੇ ਵਿੱਚ ਹੀ ਪਈਆਂ ਹੁੰਦੀਆਂ, ਤੁਹਾਡੇ ਘਰ ਦੇ ਵਿੱਚ ਪਈਆਂ ਹੁੰਦੀਆਂ ਆ ਜਿਹੜੀਆਂ ਇਹ ਚੀਜ਼ਾਂ ਆ ਆਪਾਂ ਦੱਸਦੇ ਹਾਂ, ਖਾਂਦੇ ਹਾਂ। ਅਤੇ ਅੱਜ ਪਰ ਇਮਿਊਨ ਸਿਸਟਮ ਦੀ ਗੱਲ ਕਰਾਂਗੇ। 408-272-5200 ਪਹਿਲਾਂ 2-4 ਕਾਲ ਲੈ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਇਮਿਊਨ ਸਿਸਟਮ ਦੀ ਗੱਲ ਵੀ ਵਿੱਚ ਜ਼ਰੂਰ ਕਰਦੇ ਜਾਵਾਂਗੇ। ਰਾਮ ਪ੍ਰਕਾਸ਼ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ, ਮੈਨੂੰ ਮਤਲਬ ਪੇਟ ਮੇਰਾ ਮਤਲਬ ਨਾ ਟਾਈਟ ਜਿਹਾ ਰਹਿਣ ਲੱਗ ਪਿਆ ਜੀ 3-4 ਦਿਨ ਤੋਂ ਜੀ। ਇਸ ਤਰ੍ਹਾਂ ਹੁੰਦਾ ਜਿੱਦਾਂ ਦਰਦ ਵੀ ਕਹਿ ਨਹੀਂ ਸਕਦਾ, ਮਤਲਬ ਭਾਰਾ ਜਿਹਾ ਕਾਫੀ ਪੇਟ ਨਾ ਮਤਲਬ ਰਹਿੰਦਾ ਜੀ, ਭਾਰਾ ਜਿਹਾ ਮਤਲਬ ਕਾਫੀ ਰਹਿਣ ਲੱਗ ਪਿਆ। ਪਤਾ ਨਹੀਂ ਕੀ ਗੱਲ, ਕੋਈ ਖਾਣ ਵਾਸਤੇ ਦੱਸਣ ਜਗਵੀਰ ਸਿੰਘ ਹੋਣੀ ਜਾਂ ਕੋਈ ਹੋਰ। ਜਿਸ ਤਰ੍ਹਾਂ ਫਾਰਾ ਜਿਹਾ ਪਿਆ ਹੁੰਦਾ ਇੱਦਾਂ ਰਹਿੰਦਾ ਜੀ, ਦਰਦ ਜਿਹਾ ਮਿੰਨਾ ਜਿਹਾ ਸਾਰੇ ਪੇਟ ਦੇ ਵਿੱਚ। ਹਾਂਜੀ ਠੀਕ ਹੈ ਜੀ।
ਹਾਂ, ਅੱਗੇ ਵੀ ਇੱਕ ਦੋ ਵਾਰ ਏਦਾਂ ਹੋਇਆ, ਡਾਕਟਰ ਨੂੰ ਦੱਸਿਆ, ਡਾਕਟਰ ਕਹਿੰਦਾ ਕੋਈ ਨੁਕਸ ਹੀ ਨਹੀਂ ਹੈ, ਬਸ ਏਦਾਂ ਕੁਛ ਨਹੀਂ। ਨੁਕਸ ਤਾਂ ਨਹੀਂ, ਇਹ ਕੋਈ ਖਾਸ ਵੱਡਾ ਨੁਕਸ ਤੇ ਨਹੀਂ ਹੁੰਦਾ ਹੈਗਾ। ਹਾਂਜੀ ਹਾਂਜੀ। ਹਾਂ, ਬਸ ਉਹ ਤੁਹਾਡੀਆਂ ਖਾਣ ਪੀਣ ਦੇ ਵਿੱਚ, ਜਾਂ ਕਈਆਂ ਨੂੰ ਕੋਈ ਨਾ ਕੋਈ ਕਿਤੇ ਨਾ ਕਿਤੇ ਮੌਸਮੀ ਪ੍ਰੋਬਲਮ ਆ ਜਾਂਦੀ ਹੈ, ਇਸ ਤਰ੍ਹਾਂ ਦੀਆਂ ਕਈ ਵਾਰ ਆ ਜਾਂਦੀਆਂ। ਪਤਾ ਨਹੀਂ ਪੇਟ ਇਹ ਭਾਰਾ ਹੋਣ ਲੱਗ ਪਿਆ ਜੀ, ਕੀ ਗੱਲ ਹੈਗੀ ਕੀ ਨਹੀਂ, ਭਾਰਾ ਜਿਹਾ ਇੰਨਾ ਟਾਈਟ ਜਿਹਾ ਰਹਿਣ ਲੱਗ ਪਿਆ ਕਾਫੀ, ਮਤਲਬ ਜਿੱਦਾਂ ਵੱਡਾ ਜਿਹਾ ਹੋਣ ਲੱਗ ਪਿਆ, ਪਤਾ ਨਹੀਂ ਕੀ ਗੱਲ ਜੀ। ਕੋਈ ਨਹੀਂ, ਆਪਾਂ ਪੁੱਛਦੇ ਹਾਂ, ਬੜੇ ਡਾਕਟਰ ਬੈਠੇ ਆ, ਜੇ ਕੋਈ ਦੱਸ ਦੂਗਾ। ਹਾਂ, ਦੱਸਣ ਜੀ। ਹਾਂਜੀ, ਬਹੁਤ ਕਿਰਪਾ ਜੀ। ਥੈਂਕ ਯੂ ਜੀ, ਥੈਂਕ ਯੂ। ਬਸ ਡਾਕਟਰ ਕੋਲ ਇਹ ਜਾਏ ਆ, ਕਈ ਵਾਰੀ ਜਿਹੜੇ ਕਈ ਆਪਾਂ ਨੂੰ ਫਿਰ ਕਾਲਸ ਆ ਜਾਂਦੀਆਂ, ਭਾਈ ਡਾਕਟਰ ਕੋਲ ਭੇਜੋ, ਡਾਕਟਰ ਕੋਲ ਜਾ ਕੇ ਆਏ ਆ, ਡਾਕਟਰ ਦੇ ਨਾਲ ਸਲਾਹਾਂ ਮਸ਼ਵਰੇ ਕਰਕੇ ਆਏ ਆ। ਇਹ ਡਾਕਟਰ ਨੇ ਕਿਹਾ ਕੁਛ ਨਹੀਂ ਹੋਇਆ ਆ ਤੁਹਾਨੂੰ, ਸੋ ਪਰ ਇਹ ਉਹਨਾਂ ਨੂੰ ਪ੍ਰੋਬਲਮ ਲੱਗਦੀ ਆ ਕਿ ਉਹਨਾਂ ਦਾ ਪੇਟ ਭਾਰਾ ਭਾਰਾ ਜਿਹਾ ਰਹਿੰਦਾ ਆ, ਕਹਿੰਦੇ ਫੁੱਲਦਾ ਵੀ ਆ। ਪਹਿਲਾਂ ਇਹ ਪ੍ਰੋਬਲਮ ਹੈ ਨਹੀਂ ਸੀ। ਨਿਰੰਜਨ ਕੌਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਸਾਡੇ ਮੇਰੀ ਭਤੀਜੀ ਹੈ ਜੀ, ਉਹ ਜਿੱਦਾਂ ਪ੍ਰੈਗਨੈਂਟ ਆ, ਤਾਂ ਉਹਨਾਂ ਦੇ ਜਿੱਦਾਂ ਇੱਕ ਤਾਂ ਉਹਨੂੰ ਚੱਕਰ ਆਉਂਦੇ ਆ। ਹਾਂਜੀ ਹਾਂਜੀ। ਦੂਜਾ ਛਿੱਕਾਂ ਬਹੁਤ ਆਉਣ ਲੱਗ ਪਈਆਂ। ਇੱਕ ਮੇਰੇ ਜਿੱਦਾਂ 2 ਉਂਗਲੀਆਂ ਸੌਂਦੀਆਂ, ਇੱਕ ਗਿੱਟ ਕਸਾਂ ਗਿੱਟੇ ਤੋਂ ਉੱਪਰ, ਏਦਾਂ ਆ। ਜੇ ਕਿਸੇ ਨੂੰ ਪਤਾ ਹੈ ਤਾਂ ਜੀ ਜ਼ਰੂਰ ਦੱਸਣ। ਠੀਕ ਹੈ ਜੀ। ਓਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਚੱਕਰ ਆਉਂਦੇ ਆ, ਹਾਂਜੀ, ਚਲੋ ਪੁੱਛਦੇ ਹਾਂ ਆਪਾਂ। ਨਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਪ੍ਰੋਗਰਾਮ ਦਾ ਸੁਣੀਦਾ ਤੇ ਹਰ ਵਾਰੀ ਹਰ ਹਫ਼ਤੇ ਹੀ। ਪਰ ਮੇਰਾ ਵੀ ਆ ਸਵਾਲ ਆ ਇੱਕ, ਅਰਥਰਾਈਟਿਸ ਹੈ ਮੇਰੇ ਕੋਲ, ਜੋੜਾਂ ਨੂੰ ਬਹੁਤ ਦਰਦ ਹੁੰਦੀ ਹੈ ਤੇ ਮੈਂ ਬਹੁਤ ਪਰੇਸ਼ਾਨ ਹਾਂ। ਜੇ ਕੋਈ ਭੈਣ ਭਰਾ ਭਾਜੀ ਜਗਦੀਪ ਜਾਂ ਕਿਸੇ ਸੁਣਦੀ ਤੇ ਮੈਂ ਰਹਿੰਦੀ, ਪਰ ਲਿਖਿਆ ਨਹੀਂ ਗਿਆ। ਇਸ ਹਫ਼ਤੇ ਨਹੀਂ ਕਿਸੇ ਨੇ ਦੱਸਿਆ ਇਸ ਨੁਕਸ ਦਾ, ਪਿਛਲੇ ਹਫ਼ਤੇ ਨਹੀਂ ਦੱਸਿਆ। ਤੁਸੀਂ ਜੋੜਾਂ ਦੀ ਦਰਦ ਦਾ ਪੁੱਛਦੇ ਆ ਨਾ? ਹਾਂਜੀ, ਗਠੀਆ ਕਹਿ ਦਿੰਦੇ ਜਿਹਨੂੰ। ਗਠੀਆ, ਗਠੀਆ, ਠੀਕ ਹੈ, ਗਠੀਆ। ਹਾਂਜੀ, ਉਹਦੇ ਬਾਰੇ ਨਾ ਕੋਈ ਦੱਸਣ ਭੈਣ ਭਰਾ ਸਰੋਤਾ ਜਿਹਨੂੰ ਹੋਇਆ ਹੋਵੇ, ਉਹ ਠੀਕ ਹੋਏ। ਹੁਣ ਕਿਸੇ ਵੀ ਨੁਕਸ ਦੇਸੀ ਇਲਾਜ ਹੋਵੇ ਕੋਈ ਵੀ ਚੀਜ਼ਾਂ ਦਾ। ਹਾਂਜੀ ਹਾਂਜੀ, ਠੀਕ ਆ। ਥੈਂਕ ਯੂ ਜੀ, ਥੈਂਕ ਯੂ। ਦੱਸਿਆ ਤਾਂ ਸੀਗਾ ਕਿਸੇ ਨੇ ਉਹ ਠੀਕ ਹੋਏ ਆ, ਜੋ ਦੱਸਿਆ ਸੀਗਾ ਉਹ ਉਹਨਾਂ ਨੇ ਬਣਾ ਕੇ ਚੀਜ਼ਾਂ ਲਈਆਂ ਆ। ਪਰ ਕਈ ਵਾਰੀ ਵਾਕਿਆ ਤੁਸੀਂ ਕਿਹਾ ਮੇਰੇ ਤੋਂ ਲੇਖ ਨਹੀਂ ਹੋਇਆ, ਪਰ ਕਈ ਵਾਰੀ 2-3 ਚੀਜ਼ਾਂ ਹੁੰਦੀਆਂ ਤਾਂ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ। ਰਾਣੀ ਜੀ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲਾਂ ਨਾ ਮੈਂ ਨਾ ਉੱਥੇ ਚਲੇ ਗਈ ਸੀਗੀ, ਕਹਿੰਦੇ ਹੁੰਦੇ ਆ ਕਾਕਰੋਚ ਕਿੱਦਾਂ ਮਾਰਨੇ ਆ। ਫਿਰ ਨਹੀਂ ਅੱਜ ਅੱਜ ਤੇ ਹੋਮ ਰੈਮਡੀ ਦਾ ਪ੍ਰੋਗਰਾਮ ਆ। ਹਾਂਜੀ 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 ਬਲਵਿੰਦਰ ਜੀ, ਹੁਣੇ ਹੀ ਆਪਣੇ ਕਹਿੰਦੇ ਸੀ ਨਾ ਜੋੜਾਂ ਦੇ ਦਰਦ ਦਾ। ਹਾਂਜੀ। ਤੇ ਇਹਦੇ ਲਈ 2-3 ਜੇ ਉਹ ਘਰ ਚੋਂ ਹੀ ਆਪਣੀ ਕਿਚਨ ਚੋਂ ਹੀ ਇਲਾਜ ਕਰ ਸਕਦੇ ਆ, ਤੇ ਇਹਦੇ ਨਾਲ ਕਾਫੀ ਚੀਜ਼ਾਂ ਠੀਕ ਹੁੰਦੀਆਂ ਆ। ਜਿੱਦਾਂ ਹੱਥ ਪੈਰ ਸੁੰਨ ਹੁੰਦੇ ਹੋਣ ਤੇ ਜੋੜਾਂ ਦੀਆਂ ਦਰਦਾਂ, ਸੋਜ ਪਈ ਹੋਵੇ, ਉਹ ਜਿੱਦਾਂ ਹਲਦੀ ਤੇ ਜੈਫਲ, ਹਾਂਜੀ, ਇਹ ਪੀਣਾ ਸ਼ੁਰੂ ਕਰਨ। ਜੇ ਦੁੱਧ ਨਾਲ ਲੈ ਸਕਦੇ ਆ ਜਾਂ ਪਾਣੀ ਨਾਲ, ਜਿੱਦਾਂ ਆਪਾਂ ਚਾਹ ਜੀ ਬਣਾ ਕੇ ਪੀ ਸਕਦੇ ਆ। ਫਿਰ ਉਹ 1 ਚਮਚਾ ਮੇਥੀ ਦਾਣੇ ਦਾ ਰੋਜ਼ ਰਾਤ ਨੂੰ 1 ਗਲਾਸ ਪਾਣੀ ਦਾ ਭਿਉਂ ਕੇ ਸਵੇਰ ਨੂੰ ਉਹ ਪਾਣੀ ਵੀ ਪੀ ਲੈਣਾ ਤੇ ਉਹ ਮੇਥੇ ਵੀ ਚਿੱਥ ਕੇ ਖਾ ਲੈਣੇ ਆ। ਹਾਂਜੀ। ਤੇ ਇੱਕ ਕੰਮ ਉਹ ਹੋਰ ਕਰ ਸਕਦੇ ਆ ਕਿ ਸਵੇਰ ਨੂੰ 2 ਟਾਈਮ ਜਾਂ 3 ਟਾਈਮ ਲੈ ਸਕਦੇ ਆ। ਆਪਣੇ ਵਿੱਚ ਪਾਉਣਾ ਜੀ ਅੱਧਾ ਚਮਚਾ ਹਲਦੀ ਦਾ ਲੈ ਲੈਣਾ ਤੇ 1-2 ਚੁਟਕੀਆਂ ਸੁੰਡ ਦੀਆਂ ਤੇ ਨਾਲ 1 ਚੁਟਕੀ ਕਾਲੀ ਮਿਰਚ ਦੀ। ਹਾਂਜੀ। ਤੇ ਇਹ ਪਾਣੀ ਦੇ ਵਿੱਚ ਉਬਾਲ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਚਾਹ ਵਾਂਗੂ ਇੱਕ ਕੱਪ ਬਣਾ ਕੇ 2-3 ਵਾਰੀ ਮਤਲਬ ਦਿਹਾੜੀ ਦਾ ਦਵਾਈ ਅੰਗ ਪੀ ਲਓ। ਹਾਂਜੀ, ਤੁਹਾਡਾ ਕਹਿਣ ਦਾ ਮਤਲਬ ਜਿੱਦਾਂ ਪੀਣਾ ਸ਼ੁਰੂ ਕਰ ਦੇਣ ਤੇ ਇਹਦੇ ਨਾਲ ਬਹੁਤ ਫਰਕ ਪਊਗਾ ਤੇ ਇਹਦਾ ਕੋਈ ਨੁਕਸਾਨ ਵੀ ਨਹੀਂ। ਜੇ ਕੋਈ ਫਾਇਦਾ ਨਹੀਂ ਦਊਗਾ ਤੇ ਨੁਕਸਾਨ ਵੀ ਨਹੀਂ ਦਊਗਾ। ਹਾਂਜੀ। ਤੇ ਆਪਣੇ ਜੇ ਕਿਸੇ ਨੇ ਆਪਣੀ ਨਿਗਾਹ ਤੇਜ਼ ਕਰਨੀ ਹੋਵੇ ਤੇ ਇਹ ਬਹੁਤ ਵਾਰੀ ਹੁੰਦਾ ਆ ਕਿ ਆਪਾਂ ਕਈ ਵਾਰ ਗਲਤੀ ਕਰ ਜਾਂਦੇ ਆ ਕਿ ਬਦਾਮ ਲੈਣ ਵਿੱਚ, ਜਿਹੜੇ ਬਦਾਮ ਆ ਨਾ ਉਹ ਪਸ਼ੌਰੀ ਬਦਾਮ ਲੈਣੇ ਆ। ਆਉਂਦੇ ਤਾਂ ਉਹ ਥੋੜੇ ਜਿਹਾ ਮਹਿੰਗੇ ਆ, ਪਰ ਉਹ ਵਧੀਆ ਮਿਲਦੇ ਆ। ਪਸ਼ੌਰੀ ਆਪਣੇ ਪੰਜਾਬੀ ਸਟੋਰ ਤੋਂ ਮਿਲ ਜਾਂਦੇ ਆ। ਅੱਛਾ ਅੱਛਾ। 7-8 ਗਿਰੀਆਂ ਇਹਨਾਂ ਦੀਆਂ ਰਾਤ ਨੂੰ ਪਾਣੀ 'ਚ ਭਿਉਂ ਦੇਣੀਆਂ ਤੇ ਸਵੇਰ ਨੂੰ ਉੱਠ ਕੇ ਇਹਦੇ ਵਿੱਚ 4-5 ਕਾਲੀਆਂ ਮਿਰਚਾਂ ਪਾ ਕੇ ਚੰਗੀ ਤਰ੍ਹਾਂ ਇਹਨੂੰ ਪੀਸ ਲੈਣਾ। ਪੀਸ ਕੇ ਤੇ ਫਿਰ ਇਹਨੂੰ 1 ਗਲਾਸ ਦੁੱਧ ਦੇ ਵਿੱਚ ਉਬਾਲ ਕੇ ਉਹਦੇ 'ਚ ਜਾਂ ਦੇਸੀ ਖੰਡ ਪਾਉਣੀ ਆ ਤੇ ਜਾਂ ਮਿਸ਼ਰੀ ਪਾਉਣੀ ਆ
ਤੇ ਇਹ ਖਾਲੀ ਪੇਟ ਲੈਣਾ ਤੇ ਮਗਰੋਂ 1 ਘੰਟਾ ਕੁਛ ਨਹੀਂ ਖਾਣਾ। ਐਵਰੀਡੇ ਲੈਣਾ ਸ਼ੁਰੂ ਕਰ ਦੇਣ। ਬੱਚਿਆਂ ਨੂੰ ਵੀ ਦੇ ਸਕਦੇ ਆ, ਤੇ ਇਹਦੇ ਨਾਲ ਆਪਣੀ ਐਨਕ ਹੌਲੀ ਹੌਲੀ ਲਿੱਥ ਜਾਂਦੀ ਆ ਤੇ ਬਹੁਤ ਰੋਸ਼ਨੀ ਤੇਜ਼ ਹੁੰਦੀ ਆ। ਹਾਂਜੀ, ਦੂਜੀ ਗੱਲ ਕਿ ਵਿੱਚ ਮੁੜ ਕੇ ਫਿਰ ਜੋੜਾਂ ਦੀ ਦਰਦ ਆ ਗਈ, ਕੈਲਸ਼ੀਅਮ ਹੋ ਗਏ, ਕੈਲਸ਼ੀਅਮ ਦੀ ਲੋੜ ਹੋਵੇ ਤੇ ਫਿਰ ਥਕਾਵਟ, ਨੀਂਦ ਜਿਹਨਾਂ ਨੂੰ ਪ੍ਰੋਬਲਮ ਆ, ਤੇ ਉਹਦੇ ਲਈ ਵੀ ਇਹੀ ਪਸ਼ੌਰੀ ਬਦਾਮ ਹੀ ਲੈਣੇ ਆ 7-8। ਹਾਂਜੀ, ਤੇ 1 ਚਮਚਾ ਲੈਣਾ ਖਸਖਸ ਦਾ ਤੇ 2 ਚਮਚੇ ਲੈਣੇ ਆ ਤਿਲਾਂ ਦੇ। ਇਹ ਚਿੱਟੇ ਤਿਲ ਹੁੰਦੇ ਆ ਜਿਹੜੇ, ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਲੈਣਾ, ਇਹਨਾਂ ਦਾ ਪਾਊਡਰ ਬਣਾ ਕੇ, ਤੇ ਇਸੇ ਤਰ੍ਹਾਂ ਇਹ ਵੀ ਦੁੱਧ ਦੇ ਵਿੱਚ 1 ਚਮਚਾ ਇਹਨਾਂ ਦਾ ਪਾ ਲੈਣਾ ਤੇ ਉਬਾਲ ਦੇ ਕੇ ਚੰਗੀ ਤਰ੍ਹਾਂ। ਤਾਂ ਇਹਦੇ 'ਚ ਵੀ ਤੁਸੀਂ ਉਹੀ ਧਾਗੇ ਵਾਲੀ ਮਿਸ਼ਰੀ ਪਾ ਸਕਦੇ ਆ, ਤੁਹਾਡੀ ਮਰਜ਼ੀ ਆ। ਦੇਸੀ ਖੰਡ ਪਾ ਲਓ, ਜੇ ਨਹੀਂ ਸ਼ੂਗਰ ਹੈਗੀ ਤਾਂ ਫਿਰ ਦੂਜੀ ਖੰਡ ਵੀ ਪਾ ਸਕਦੇ ਆ, ਥੋੜੀ ਪਾ ਲਓ ਜਰਾ। ਤੇ ਇਹ ਲਗਾਤਾਰ ਪੀਣਾ ਸ਼ੁਰੂ ਕਰੋ, ਇਹ ਸਵੇਰ ਨੂੰ ਉੱਠ ਕੇ ਵੀ, ਤੇ ਇਹਦੇ ਨਾਲ ਬਹੁਤ ਫਰਕ ਪੈਂਦਾ ਆ। ਤੀਜੀ ਗੱਲ ਵੀ, ਜਿਹੜੇ ਕਈ ਵਾਰੀ ਬਿਨਾਂ ਵਜ੍ਹਾ ਹੀ ਧੌਣ ਤੇ ਮੋਕੇ ਹੋ ਜਾਂਦੇ, ਉਹ ਜਿਹੜੇ ਲਮਕਦੇ ਜਿਹੇ ਮੋਕੇ ਹੁੰਦੇ ਆ, ਇੱਕ ਤਾਂ ਹੁੰਦੇ ਕਾਲੇ ਜਿਹੇ, ਇੱਕ ਹੁੰਦੇ ਆ ਮਾਸ ਵਰਗੇ। ਜਿਹੜੇ ਆਪਣੇ ਘਰ ਮੋਮਬੱਤੀ ਤਾਂ ਆਮ ਹੀ ਪਈਆਂ ਹੁੰਦੀਆਂ, ਥੋੜੀਆਂ ਬਹੁਤੀਆਂ ਜਿਹੜੀਆਂ ਸੜੀਆਂ ਹੁੰਦੀਆਂ, ਉਹਨਾਂ ਨੂੰ ਕੱਦੂਕਸ ਕਰ ਲੈਣਾ। ਕੱਦੂਕਸ ਕਰਕੇ ਤੇ ਉਹਦੇ 'ਚ ਇੱਕ ਤੁਰੀ ਚੰਗੀ ਤਰ੍ਹਾਂ ਕੁੱਟ ਕੇ, ਜਾਂ ਉਹਨੂੰ ਵੀ ਕੱਦੂਕਸ ਬਰੀਕ ਕਰਕੇ ਤੇ ਉਹਦੇ ਵਿੱਚ ਮਿਕਸ ਕਰਨੀ ਆ। ਫਿਰ ਕੀ ਕਰਨਾ ਕਿ ਇੱਕ ਪੈਨ ਦੇ ਵਿੱਚ ਪਾਣੀ ਲੈ ਕੇ ਉਹਨੂੰ ਸਟੋਵ ਤੇ ਰੱਖ ਕੇ, ਤਾਂ ਉਹ ਕੌਲੀ ਸਟੀਲ ਦੀ ਉਹਦੇ ਵਿੱਚ ਰੱਖ ਦੇਣੀ ਆ। ਜਦੋਂ ਪਾਣੀ ਉਬਲਣਾ ਤੇ ਉਹ ਬਿਲਕੁਲ ਮਤਲਬ ਮੈਲਟ ਹੋ ਜਾਣਾ, ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤਾਂ ਕਿਊ-ਟਿਪ ਦੇ ਨਾਲ ਉਹ ਜਿੱਥੇ ਤੁਹਾਡੇ ਮੋਕਾ ਹੋਇਆ ਆ ਉੱਥੇ ਲਾਉਣਾ ਸ਼ੁਰੂ ਕਰਨਾ। ਘੱਟੋ ਘੱਟ ਅੱਧਾ ਘੰਟਾ ਰੱਖਣਾ। ਤੇ ਹਾਂਜੀ, ਤੇ ਵੀਕ 'ਚ 2 ਵਾਰੀ ਆਪਾਂ ਇਹ ਕਰ ਸਕਦੇ ਹਾਂ, ਤੇ ਹੌਲੀ ਹੌਲੀ ਉਹਦੇ ਨਾਲ ਉਹ ਚੜ ਜਾਂਦੇ ਆ। ਹਾਂਜੀ, ਦੂਜੀ ਗੱਲ ਵੀ, ਕਈਆਂ ਦੇ ਤੇਜ਼ਾਬ ਬਹੁਤ ਕਹਿ ਦਿੰਦੇ ਆ ਕਿ ਰੋਟੀ ਖਾਣ ਤੋਂ ਬਾਅਦ ਜਾਂ ਉੱਦਾਂ ਕੋਈ ਵੀ ਮਸਾਲੇ ਵਾਲੀ ਚੀਜ਼ ਖਾਣ ਤੋਂ ਬਾਅਦ ਹੋ ਜਾਂਦਾ ਆ, ਤੇਜ਼ਾਬ ਬਣਦਾ ਆ। ਉਹਦੇ ਲਈ ਏਦਾਂ ਕਰਨਾ ਕਿ 2 ਪੱਤੇ ਚੰਗੀ ਤਰ੍ਹਾਂ ਧੋ ਕੇ ਪੁਦੀਨੇ ਦੇ ਮੂੰਹ 'ਚ ਰੱਖਣੇ ਆ, ਤੇ ਨਾਲ ਘੁੱਟ ਪਾਣੀ ਪੀਣਾ। ਹਾਂਜੀ, ਤੇ ਪੱਤੇ ਬਾਅਦ ਵਿੱਚ ਫਿਰ ਹੌਲੀ ਹੌਲੀ ਉਹ ਪੱਤੇ ਵੀ ਜਿਹੜੇ ਆ ਉਹ ਮਤਲਬ ਦੰਦਾਂ ਨਾਲ ਚਿੱਥ ਕੇ ਤਾਂ ਹੌਲੀ ਹੌਲੀ ਪਾਣੀ ਦੇ ਨਾਲ ਉਹ ਵੀ ਬਾਅਦ ਵਿੱਚ ਅੰਦਰ ਲੰਘਾ ਲੈਣੇ ਆ, ਪਰ ਪਹਿਲਾਂ ਉਹ ਪੱਤੇ ਮੂੰਹ 'ਚ ਰੱਖਣੇ ਆ, ਰੱਖ ਕੇ ਉੱਦਾਂ ਹੀ ਪਾਣੀ ਪੀਣਾ ਆ। ਹਾਂਜੀ, ਤੇ ਫਿਰ ਕੀ ਕਰਨਾ ਕਿ ਸਵੇਰੇ ਜਦੋਂ ਆਪਾਂ ਉੱਠਦੇ ਆ ਨਾ, ਐਵਰੀਡੇ ਅੱਧਾ ਗਲਾਸ ਜਾਂ 1 ਗਲਾਸ ਜਿੰਨਾ ਵੀ ਤੁਸੀਂ ਪਾਣੀ ਪੀ ਸਕਦੇ ਆ, ਨੋਰਮਲ ਪਾਣੀ ਲੈ ਲੈਣਾ, ਤੇ ਬਰੱਸ਼ ਕਰਨ ਤੋਂ ਪਹਿਲਾਂ ਉਹ ਘੁੱਟ ਭਰ ਕੇ ਉਹਨੂੰ ਚੰਗੀ ਤਰ੍ਹਾਂ ਆਪਣੇ ਮੂੰਹ ਦੇ ਵਿੱਚ, ਜਿੱਦਾਂ ਆਪਾਂ ਗਰਗਰਾ ਜਿਹਾ ਏਦਾਂ ਕਰੀਦਾ ਤਾਂ ਉਹਨੂੰ ਅੰਦਰ ਲੰਘਾਈਦਾ ਹਨ। ਉਹ ਜਿਹੜੀ ਆਪਣੇ ਮੂੰਹ ਦੀ ਲਾਰ ਆ ਨਾ, ਉਹ ਪਾਣੀ ਦੇ ਨਾਲ ਸਾਰੀ ਅੰਦਰ ਜਾਣੀ ਚਾਹੀਦੀ ਆ। ਹਾਂਜੀ, ਤੇ ਬਾਅਦ ਵਿੱਚ ਤੁਸੀਂ 15-20 ਮਿੰਟਾਂ ਬਾਅਦ ਬਰੱਸ਼ ਕਰ ਲਓ, ਕਿਉਂਕਿ ਕਈ ਵਾਰ ਪਾਣੀ ਪੀਤਾ ਹੋਵੇ, ਬਰੱਸ਼ ਕਰੋ ਤਾਂ ਇੱਕਦਮ ਉਹ ਬਾਹਰ ਆਉਣਾ ਪੈਂਦਾ ਆ। ਇਸ ਕਰਕੇ ਥੋੜੀ ਵੇਟ ਕਰਕੇ ਫੇਰ ਮਗਰੋਂ ਬਰੱਸ਼ ਕਰੋ। ਦੂਜੀ ਗੱਲ ਕਿ ਰੋਟੀ ਖਾਣ ਤੋਂ ਜਾਂ ਕੋਈ ਵੀ ਤੁਸੀਂ ਖਾਣਾ ਖਾਂਦੇ ਆ, ਉਸ ਤੋਂ ਬਾਅਦ ਠੰਡਾ ਦੁੱਧ ਘੁੱਟ ਕਰਕੇ ਪੀਣਾ ਸ਼ੁਰੂ ਕਰ ਦਿਓ। ਇਹਦੇ ਨਾਲ ਬਿਲਕੁਲ ਵੀ ਤੁਹਾਡੇ ਐਸਿਡ ਬਣਨੋਂ, ਤੇਜ਼ਾਬ ਬਣਨੋਂ ਹਟ ਜਾਂਦਾ ਆ। ਫਿਰ ਆ ਗਈ ਜੀ ਗੱਲ ਕਿ ਜਿਨ੍ਹਾਂ ਦੇ ਮੇਰੇ ਵਾਂਗੂ ਢਿੱਡ ਬਹੁਤ ਵਧਿਆ ਹੋਵੇ, ਹਾਂਜੀ, ਬੈਲੀ ਫੈਟ ਵੀ ਜਿਹਨੂੰ ਕਹਿ ਦਿੰਦੇ ਆ, ਉਹਦੇ ਲਈ ਬਲਵਿੰਦਰ ਜੀ ਲੈਣਾ ਆਪਾਂ 1 ਖੀਰਾ, ਫਿਰ ਚੰਗਾ ਵੱਡਾ ਟੁਕੜਾ ਅਦਰਕ ਦਾ, ਤੇ 2 ਨਿੰਬੂਆਂ ਦਾ ਜੂਸ ਕੱਢ ਕੇ ਇੱਕ ਸਾਈਡ ਤੇ ਰੱਖ ਲੈਣਾ। ਪਾਈਨਐਪਲ ਲੈ ਕੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਉਹਨੂੰ ਆਪਾਂ ਸਾਈਡਾਂ ਲਾ ਦੇਣੀਆਂ ਉਹਦੀਆਂ ਸਾਰੀਆਂ, ਤੇ ਉਹ ਜਿਹੜੀਆਂ ਸਾਈਡਾਂ ਲਾਉਣੀਆਂ ਉਹਨਾਂ ਨੂੰ ਸਿੱਟਣਾ ਨਹੀਂ। ਉਹਨਾਂ ਨੂੰ ਕੀ ਕਰਨਾ ਕਿ ਛੋਟੀਆਂ ਕੱਟ ਕੇ 1 ਮੱਗ ਪਾਣੀ ਦਾ ਲੈ ਕੇ, ਤੇ ਲੀਟਰ ਕਹਿ ਦੋ ਕਿ ਲੀਟਰ ਪਾਣੀ ਦਾ ਲੈ ਕੇ, ਤੇ ਉਹਦੇ ਵਿੱਚ ਉਹ ਛਿੱਲਾਂ ਪਾ ਕੇ ਉਬਲਣੀਆਂ ਰੱਖ ਦੇਣੀਆਂ। ਦੂਜੇ ਪਾਸੇ ਆਪਾਂ ਕੀ ਕਰਨਾ ਕਿ ਜਿਹੜਾ ਅਦਰਕ, ਖੀਰਾ ਤੇ ਪਾਈਨਐਪਲ ਵਿਚਲਾ ਹਿੱਸਾ ਹੁੰਦਾ ਜਿਹੜਾ, ਉਹਨਾਂ ਨੂੰ ਚੰਗੀ ਤਰ੍ਹਾਂ ਕੱਟ ਕੇ ਤੇ ਉਹਨਾਂ ਦੀ ਆਪਾਂ ਬਣਾ ਲੈਣੀ ਆ ਪਿਊਰੀ, ਪੇਸਟ ਬਣਾ ਲੈਣੀ ਵਿੱਚ ਥੋੜਾ ਪਾਣੀ ਪਾ ਕੇ। ਫਿਰ ਕੀ ਕਰਨਾ ਕਿ ਆਪਾਂ ਜਿਹੜਾ ਪਾਣੀ ਉਬਾਲਣਾ ਨਾ, ਰੱਖਿਆ ਸੀਗਾ ਉਬਲਣਾ, ਉਹਦੇ ਵਿੱਚ ਇਹ ਮਿਕਸ ਕਰ ਦੇਣਾ ਸਾਰਾ ਕੁਛ। ਠੀਕ, ਮਿਕਸ ਕਰਕੇ ਕੱਚ ਦੇ ਜੱਗ 'ਚ ਪਾ ਕੇ ਰੱਖ ਲੈਣਾ, ਤੇ ਵਿੱਚ ਜਿਹੜੇ ਨਿੰਬੂ ਨਿਚੋੜੇ ਸੀ ਉਹ ਪੁਣ ਕੇ ਜੂਸ ਵਿੱਚ ਪਾ ਦੇਣਾ। ਦਿਨ 'ਚ 2 ਵਾਰੀ ਬਲਵਿੰਦਰ ਜੀ ਇਹ 1 ਗਲਾਸ ਸਵੇਰੇ ਤਾਂ 1 ਗਲਾਸ ਸ਼ਾਮ ਨੂੰ ਪੀਣਾ ਸ਼ੁਰੂ ਕਰਨਾ ਹੈ। ਤੇ ਇਹਦੇ ਨਾਲ ਆਪਣੀ ਜਿਹੜੀ ਬੈਲੀ ਫੈਟ ਆ ਉਹ ਬਿਲਕੁਲ 15-20 ਦਿਨਾਂ ਦੇ ਵਿੱਚ ਸਾਫ਼ ਹੋ ਜੂਗੀ ਜੀ। ਬਿਲਕੁਲ ਢਿੱਡ ਤੁਹਾਡਾ ਵਿੱਚ ਵੜ ਜੂਗਾ। ਫਿਰ ਤੁਹਾਨੂੰ ਸਾਰੇ ਪੁੱਛਣਗੇ ਜੀ ਤੁਸੀਂ ਪਤਲੇ ਕਿੱਦਾਂ ਹੋ ਗਏ। ਹਾਂਜੀ
ਫਿਰ ਆਪਾਂ ਨਿੰਬੂ ਵੀ ਵਧੀਆ ਚੀਜ਼ ਆ, ਮਕਾ ਦੇਣਾ ਫਿਰ ਆਪਾਂ ਸਟੋਰਾਂ ਤੋਂ ਸਾਰਾ ਕੁਝ। ਹਾਂਜੀ। ਤੇ ਜਿਹੜਾ ਫੈਟੀ ਲਿਵਰ ਦਾ ਇੱਕ ਕਹਿੰਦੇ ਆ ਨਾ, ਇਹਦੇ ਲਈ 3 ਸੁੱਕੇ ਆਲੂ ਬੁਖਾਰੇ ਤੇ ਥੋੜਾ ਜਿਹਾ ਟੁਕੜਾ ਇਮਲੀ ਦਾ ਤੁਸੀਂ ਰਾਤ ਨੂੰ ਭਿਉਂ ਕੇ ਰੱਖ ਦਿਓ ਤੇ ਸਵੇਰ ਨੂੰ ਉਹਨੂੰ ਚੰਗੀ ਤਰ੍ਹਾਂ ਮਸਲ ਕੇ ਤੇ ਉਹਦਾ ਪਾਣੀ 1 ਗਲਾਸ ਉਹਦੇ ਵਿੱਚ ਕੋਈ ਵੀ ਮਾੜੀ ਜਿਹੀ ਚੀਜ਼ ਪਾ ਕੇ ਤਾਂ ਉਹ ਪੀਣਾ ਸ਼ੁਰੂ ਕਰ ਦਿਓ। ਥੋੜੇ ਦਿਨਾਂ ਦੇ ਬਾਅਦ ਤੁਹਾਡਾ ਜਿਹੜਾ ਫੈਟੀ ਲਿਵਰ ਹੋਊਗਾ ਜਾਂ ਲਿਵਰ 'ਚ ਗਰਮੀ ਵਗੈਰਾ ਹੋਊਗੀ ਬਿਲਕੁਲ ਉਹ ਨਿਕਲ ਜਾਊਗੀ। ਜੇ ਤੁਸੀਂ ਹੋਰ ਵੀ ਕੁਛ ਇਹਦੇ 'ਚ ਐਡ ਕਰਨਾ ਚਾਹੁੰਦੇ ਆ ਤੇ ਤੁਸੀਂ ਆਪਣਾ ਧਨੀਆ ਐਡ ਕਰ ਸਕਦੇ ਆ, ਅਨਾਰ ਦਾਣਾ ਐਡ ਕਰ ਸਕਦੇ ਆ। ਹਾਂਜੀ, ਸੁੱਕਾ ਧਨੀਆ ਤੇ ਅਨਾਰ ਦਾਣਾ ਤੇ ਛੋਟੀ ਇਲਾਇਚੀ ਦੇ ਬੀ, ਪੁਦੀਨਾ, ਇਹ ਚੀਜ਼ਾਂ ਵੀ ਐਡ ਕਰ ਸਕਦੇ ਆ। ਪਰ ਸਭ ਤੋਂ ਈਜ਼ੀ ਕੰਮ ਆ ਸੁੱਕਾ ਆਲੂ ਬੁਖਾਰਾ ਤੇ ਇਮਲੀ। ਇਹਦੇ ਨਾਲ ਤੁਹਾਡਾ ਬਿਲਕੁਲ ਲਿਵਰ ਜੀ ਹੌਲੀ ਹੌਲੀ ਠੀਕ ਹੋ ਜਾਂਦਾ ਆ। ਬਸ ਜੀ, ਬਾਕੀ ਮੈਂ ਸੁਣਦੀ ਹਾਂ ਜੇ ਮੈਨੂੰ ਕੋਈ ਹੋਰ ਇਲਾਜ ਮਿਲਿਆ ਤਾਂ ਮੈਂ ਜ਼ਰੂਰ ਵਾਪਸ ਜ਼ਰੂਰ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਜੀ। ਕੁਲਵਿੰਦਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੀ ਭੈਣ ਆ, ਇਹਨਾਂ ਦੇ ਗੈਸ ਬਹੁਤ ਬਣਦੀ ਆ ਤਾਂ ਹਾਰਟ ਬੀਟ ਬਹੁਤ ਤੇਜ਼ ਹੋ ਜਾਂਦੀ ਆ ਤੇ ਫਿਰ ਡੈਡ ਪੈਂਦੀ ਚੱਕਰ ਆ ਕੇ। ਓਹੋ, ਹਾਰਟ ਆ ਜਾਂਦੀ ਜਿੱਦਾਂ ਬਹੁਤ ਜ਼ਿਆਦਾ। ਕਈ ਵਾਰੀ ਤਾਂ ਐਂਬੂਲੈਂਸ ਸੱਦੀ ਆ, ਪਰ ਜਿੱਦਾਂ ਹੁਣ ਵੀ ਏਦਾਂ ਬਹੁਤ ਜ਼ਿਆਦਾ ਹੋ ਜਾਂਦੇ ਆ। ਤੁਸੀਂ ਐਂਬੂਲੈਂਸ ਸੱਦੀ ਤੇ ਡਾਕਟਰ ਕੀ ਕਹਿੰਦਾ? ਕੁਛ ਨਹੀਂ ਕਹਿੰਦੇ, ਬਸ ਓਦਾਂ ਹੀ ਉਹਨੂੰ ਪਾਈ ਰੱਖਦੇ, ਫਿਰ ਹਾਰ ਕੇ ਲੈ ਆਈਦਾ ਆ। ਕੁਛ ਦੱਸਦੇ ਨੀ, ਕਹਿੰਦੇ ਸਭ ਕੁਛ ਠੀਕ ਆ। ਅੱਛਾ, ਹਾਂਜੀ, ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਠੀਕ ਹੈ ਜੀ। ਹਾਂਜੀ, ਇੱਕ ਹੋਰ ਜੀ। ਹਾਂਜੀ, ਸਾਡੀ ਗੁੜੀਆ ਆ 23 ਸਾਲਾਂ ਦੀ, ਉਹਦੇ ਵੀ ਜਿੱਦਾਂ ਏਦਾਂ ਪਰੇਸ਼ਾਨ ਜੀ ਬਹੁਤ ਹੋ ਜਾਂਦੀ ਆ ਤਾਂ ਫਿਰ ਉਹਨੂੰ ਵੀ ਜਿੱਦਾਂ ਨੀਂਦ ਨਹੀਂ ਆਉਂਦੀ ਰਾਤ ਨੂੰ, ਉਹ ਵੀ ਏਦਾਂ ਹੀ ਜਿੱਦਾਂ ਹਾਰਟ ਬੀਟ ਜੀ ਉਹਦੀ ਵੀ ਤੇਜ਼ ਹੋ ਜਾਂਦੀ ਆ। ਨੀਂਦ ਵੀ ਆਵੇ ਤਾਂ ਉਹ ਠੀਕ ਵੀ ਰਵੇ। ਠੀਕ ਆ। ਹਾਂਜੀ, ਠੀਕ ਆ, ਸੁਣਦੇ ਰਹੋ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਦੱਸਿਓ ਜ਼ਰੂਰ ਜੀ। ਹਾਂ, ਦੇਖੋ ਡਾਕਟਰ ਕੋਲ ਜਾਂਦੇ ਆ, ਸਾਨੂੰ ਘੱਟੋ ਘੱਟ ਪਤਾ ਹੋਣਾ ਚਾਹੀਦਾ। ਡਾਕਟਰ ਦੱਸੇ ਤਾਂ ਤੈਨੂੰ ਬਿਮਾਰੀ ਕੀ ਹੈਗੀ ਆ, ਪਰ ਆਪਾਂ ਇਹਨਾਂ ਨੇ ਤੁਹਾਡੀ ਹੈਲਪ ਮੰਗੀ ਆ ਜੀ, ਦੇਸੀ ਡਾਕਟਰਾਂ ਦੀ, ਜਿਹੜੇ ਡਾਕਟਰਾਂ ਦੀ ਡਿਗਰੀ ਨਹੀਂ ਪਰ ਤਾਂ ਤੂੰ ਮੰਗੀ ਹੈਲਪ, ਜ਼ਰੂਰ ਦੱਸਿਓ। ਮਨਜੀਤ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰਾ ਕੁਐਸਚਨ ਸੀਗਾ, ਮੇਰੇ ਹਸਬੈਂਡ ਇੰਡੀਆ ਗਏ ਸੀਗੇ। ਹਾਂਜੀ। ਤੇ ਉਹਨਾਂ ਦੇ ਨਾ ਬਾਡੀ ਤੇ ਖਾਜ ਸ਼ੁਰੂ ਹੋ ਗਈ ਹੋਣੀ। ਪਹਿਲਾਂ ਲੱਤਾਂ ਤੇ ਹੁੰਦੀ ਸੀ ਇੱਥੇ, ਹੁਣ 1.5 ਮਹੀਨਾ ਲਾ ਕੇ ਆਏ ਨੇ, ਫਿਰ ਬਾਡੀ ਤੇ ਸਾਰੀ ਤੇ ਖਾਸ ਜੀ ਬਹੁਤ, ਕਦੇ ਕਿਤੇ ਐ ਵਿੱਚ ਜ਼ਖਮ ਜੇ ਵੀ ਹੋ ਜਾਂਦੇ। ਉੱਥੇ ਵੀ ਬਹੁਤ, ਮਤਲਬ 1.5 ਮਹੀਨਾ ਉਹ ਨਾ ਉੱਥੇ ਡਾਕਟਰਾਂ ਦੇ ਹੀ ਫਿਰੀ ਗਏ, ਚਮੜੀ ਵਾਲਿਆਂ ਦੇ ਵੀ ਦਿਖਾਇਆ। ਉਹਨਾਂ ਨੇ ਜਿਹੜੇ ਲੋਸ਼ਨ ਦਿੱਤੇ, ਮਤਲਬ ਦਵਾਈਆਂ ਦਿੱਤੀਆਂ, ਖਾਈ ਗਏ ਹਨਾ, ਤੇ ਕੁਛ ਫਰਕ ਨਹੀਂ ਪਿਆ। ਹੁਣ ਅਸੀਂ ਸਾਨੂੰ ਆਇਆਂ ਨੂੰ ਵੀ 15-20 ਦਿਨ ਹੋ ਗਏ ਇੱਥੇ ਆਇਆਂ ਨੂੰ ਵੀ। ਹੁਣ ਇੱਥੇ ਆ ਕੇ ਵੀ ਲੋਸ਼ਨ, ਉਹ ਦਵਾਈਆਂ ਲਿਆਂਦੀਆਂ ਹੋਈਆਂ ਨੇ, ਖਾਈ ਜਾਂਦੇ ਆ। ਜਾਣੀ ਬਾਡੀ ਤੋਂ ਇੰਨੇ ਔਖੇ ਨੇ, ਕੱਛਾਂ 'ਚ ਵੀ ਐ ਖਾਸ ਜੀ ਹੋਈ ਜਾਂਦੀ ਆ। ਉੱਥੇ ਜਾ ਕੇ ਸ਼ੁਰੂ ਹੋਈ ਜਾਂ ਇੱਥੋਂ ਹੀ ਸੀਗੀ? ਉਹ ਤਾਂ ਇੱਥੇ ਤਾਂ ਕੱਲੀਆਂ ਲੱਤਾਂ ਤੇ ਹੁੰਦੀ ਸੀ, ਪਿਛਲੇ ਸਾਲ ਵੀ ਹੁੰਦੀ ਸੀ ਥੋੜੀਆਂ ਜਿਹੀਆਂ ਲੱਤਾਂ ਤੇ ਉਹ ਠੀਕ ਸੀਗੇ। ਉੱਥੇ ਜਾ ਕੇ ਵਿੱਚੇ ਲੱਤਾਂ ਤੇ ਹੋਣ ਲੱਗ ਗਈ, ਵਿੱਚੇ ਸਾਰੀ ਬਾਡੀ ਤੇ ਹੋਣ ਲੱਗ ਗਈ। ਉਹ ਰੈਗੂਲਰ ਡਾਕਟਰ ਨੂੰ ਦਿਖਾਇਆ, ਫਿਰ ਉਹ ਕਹਿੰਦੇ ਤੁਸੀਂ ਆ ਦਵਾਈ ਲੈ ਜਾਓ, ਇਹ ਖਾਵੋ 1 ਵੀਕ। ਚੱਲ ਖਾਧੀ, ਨਾ ਮੋੜ ਪਿਆ। ਫਿਰ ਉਹ ਕਹਿੰਦੇ ਤੁਸੀਂ ਸਪੈਸ਼ਲਿਸਟ ਚਮੜੀ ਵਾਲੇ ਨੂੰ ਦਿਖਾਓ ਉੱਥੇ ਖੰਨੇ। ਫਿਰ ਉੱਥੇ ਚਮੜੀ ਵਾਲੇ ਦੇ ਗਏ, ਉਹਨਾਂ ਨੇ ਦਵਾਈਆਂ ਸ਼ੁਰੂ ਕਰ ਦਿੱਤੀਆਂ ਵੀ ਆਹ ਤੁਸੀਂ ਸਾਬਣ ਵਰਤੋ, ਆਹ ਲੋਸ਼ਨ ਵਰਤੋ, ਇਸ ਤਰ੍ਹਾਂ ਤੁਸੀਂ ਦਵਾਈ ਖਾਲੀ ਪੇਟ 1 ਗੋਲੀ ਦੇਤੀ ਖਾਣ ਨੂੰ, ਇਸ ਤਰ੍ਹਾਂ ਗੋਲੀਆਂ ਦਵਾਈਆਂ ਦੇਤੀਆਂ। ਪਰ ਮਤਲਬ ਜਿੰਨਾ ਕੁ ਚਿਰ ਲਾਉਂਦੇ ਨੇ ਉਨਾ ਕੁ ਠੀਕ ਆ। ਉੱਥੇ ਤਾਂ ਚਲੋ ਚੱਲੀ ਗਿਆ ਕੰਮ। ਹੁਣ ਇੱਥੇ ਸਰਦੀ ਆ ਗਈ, ਕੰਮ ਤੇ ਜਾਣਾ ਪੈਂਦਾ, ਬੜਾ ਹੀ ਔਖਾ ਹੋਇਆ ਪਿਆ ਹੁਣ। ਵਿੱਚ ਕਹਿੰਦੇ ਨੇ ਆਹ ਜਿਹੜਾ ਨਾਰੀਅਲ ਦਾ ਤੇਲ ਆ, ਇਹਦੇ ਵਿੱਚ ਮੁਸ਼ਕਬੂਰ ਪਾ ਕੇ 1 ਟਾਈਮ ਉਹ ਲਾਉਨੇ ਆ, 1 ਟਾਈਮ ਉਹਨਾਂ ਵਾਲਾ ਲੋਸ਼ਨ ਲਾਉਨੇ ਆ। ਬੜੀ ਉਹ ਜਾਨ ਔਖੀ ਹੋਈ ਪਈ ਆ। ਤੁਸੀਂ ਜੇ ਕਿਸੇ ਭੈਣ ਭਾਈ ਨੂੰ, ਕਿਸੇ ਨੂੰ ਪਤਾ ਹੋਵੇ, ਕੋਈ ਲੋਸ਼ਨ ਹੋਵੇ ਹਨਾ, ਮੈਨੂੰ ਜ਼ਰੂਰ ਦੱਸਿਓ। ਠੀਕ ਹੈ, ਸੁਣਦੇ ਰਹੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਦਵਾਈਆਂ ਵੀ ਲਾ ਲਈਆਂ, ਤੁਸੀਂ ਕਿੰਨਾ ਹੀ ਕੁਛ ਲਾ ਲਿਆ, ਪਰ ਆਪਣਾ ਖਾਣਾ ਵੀ ਥੋੜ੍ਹਾ ਜਿਹਾ ਚੇਂਜ ਕਰਕੇ ਦੇਖ ਲਓ। ਕਣਕ ਨੂੰ ਜ਼ਰੂਰ ਛੱਡ ਕੇ ਦੇਖ ਲਓ। ਕਈ ਵਾਰ ਤੁਹਾਨੂੰ ਇੱਦਾਂ ਹੀ ਪਤਾ ਲੱਗ ਜਾਂਦਾ। ਆਪਣਾ ਖਾਣਾ ਬਹੁਤ ਜ਼ਰੂਰੀ, ਉਹਦੇ 'ਤੇ ਦੇਖੀਏ ਵੀ ਸਾਨੂੰ ਕਿਹੜੀ ਚੀਜ਼ ਤੋਂ ਹੁੰਦੀ ਆ, ਉਹਨੂੰ ਛੱਡ ਕੇ ਦੇਖੀਏ। 2 ਦਿਨ 3 ਦਿਨ 1 ਹਫ਼ਤਾ। ਗੁਰਨਾਮ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਬ੍ਰਦਰ ਆ ਜੀ 45 ਕੁ ਸਾਲ ਦਾ।
ਹਾਂਜੀ, ਉਹਦੇ ਨਾਲ ਲੱਤਾਂ ਦੀਆਂ ਨਾੜਾਂ ਜਿਹੀਆਂ ਇਕੱਠੀਆਂ ਹੋ ਜਾਂਦੀਆਂ, ਗੁੱਛਾ ਜਿਹੜਾ ਬਣ ਜਾਂਦਾ। ਅੱਛਾ। ਤੇ ਉੱਪਰ ਲੱਕ ਤੇ ਵੀ ਪੇਨ ਜਾਂਦੀ ਹੈ ਨਾ, ਤੇ ਤੁਰਦਾ ਵੀ ਕਿਸੇ ਨੂੰ ਬਹੁਤ ਔਖਾ ਹੋ ਜਾਂਦਾ। ਤੇ ਇਹਦੇ ਬਾਰੇ ਕੋਈ ਇਲਾਜ ਹੋਵੇ, ਕੋਈ ਚੀਜ਼ ਹੋਵੇ ਜਿਹਨਾਂ ਨਾੜਾਂ ਜਿਹੀਆਂ ਗੁੱਛਾ ਜਾਂ ਖੋਲ ਜਦੋਂ ਇਕੱਠੀਆਂ ਹੋ ਜਾਂਦੀਆਂ। ਠੀਕ ਹੈ ਜੀ। ਹਾਂਜੀ, ਕੋਈ ਭੈਣ ਭਰਾ ਨੂੰ ਪਤਾ ਹੋਵੇ ਜ਼ਰੂਰ ਦੱਸੋ। ਜ਼ਰੂਰ ਪੁੱਛਦੇ ਹਾਂ ਜੀ। ਨਾੜਾਂ ਇਕੱਠੀਆਂ ਹੋ ਜਾਂਦੀਆਂ, ਹਾਂ, ਉਹਦੇ ਨਾਲ ਫਿਰ ਪੇਨ ਤਾਂ ਹੋਣੀ ਆ। ਫਿਰ ਇਹਨਾਂ ਦੀ ਬੈਕ ਦੇ ਵਿੱਚ ਉੱਪਰ ਨੂੰ ਵੀ ਜਾਂਦੀ ਆ। ਰਿਸ਼ਪਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਿਹੜਾ ਉਹਨੇ ਦੱਸਿਆ ਸੀ ਬਈ ਜੋੜਾਂ ਦਾ ਦਰਦ, ਇਹੋ ਇੱਕ ਮਗਾਂ ਤੇ ਇੱਕ ਕਾਲੀ ਮਿਰਚ, ਇੱਕ ਮਣੱਕਾ। ਮਗਾ, ਮਣੱਕਾ, ਕਾਲੀ ਮਿਰਚ, ਹਾਂ, ਇਹ ਤਾਂ ਕਿਸੇ ਨੇ ਫੀਡਬੈਕ ਦਿੱਤੀ ਸੀ। ਹਾਂਜੀ ਹਾਂਜੀ ਹਾਂਜੀ, ਤਿੰਨੇ ਰਗੜ ਕੇ ਤੇ ਇਹਦੀਆਂ ਗੋਲੀਆਂ ਬਣਾ ਲੈਣੀਆਂ, ਮਣੱਕੇ ਵਿੱਚੋਂ ਬੀ ਕੱਢ ਲੈਣੇ ਆ। ਤੇ ਜਿਹੜਾ ਦੱਸਿਆ ਵੀ ਨੀਂਦ ਨਹੀਂ ਆਉਂਦੀ, ਉਹ ਬਦਾਮ ਤੇ ਖਸਖਸ, ਧਾਗੇ ਵਾਲੀ ਮਿਸ਼ਰੀ, ਇਹ ਰਗੜ ਕੇ ਰੱਖ ਲੈਣੇ। ਤਾਂ ਜਿਹੜਾ ਮਿੱਠੀ ਸੌਂਫ ਆ, ਇਹ ਰਿੰਨ ਕੇ ਦੁੱਧ 'ਚ, ਤਾਂ ਇਹ ਅੱਧਾ ਚਮਚਾ ਪਾ ਲੈਣਾ ਰਾਤ ਨੂੰ, ਨੀਂਦ ਬਹੁਤ ਆਊਗੀ। ਤੁਸੀਂ ਵਰਤੀ ਆ ਨਾ? ਅਸੀਂ ਵਰਤੀ ਤਾਂ ਹੀ। ਹਾਂ, ਠੀਕ ਹੈ। ਲਓ ਜੀ, ਜਿਹਨਾਂ ਨੂੰ ਨੀਂਦ ਨਹੀਂ ਆਉਂਦੀ, ਹਾਂ, ਬਦਾਮ ਤੇ ਖਸਖਸ ਤੇ ਧਾਗੇ ਵਾਲੀ ਮਿਸ਼ਰੀ ਕੁੱਟ ਕੇ ਰੱਖ ਲੈਣੀ ਆ, ਤੇ ਫਿਰ ਰੱਖ ਲੈਣੀ ਆ, ਤੇ ਮਿੱਠੀ ਸੌਂਫ ਕਾੜ ਲੈਣੀ ਆ ਦੁੱਧ ਦੇ ਵਿੱਚ। ਜਾਂ ਦੁੱਧ 'ਚ ਕਾੜ ਲਓ, ਪਾਣੀ 'ਚ ਕਾੜ ਲਓ, ਜਿੱਦਾਂ ਮਰਜ਼ੀ ਹੈ ਨਾ। ਤੇ ਜੇ ਤੁਸੀਂ ਨਾਲੇ ਕੁੱਟ ਕੇ ਰੱਖਣੀ ਆ, ਉਹ ਵੀ ਕੁੱਟ ਲਓ, ਫਿਰ ਦੁੱਧ ਨਾਲ ਪੀ ਲਓ, ਹਨਾ। ਠੀਕ ਹੈ ਜੀ। ਹਾਂਜੀ, ਨਾਲੇ ਤਾਂ ਨੀਂਦ ਬਹੁਤ ਸੋਹਣੀ ਆਉਂਦੀ ਹੈ, ਤੇ ਨਾਲੇ ਆਰਾਮ ਨਾਲ ਪਏ ਰਹੋ ਬਸ। ਠੀਕ ਹੈ ਜੀ, ਥੈਂਕ ਯੂ। ਹਾਂਜੀ, ਅੱਗੇ ਰੇਡੀਓ ਨਹੀਂ ਚੱਲਿਆ, ਅੱਜ ਮਾੜਾ ਜਿਹਾ ਚੱਲਿਆ। ਠੀਕ ਹੈ ਜੀ, ਚੰਗਾ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੱਚ ਇੱਕ ਭੁੱਲ ਗਿਆ, ਉਹ ਜਿਹੜੇ ਕਹਿੰਦੇ ਵੀ ਖਾਜ ਬਹੁਤ ਹੁੰਦੀ ਆ, ਹਨਾ। ਹਾਂਜੀ, ਤੇ ਉਹ ਨਿੰਮ ਦਾ ਸਾਬਣ ਵਰਤਣ, ਮਿਲਦਾ ਆ ਇੱਥੇ। ਹਾਂਜੀ ਹਾਂਜੀ, ਮਿਲਦਾ। ਤੇ ਨਿੰਮ ਦਾ ਹੀ ਤੇਲ ਲਿਆ ਕੇ ਵਰਤਣ, ਲਾਉਣ ਉੱਤੇ। ਠੀਕ ਹੈ। ਜਾਂ ਤਾਂ ਕਦੀ ਖਾਜ ਹੋ ਜਾਊਗੀ, ਤਾਂ ਇਹ ਤਿੰਨ ਚੀਜ਼ਾਂ ਠੀਕ ਹੈ ਜੀ ਦੱਸਣੀਆਂ। ਚੰਗਾ ਜੀ, ਥੈਂਕ ਯੂ ਰਿਸ਼ਪਾਲ ਜੀ, ਥੈਂਕ ਯੂ ਜੀ। ਤੇ ਜਿਹਨਾਂ ਨੂੰ ਨੀਂਦ ਨਹੀਂ ਆਉਂਦੀ, ਆਹ ਚੀਜ਼ਾਂ ਆ, ਤੇ ਕਈ ਕਹਿ ਦਿੰਦੇ ਫਿਰ ਦੁੱਧ ਨਹੀਂ ਪੀਣਾ, ਰੋਟੀ ਛੱਡ ਲਓ, ਨੀਂਦ ਆ ਜਾਵੇ ਦੁੱਧ ਪੀ ਲਓ, ਆਹ ਚੀਜ਼ਾਂ ਪਾ ਲਓ। ਤੇ ਜੇ ਤੁਹਾਨੂੰ ਦੁੱਧ ਤੋਂ ਪ੍ਰੋਬਲਮ ਹੈ ਤਾਂ ਫਿਰ ਨਹੀਂ ਜੀ ਪੀਣਾ, ਫਿਰ ਨਾ ਕਹੋ ਅਸੀਂ ਕਿਹਾ ਸੀਗਾ। ਸਤਵਿੰਦਰ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਇਹ ਪੁੱਛਣਾ ਸੀ, ਮੇਰੀ ਗਰਦਨ ਬਹੁਤ ਜ਼ਿਆਦਾ ਦੁਖਦੀ, ਬਹੁਤ ਜ਼ਿਆਦਾ। ਕੀ ਹੋ ਗਿਆ? ਕੋਈ ਹੈਗਾ ਤਾਂ ਪਤਾ ਨਹੀਂ ਕਿ ਰਾਤ ਨੂੰ ਨੀਂਦ ਨੂੰ 3 ਮਹੀਨੇ ਹੋ ਗਏ ਆ, ਬਹੁਤ ਜ਼ਿਆਦਾ ਰਾਤ ਨੂੰ ਨੀਂਦ ਨਹੀਂ ਮੈਨੂੰ। ਕੋਈ ਹੈ ਤਾਂ ਮੈਨੂੰ ਦੱਸੇ, ਮੈਂ ਕੀ ਕਰਾਂ। ਠੀਕ ਹੈ। ਹਾਂਜੀ, ਪਤਾ ਨਹੀਂ ਟੀਕਾ ਲਵਾਇਆ ਉਦੋਂ ਦਾ ਮੇਰੇ ਹੋਇਆ ਏਦਾਂ। ਦੇਖੋ, ਮੰਨੇ ਜਾਂ ਕੋਈ ਨਾ ਮੰਨੇ, ਕਿਸੇ ਦੇ ਕਿਤੇ ਕਿਸੇ ਦੇ ਕਿਤੇ ਕੋਈ ਨਾ ਕੋਈ ਹੈਗੀ ਆ ਗੱਲ। ਹਾਂਜੀ, ਮੈਂ ਪਹਿਲਾਂ ਕਦੇ ਨਹੀਂ ਸਿੱਧਾ ਹੋਇਆ, ਜਦੋਂ ਦਾ ਮੈਂ ਟੀਕਾ ਲਿਆ ਉਦੋਂ ਦਾ ਮੇਰਾ ਏਦਾਂ ਹੋ ਗਿਆ। ਠੀਕ ਆ। ਹਾਂਜੀ ਹਾਂਜੀ, ਥੈਂਕ ਯੂ ਸਰ, ਦੱਸਿਓ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਬਿਲਕੁਲ, ਕਈਆਂ ਨੂੰ ਪ੍ਰੋਬਲਮ ਆਈ ਆ, ਕਿਸੇ ਦੀ ਲੱਤ, ਕਿਸੇ ਦੀ ਬਾਂਹ, ਕਿਸੇ ਦੀ ਹੱਥ, ਕਿਸੇ ਦਾ ਕੁਛ, ਕਿਸੇ ਨੂੰ ਨਾ ਕਿਸੇ ਨੂੰ ਆਈ ਆ, ਪਰ ਉਹਨਾਂ ਨੂੰ ਐਂ ਲੱਗਦਾ ਕਿ ਟੀਕੇ ਤੋਂ ਆਈ ਆ। ਬਲਵਿੰਦਰ। ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ। ਅੱਛਾ, ਮੈਂ ਦੱਸਣਾ, ਜੇ ਕਿਸੇ ਦੇ ਨਾ ਐਸਿਡ ਬਣਦਾ ਹੋਵੇ, ਹਾਂਜੀ, ਸਵੇਰ ਨੂੰ ਸੁੱਤੇ ਉੱਠ ਕੇ ਇੱਕ ਚਮਚਾ ਲੈ ਕੇ ਨਾ ਗਲਕੰਦ ਦਾ ਗਰਮ ਪਾਣੀ ਨਾਲ ਖਾ ਲਓ। ਖਾਣਾ 2 ਘੰਟਿਆਂ ਬਾਅਦ ਖਾਣਾ ਆ। ਅੱਛਾ। ਰਾਤ ਨੂੰ ਸੌਣ ਲੱਗੇ ਰੋਟੀ ਤੋਂ ਬਾਅਦ 1 ਘੰਟਾ ਬਾਅਦ ਦੁੱਧ ਦੇ ਨਾਲ ਇੱਕ ਚਮਚਾ ਹੋਰ ਗਲਕੰਦ ਦਾ ਖਾ ਲਓ, ਤੁਹਾਡਾ ਐਸਿਡ ਨਹੀਂ ਬਣੂਗਾ। ਅੱਛਾ, ਗਲਕੰਦ ਨਾਲ ਹਟ ਜਾਂਦਾ ਹੈ? ਹਾਂਜੀ। ਠੀਕ ਹੈ। ਵਧੀਆ ਹੋਵੇ ਗਲਕੰਦ, ਕਈ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੇ ਐਸਿਡ ਬਣਦਾ ਹੈ ਨਾ। ਹਾਂਜੀ ਹਾਂਜੀ, ਠੀਕ ਹੈ ਜੀ। ਚਲੋ ਠੀਕ ਹੈ, ਥੈਂਕ ਯੂ ਤੁਹਾਡਾ ਬਹੁਤ ਬਹੁਤ ਭੈਣ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ, ਇਹ ਘਰੇਲੂ ਇਲਾਜ ਆ। ਹਕੀਮ ਇਹ ਦੱਸਦੇ ਹੁੰਦੇ ਸੀ, ਕਈਆਂ ਨੂੰ ਪਤਾ ਹੋਣਾ ਆ ਕਿ ਹਕੀਮ ਇਹੋ ਚੀਜ਼ਾਂ ਹੀ ਦੱਸਦੇ ਹੁੰਦੇ ਸੀਗੇ, ਇਹ ਆਹ ਚੀਜ਼ਾਂ ਲਵੋ ਤੁਸੀਂ। ਹਰਜੀਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਤੁਸੀਂ ਕੋਲ ਕਿਸੇ ਨੇ ਪੁੱਛਿਆ ਸੀ ਨਾ ਭੈਣ ਨੇ ਵੀ ਖਾਜ ਬਹੁਤ ਹੁੰਦੀ ਆ ਹਸਬੈਂਡ ਦੇ, ਤਾਂ ਉਹ ਦਹੀਂ ਦੇ ਵਿੱਚ ਨਿੰਬੂ ਪਾ ਕੇ, ਇੱਕ ਨਿੰਬੂ ਪੂਰਾ, ਇੱਕ ਕੌਲੀ ਦਹੀਂ ਦੇ ਵਿੱਚ ਇੱਕ ਨਿੰਬੂ ਪੂਰਾ ਨਿਚੋੜ ਲੈਣਾ, ਇੱਕ ਤੋਂ ਵੱਧ ਨਿਚੋੜ ਲੈਣਾ, ਚਾਹੇ 1.5 ਨਿਚੋੜ ਲੈਣਾ, ਉਹਦੇ ਨਾਲ ਨਹਾਉਣ, ਨਿੰਬੂ ਸਮਾਰ ਕੇ ਪਿੰਡੇ ਦੇ ਉੱਤੇ ਮਲ ਕੇ ਫੇਰ ਨਹਾਉਣ, ਤੇ ਨਿੰਮ ਦਾ ਤੇ ਸਾਬਣ, ਨਿੰਮ ਦਾ ਸਾਬਣ, ਨਿੰਮ ਦਾ ਤੇਲ ਲਾਉਣ, ਉਹਦੇ ਨਾਲ ਖਾਜ ਬਿਲਕੁਲ ਹਟ ਜੂਗੀ। ਅੱਛਾ। ਹਾਂਜੀ, ਨਿੰਬੂ ਪਾ ਕੇ ਦਹੀਂ ਦੇ ਵਿੱਚ ਉਹਦੇ ਨਾਲ ਨਹਾਉਣ। ਬਾਕੀ ਇੱਕ ਮੇਰਾ ਕੁਐਸਚਨ, ਮੇਰੀ ਨਾ ਬਾਂਹ ਸੱਜੀ, ਮੋਢੇ ਤੋਂ ਥੱਲੇ ਜਿੱਥੇ ਆਪਣਾ ਡੋਲਾ ਜਾਂਦਾ ਉਹ ਤੋਂ ਥੱਲੇ ਪਾਸੇ ਬਾਂਹ, ਤਾਂ ਉੱਥੋਂ ਦੁਖਣ ਲੱਗਦੀ ਆ, ਤੇ ਹੱਥ ਤੱਕ ਚਲੀ ਜਾਂਦੀ, ਚੀਸ ਬਹੁਤ ਜ਼ਿਆਦਾ ਦੁਖਦੀ ਆ। ਠੀਕ ਆ।
ਹਾਂਜੀ ਉਹਦਾ ਮੋਢਾ ਠੀਕ ਆ, ਮੋਢੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਉਹ ਥੱਲਿਓਂ ਰੌਲੀ ਤੋਂ ਥੱਲਿਓਂ ਤੋਂ ਹੋਈ ਸ਼ੁਰੂ ਹੋਈ ਆ, 4 ਦਿਨ ਹੋ ਗਏ। ਠੀਕ ਹੈ ਜੀ। ਹਾਂਜੀ ਪਲੀਜ਼ ਜੇ ਕਿਸੇ ਨੂੰ ਪਤਾ ਹੋਵੇ ਭੈਣ ਭਾਈ ਨੂੰ ਦੱਸਿਓ ਜ਼ਰੂਰ। ਜ਼ਰੂਰ ਪੁੱਛਦੇ ਹਾਂ ਜੀ ਆਪਾਂ। ਓਕੇ ਜੀ, ਓਕੇ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਦੇਖੋ ਦੱਸਿਆ ਜ਼ਰੂਰ ਕਰੋ ਜੇ ਕਿਸੇ ਨੂੰ ਪਤਾ ਹੁੰਦਾ ਆ ਕਿ ਕਿਸੇ ਦੇ ਕੁਛ ਹੋ ਗਿਆ ਆ, ਤੇ ਤੁਸੀਂ ਭਲਾ ਕਰ ਲਿਆ ਕਰੋ, ਭਲੇ ਵਾਲਾ ਕੰਮ ਹੈਗਾ ਆ। ਆਪਾਂ ਇੱਕ ਬ੍ਰੇਕ ਲੈ ਕੇ ਆਉਂਦੇ ਹਾਂ ਅਤੇ ਤੁਸੀਂ ਜਿਹੜੇ ਇਲਾਜ ਤੁਹਾਨੂੰ ਪਤਾ ਆ ਤੁਸੀਂ ਦੱਸ ਸਕਦੇ ਆ। ਸਤਿ ਸ਼੍ਰੀ ਅਕਾਲ ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਉਸ ਦੀ ਗੱਲਬਾਤ ਕਰਦੇ ਹਾਂ। ਤੁਸੀਂ ਵੀ ਇਸ ਦੇ ਵਿੱਚ ਹਿੱਸਾ ਪਾ ਸਕਦੇ ਆ ਜੇ ਤੁਹਾਨੂੰ ਵੀ ਕਿਸੇ ਹੋਮ ਰੈਮਡੀ ਬਾਰੇ ਪਤਾ ਆ, ਜਾਂ ਕੋਈ ਖਾਣ ਪੀਣ ਵਾਲੀ ਚੀਜ਼, ਜਿਹੜੀਆਂ ਚੀਜ਼ਾਂ ਆਮ ਹੀ ਮਿਲ ਜਾਂਦੀਆਂ ਦੁਕਾਨ 'ਤੇ ਨਾ ਲੈਣ ਜਾਣਾ ਪਵੇ, ਉਹਨਾਂ ਦੀ ਅਸੀਂ ਗੱਲ ਕਰਦੇ ਹਾਂ। ਤੁਹਾਡੀ ਕਿਚਨ ਦੇ ਵਿੱਚ ਹੀ ਬਹੁਤੀਆਂ ਸਾਰੀਆਂ ਚੀਜ਼ਾਂ ਉਹ ਪਈਆਂ ਹੁੰਦੀਆਂ, ਉਹਨਾਂ ਨੂੰ ਵਰਤ ਕੇ ਤੁਹਾਨੂੰ ਆਰਾਮ ਆ ਸਕਦਾ। ਪਰ ਲੈਣੀਆਂ ਕਿਹੜੀ ਚੀਜ਼ ਤੋਂ ਕਿਹੜੀ ਚੀਜ਼ ਲੈਣੀ ਆ ਉਹਦੇ ਬਾਰੇ ਦੱਸਿਆ ਜਾਂਦਾ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ, ਸਿਰਫ ਸਾਡੇ ਸਰੋਤੇ ਹੁੰਦੇ ਆ, ਉਹੀ ਕਾਲ ਕਰਦੇ ਆ, ਆਪਣੀ ਬਿਮਾਰੀ ਪੁੱਛਦੇ ਆ ਅਤੇ ਸਰੋਤੇ ਹੀ ਸਾਡੇ ਉਸਦੇ ਜਵਾਬ ਦੇ ਜਾਂਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਇਸ ਪ੍ਰੋਗਰਾਮ ਨੂੰ ਤੁਸੀਂ YouTube 'ਤੇ ਸੁਣ ਸਕਦੇ ਆ, YouTube ਸਬਸਕ੍ਰਾਈਬ ਕਰ ਸਕਦੇ ਆ ਤੁਸੀਂ, ਅਤੇ ਜਦੋਂ ਇਹ ਬਣ ਜਾਂਦੀ ਹੈ ਤਾਂ ਤੁਹਾਨੂੰ ਉਹ ਆਪਣੇ ਆਪ ਆ ਜਾਂਦੀ। ਉਸ 'ਤੇ ਹੌਲੀ ਕਰਕੇ ਵੀ ਸੁਣਿਆ ਜਾ ਸਕਦਾ। ਰੇਡੀਓ 'ਤੇ ਸੁਣਦੇ ਆ ਤੁਸੀਂ ਜਾਂ ਤੁਸੀਂ ਹੋਰ ਸਾਧਨਾਂ ਰਾਹੀਂ ਸੁਣਦੇ ਆ, ਪਰ ਉਹਦੇ 'ਤੇ ਇਹ ਹੈਗਾ ਕਿ ਅੱਗੇ ਪਿੱਛੇ ਵੀ ਤੁਸੀਂ ਸੁਣ ਸਕਦੇ ਆ। ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸਰਿੰਦਰ ਸਿੰਘ ਕੰਗ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾਂ, ਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਧਾਵਾ ਟਰਲਕ, ਗਰਮੀਤ ਕੌਰ ਹੈਨਫੋਰਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ ਜੁਬਸੇਰੀ, ਬਲਜੀਤ ਸਿੰਘ, ਹਰਦੀਪ ਕੌਰ ਧੌਂਸਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ, ਗੁਰਮੇਲ ਕੌਰ ਬਾਠ ਸਲਮਾ, ਜਗਤਾਰ ਸਿੰਘ ਔਲਖ ਫਰੈਜ਼ਨੋ, ਮਹਿੰਦਰ ਸਿੰਘ ਚੌਹਾਨ ਮੰਟੇਕਾ, ਬਹਾਦਰ ਸਿੰਘ ਜੀ ਜਿਨ੍ਹਾਂ ਦਾ ਫੋਨ ਨੰਬਰ 5594920513। ਇਹਨਾਂ ਤੋਂ ਤੁਸੀਂ ਹੋਮੋਪੈਥੀ ਦੀ ਇਨਫੋਰਮੇਸ਼ਨ ਲੈ ਸਕਦੇ ਹਾਂ। ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ, ਵਾਸ਼ਿੰਗਟਨ, ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਚੱਲਦੇ ਤੁਹਾਡੀਆਂ ਕਾਲਸ ਵੱਲ। ਜਿਸ ਤਰ੍ਹਾਂ ਤੁਸੀਂ ਜੁੜੇ ਹੋਏ ਆ, ਵਾਰੀ ਵਾਰੀ ਅਸੀਂ ਤੁਹਾਡੀਆਂ ਕਾਲਸ ਲੈਂਦੇ ਹਾਂ। ਤੁਸੀਂ ਆਪਣੀ ਬਿਮਾਰੀ ਬਾਰੇ ਪੁੱਛ ਸਕਦੇ ਆ ਅਤੇ ਕੋਈ ਫੀਡਬੈਕ ਆ ਉਹ ਵੀ ਤੁਸੀਂ ਦੇ ਸਕਦੇ ਆ। ਸਾਡੇ ਨਾਲ ਜੁੜੇ ਹੋਏ ਨੇ ਜੀ ਬਹਾਦਰ ਸਿੰਘ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਭੈਣ ਜੀ, ਕੋਵਿਡ ਵਾਲੇ ਜਿਹੜੇ ਮਰੀਜ਼ ਨੇ ਜਿਨ੍ਹਾਂ ਨੂੰ ਸਾਈਡ ਇਫੈਕਟ ਹੋ ਰਹੇ ਨੇ ਕਿਸੇ ਵੀ ਤਰ੍ਹਾਂ ਦੇ, ਜਾਂ ਕਿਸੇ ਹੋਰ ਟੀਕਿਆਂ ਤੋਂ ਸਾਈਡ ਇਫੈਕਟ ਹੁੰਦੇ ਨੇ, ਪ੍ਰੋਬਲਮ ਆਉਂਦੀ ਹੈਗੀ ਆ, ਉਹਦੇ ਵਾਸਤੇ ਨਕਸ ਬਮਕਾ ਦਵਾਈ ਆਉਂਦੀ ਹੈਗੀ ਆ ਹੋਮਿਓਪੈਥੀ ਦੀ, ਉਹ ਠੀਕ ਕਰਦੀ ਆ ਜੀ ਇਹਨਾਂ ਤੋਂ ਹੋ ਰਹੇ ਸਾਈਡ ਇਫੈਕਟਾਂ ਨੂੰ। ਅਤੇ ਇਹ ਆਪਾਂ ਨੂੰ ਕਿਤੋਂ ਵੀ ਮਿਲ ਸਕਦੀ ਆ ਭੈਣ ਜੀ, ਜਿਵੇਂ ਹੋਲ ਫੂਡ ਦੀਆਂ ਦੁਕਾਨਾਂ ਹੈਗੀਆਂ ਨੇ, ਆਹ ਸਟੋਰ ਹੈਗੇ ਨੇ, ਮਿਲ ਜਾਂਦੇ ਆ। ਅਤੇ ਦੂਸਰੀ ਚੀਜ਼ ਮੈਂ ਸ਼ੇਅਰ ਕਰਨੀ ਚਾਹੁੰਦਾ ਸੀਗਾ, ਬਹੁਤ ਜ਼ਰੂਰੀ ਆ ਜੀ, ਜਿਨ੍ਹਾਂ ਪਰਿਵਾਰਾਂ ਦੇ ਵਿੱਚ ਭੈਣ ਜੀ ਕੈਂਸਰ ਦੀ ਪ੍ਰੋਬਲਮ ਹੈਗੀ ਆ, ਇਹ ਅੱਗੇ ਦੇ ਅੱਗੇ ਤੁਰੀ ਜਾਂਦੀ ਆ, ਅਤੇ ਇਹਦੇ ਤੋਂ ਪਰਿਵਾਰਾਂ ਦੇ ਵਿੱਚ ਜਿਵੇਂ ਕਿਸੇ ਨੂੰ 55 ਸਾਲ ਦੀ ਉਮਰ 'ਚ ਹੋਈ ਆ, ਗਾਹਾਂ ਬੱਚਿਆਂ ਦੇ ਵਿੱਚ ਇਹ 5 ਸਾਲ ਪਹਿਲਾਂ ਹੋ ਜਾਣੀ ਹੁੰਦੀ ਆ। ਅਤੇ ਹੋਮਿਓਪੈਥੀ ਇਸ ਚੀਜ਼ ਨੂੰ ਅੰਦਰੋਂ ਹੈਰੇਡੀਟਰੀ ਪ੍ਰੋਬਲਮ ਨੂੰ ਕਹਿ ਦਿੰਦੇ ਆਪਾਂ, ਇਸ ਚੀਜ਼ ਨੂੰ ਠੀਕ ਕਰਦੀ ਆ, ਕੱਢ ਦਿੰਦੀ ਆ ਜੀ, ਮੁੜ ਕੇ ਕਿਸੇ ਨੂੰ ਹੁੰਦੀ ਨਹੀਂ। ਪਰ ਇਸ ਨੂੰ ਲੈਣੀ ਪੈਂਦੀ ਆ ਉਦੋਂ ਜਦੋਂ ਟ੍ਰਿਗਰ ਹੋਣ ਤੋਂ ਪਹਿਲਾਂ, ਪ੍ਰੋਬਲਮ ਟ੍ਰਿਗਰ ਹੋਣ ਤੋਂ ਪਹਿਲਾਂ ਇਹ ਲੈਣੀ ਪੈਂਦੀ ਆ, ਅਤੇ ਮੁੜ ਕੇ ਹੁੰਦੀ ਨਹੀਂ ਜੀ, ਕਿਸੇ ਨੂੰ ਹੋ ਨਹੀਂ ਸਕਦੀ ਹੈਗੀ। ਬਹੁਤ ਜ਼ਰੂਰੀ ਆ, ਪਰਿਵਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈਗਾ। ਉਂਗਲੀਆਂ ਸੌਂਦੀਆਂ, ਇੱਕ ਭੈਣਾਂ ਦਾ ਫੋਨ ਆਇਆ ਸੀਗਾ, ਅਤੇ ਜੇ ਤਾਂ ਉਂਗਲੀਆਂ ਹੱਥ ਦੀਆਂ ਸੌਂਦੀਆਂ ਨੇ ਫਿਰ ਤਾਂ ਜੀ ਆਪਾਂ ਨੂੰ ਹੈਗਾ ਸਰਵਾਈਕਲ ਦੀ ਪ੍ਰੋਬਲਮ। ਜੇ ਪੈਰਾਂ ਦੀਆਂ ਸੌਂਦੀਆਂ ਨੇ ਫਿਰ ਸਿਆਟਿਕ ਨਰਵ ਦੀ ਪ੍ਰੋਬਲਮ ਹੈਗੀ ਆ, ਬੈਕ ਦੇ ਵਿੱਚ ਪ੍ਰੋਬਲਮ ਹੈਗੀ ਆ, ਅਤੇ ਉਹ ਆਪਣੇ ਠੀਕ ਕਰਵਾ ਸਕਦੇ ਹਾਂ ਆਪਾਂ। ਅਤੇ ਉਸੇ ਭੈਣਾਂ ਦਾ ਫੋਨ ਸੀਗਾ, ਚੱਕਰ ਆਉਂਦੇ ਆ ਕਿਸੇ ਬੀਬੀ ਨੂੰ, ਅਤੇ ਉਲਟੀ ਵਾਂਗੂ ਵੀ ਹੋ ਸਕਦਾ ਹੈਗਾ। ਇਹਦੇ 'ਚ ਅਦਰਕ ਦਾ ਛੋਟਾ ਜਿਹਾ ਟੁਕੜਾ ਇੱਕ ਮੂੰਹ 'ਚ ਰੱਖ ਲਿਆ ਜਾਵੇ, ਉਹਦੇ ਨਾਲ ਠੀਕ ਹੋ ਸਕਦਾ, ਜਾਂ ਧਨੀਏ ਦਾ ਪਾਊਡਰ ਅਤੇ ਮਿਸ਼ਰੀ, ਇਹ ਸੇਮ ਮਾਤਰਾ ਵਿੱਚ ਲੈ ਕੇ ਇਹ ਮੂੰਹ ਦੇ ਵਿੱਚ ਰੱਖ ਲਏ ਜਾਣ, ਇਹਦਾ ਪਾਣੀ ਅੰਦਰ ਲੰਘਾਉਣਾ ਹੈਗਾ, ਅਤੇ ਇਹਦੇ ਨਾਲ ਵੀ ਠੀਕ ਹੋ ਜਾਂਦਾ ਭੈਣ ਜੀ। ਇੱਕ ਬੀਬੀ ਨੇ ਕਾਲ ਕੀਤੀ ਸੀ, ਉਹਦੀ ਬੇਟੀ ਹੈਗੀ ਆ, ਉਹ ਪਰੇਸ਼ਾਨ ਹੈਗੀ ਆ, ਨੀਂਦ ਨਹੀਂ ਆਉਂਦੀ, ਉਹਨੂੰ ਇੰਗਜ਼ਾਇਟੀ ਹੋ ਸਕਦੀ ਹੈ, ਡਿਪਰੈਸ਼ਨ ਵੀ ਹੋ ਜਾਂਦਾ ਜੀ,
ਤੇ ਇਹਦੇ ਲਈ ਉਹਨਾਂ ਨੂੰ ਆਪਣੇ ਡਾਕਟਰ ਨਾਲ ਕੰਸਲਟ ਕਰਨਾ ਚਾਹੀਦਾ। ਇੰਗਲਿਸ਼ ਦਵਾਈ ਵੀ ਲੈ ਸਕਦੇ ਨੇ, ਹੋਮਿਓਪੈਥੀ ਵੀ ਬਹੁਤ ਸੋਹਣਾ ਕੰਮ ਕਰਦੀ ਹੈਗੀ ਆ। ਤੇ ਇੱਕ ਭੈਣਾਂ ਨੇ ਕਾਲ ਕੀਤੀ ਸੀਗੀ ਭੈਣ ਜੀ, ਗਰਦਨ ਦੇ ਵਿੱਚ ਉਹਨਾਂ ਦੇ ਦਰਦ ਹੁੰਦਾ, ਕਹਿੰਦੇ 2-3 ਮਹੀਨੇ ਹੋ ਗਏ ਜੀ। ਉਹ ਨਾ ਲੰਬੇ ਪੈਸੇ ਪੈ ਕੇ ਸਿੱਧੇ ਕਿਸੇ ਤੋਂ, ਜਿਵੇਂ ਇੱਕ ਪਰਨਾ ਲੈ ਲੈਣਾ ਜਾਂ ਚੁੰਨੀ ਲੈ ਲੈਣੀ ਆ, ਮੋਟੀ ਚੁੰਨੀ ਕੋਈ, ਸਿੱਧੇ ਪੈ ਕੇ ਕਿਸੇ ਦੇ ਪਰਿਵਾਰ, ਕਿਸੇ ਵੀ ਬੱਚੇ ਨੂੰ ਕਹਿਣ ਗਰਦਨ ਦੇ ਥੱਲੇ ਗਿੱਚੀ ਦੇ ਵਿੱਚ ਪਰਨਾ ਪਾ ਕੇ ਉਹ ਪਿੱਛੇ ਨੂੰ ਆਪਦੇ ਭਾਰ ਪਾ ਲੈਣ, ਖਿੱਚਣ ਤੋਂ, ਖਿੱਚਣਾ ਨਹੀਂਗਾ ਮਤਲਬ ਆਪਦਾ ਭਾਰ ਨਹੀਂ, ਥੋੜਾ ਜਿਹਾ ਪਾ ਲੈਣਾ ਹੈਗਾ, ਜਿਹਦੇ ਨਾਲ ਕਿ ਥੋੜੀ ਜਿਹੀ ਗਰਦਨ ਖਿੱਚੇ ਜੋ। ਹਰ ਰੋਜ਼ ਥੋੜਾ ਥੋੜਾ ਕਰਾ ਲਿਆ ਕਰਨ ਤੇ ਹਫ਼ਤੇ ਦੇ ਵਿੱਚ ਉਹ ਠੀਕ ਹੋ ਸਕਦੇ ਨੇ। ਭੈਣ ਜੀ, ਭੈਣ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਸਾਡੇ ਅਗਲੇ ਕਾਲਰ ਨੇ ਜੀ ਅਮਰਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪਹਿਲਾਂ ਦੱਸਣਾ, ਜਿਹੜੇ ਭੈਣ ਭਾਈ ਕਹਿੰਦੇ ਕਿ ਲੱਤਾਂ ਬਹੁਤ ਦੁਖਦੀਆਂ, ਮੇਰੀਆਂ ਵੀ ਦੁਖਦੀਆਂ ਸੀ, ਮੈਨੂੰ ਡਾਕਟਰ ਨੇ ਕੰਪਰੈਸ਼ਨ ਸੌਕਸ ਦੱਸੀਆਂ ਸੀਗੀਆਂ ਜੀ। ਜੀ ਜੀ, ਠੀਕ ਹੈ ਜੀ। ਉਹਦੇ ਨਾਲ ਆਰਾਮ ਆ ਗਿਆ ਸੀਗਾ। ਤੇ ਦੂਸਰਾ ਹੈਗਾ ਭੈਣ ਜੀ, ਮੈਨੂੰ ਜਦੋਂ ਮੈਂ ਚਾਹ ਪੀਂਦੀ ਆ ਜਾਂ ਕੋਈ ਦੁੱਧ ਪਾਣੀ ਖਾਂਦੀ ਪੀਂਦੀ ਹੈਗੀ ਆ, ਮੇਰੇ ਹਜ਼ਮ ਨਹੀਂ ਆਉਂਦਾ ਜੀ, ਉਹ ਫੁੱਟ ਬਣ ਕੇ ਨਿਕਲਦਾ ਹੈਗਾ। ਕਈ ਵਾਰੀ ਰੋਟੀ ਜਾਂ ਫਰੂਟ ਉਹ ਵੀ ਨਹੀਂ ਹਜ਼ਮ ਆਉਂਦਾ ਗਾ। ਤਾਂ ਹੁਣ ਸਾਰਾ ਕੁਛ ਮੇਰੇ ਇੱਥੇ ਛਾਤੀ ਤੇ ਰੁਕ ਜਾਂਦਾ ਹੈਗਾ। ਉਦੋਂ ਕੋਈ ਇਲਾਜ ਦੱਸਣ ਭੈਣ ਭਾਈ। ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਇਲਾਜ ਇਹਨਾਂ ਨੂੰ ਜ਼ਰੂਰ ਦੱਸਿਓ ਜੀ। ਕੁਲਵਿੰਦਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਜੀ, ਮੈਂ ਦੱਸਣਾ ਸੀਗਾ, ਜਿਹੜੇ ਕਹਿੰਦੇ ਆ ਵੀ ਇੰਡੀਆ ਤੋਂ ਆਏ ਆ, ਖਾਜ ਆਉਂਦੀ ਆ। ਹਾਂਜੀ ਹਾਂਜੀ, ਸਾਡੇ ਵੀ ਏਦਾਂ ਸੇਮ ਸੀਗਾ। ਉਹਨਾਂ ਨੇ ਮੁਸ਼ਕਪੂਰ ਦਹੀਂ ਦੇ ਵਿੱਚ ਮਿਲਾ ਕੇ ਉਹੀ ਸਿਰਫ ਪਿੰਡੇ ਤੇ ਲਾ ਲਾ ਕੇ ਨਹਾਤੇ ਆ, ਸਾਬਣ ਨਹੀਂ ਲਾਉਣਾ। ਹਾਂਜੀ ਹਾਂਜੀ, ਠੀਕ ਹੈ ਜੀ। ਹਾਂਜੀ, ਉਹਨਾਂ ਨਾਲ ਫਿਰ ਬਿਲਕੁਲ ਉਹਨਾਂ ਦੇ ਆਰਾਮ ਆ ਗਿਆ। ਇਹੀ ਕਰਦੇ ਰਹੇ, ਉਹ ਸਾਬਣ ਨਹੀਂ ਨੇੜੇ ਵੀ ਲਾਉਣਾ ਇਹਨੂੰ, ਬਿਲਕੁਲ ਠੀਕ ਹੈ। ਇਹੀ ਬਸ ਦਹੀਂ ਚ ਮੁਸ਼ਕਪੂਰ ਪਾ ਕੇ। ਠੀਕ ਹੈ ਜੀ। ਹਾਂਜੀ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਇਹ ਚੀਜ਼ਾਂ ਜਿਹੜੀਆਂ ਦੱਸੀ ਜਾਂਦੀਆਂ ਨਾ, ਇਹਨਾਂ ਓਵਰਨਾਈਟ ਕਿਸੇ ਨੂੰ ਆਰਾਮ ਨਹੀਂ ਆਉਂਦਾ, ਕੁਛ ਦਿਨ ਲੱਗਣਗੇ। ਹੁਣ ਉਹਨਾਂ ਨੇ ਕਿਹਾ ਇੰਡੀਆ ਤੋਂ ਆਏ ਨੂੰ 2 ਹਫ਼ਤੇ ਹੋ ਗਏ। 2 ਹਫ਼ਤੇ ਆਣ ਕੇ ਤੁਸੀਂ ਉਸੇ ਵੇਲੇ ਜਿਹੜਾ ਕੋਕੋਨਟ ਆਇਲ ਦੇ ਵਿੱਚ ਮੁਸ਼ਕਪੂਰ ਤਾਂ ਨਹੀਂ ਸ਼ੁਰੂ ਕੀਤਾ, ਪਰ ਲਾਈ ਜਾਵੋ, ਉਹਦਾ ਨੁਕਸਾਨ ਕੋਈ ਨਹੀਂ ਹੈਗਾ। ਦਹੀਂ 'ਚ ਮੁਸ਼ਕਪੂਰ ਇਹਨਾਂ ਨੇ ਦੱਸਿਆ, ਕੋਈ ਨੁਕਸਾਨ ਨਹੀਂਗਾ ਇਹਨਾਂ ਚੀਜ਼ਾਂ ਦਾ। ਮੋਹਨ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੀ ਉਮਰ 65 ਸਾਲ ਦੀ ਹੈਗੀ ਹੈ ਤੇ ਮੈਨੂੰ ਰਾਤ ਨੂੰ ਨਾ ਰੋਟੀ ਖਾਣ ਤੋਂ ਬਾਅਦ ਕਈ ਵਾਰੀ ਖੱਟੇ ਡਕਾਰ ਆਉਂਦੇ ਆ ਤੇ ਕਈ ਵਾਰੀ ਸੁੱਤੇ ਨਾ ਗਲੇ ਲੱਗ ਨਾ ਖੱਟਾ ਪਾਣੀ ਆ ਜਾਂਦਾ ਹੈਗਾ। ਠੀਕ ਹੈ ਜੀ। ਥੈਂਕ ਯੂ ਜੀ। ਠੀਕ ਹੈ ਜੀ, ਠੀਕ ਆ। ਖਟਿਆਈ ਕੱਢਣੀ ਬੋਡੀ ਦੇ ਵਿੱਚੋਂ ਜੀ। ਦਵਿੰਦਰ। ਦਵਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ। ਮੇਰਾ ਗ੍ਰੈਂਡਸਨ ਹੈਗਾ ਜੀ 4 ਮਹੀਨਿਆਂ ਦਾ। ਉਹਦੇ ਨਾਲ ਪੀਪੀ ਵਾਲੀ ਜਗ੍ਹਾ ਤੇ ਰੈਡਨੈਸ ਹੋਈ ਆ ਤੇ ਲਾਸਟ ਵੀਕ ਡਾਕਟਰ ਦੇ ਗਏ ਸੀ। ਉਹਨੇ ਟੱਚ ਕਰਕੇ ਦੇਖਿਆ, ਕਹਿੰਦੀ ਜੇ ਪੇਨ ਹੋਏਗੀ ਤੇ ਵੀ ਤਾਂ ਕੁਛ ਹੋ ਸਕਦਾ, ਵੈਸੇ ਇਹਨੂੰ ਪੇਨ ਨਹੀਂ ਹੁੰਦੀ, ਵੀ ਓਦਾਂ ਹੀ ਆ। ਠੀਕ ਆ। ਤੇ ਉਹ ਕੋਕੋਨਟ ਦਾ ਆਇਲ ਤੇ ਸ਼ੁਰੂ ਤੋਂ ਹੀ ਲਾਈਦਾ, ਜਦੋਂ ਵੀ ਡਾਈਪਰ ਲਾਈਦਾ ਇਹਨੂੰ। ਹੋਰ ਕਿਤੇ ਰੈਡਨੈਸ ਨਹੀਂ, ਬਸ ਉਹਦੇ ਥੱਲੇ ਹੀ ਹੈ ਜੀ। ਠੀਕ ਹੈ ਜੀ। ਇਹਦੇ ਬਾਰੇ ਕਿਸੇ ਨੂੰ ਪਤਾ ਹੋਵੇ ਤੇ ਜ਼ਰੂਰ ਦੱਸਣ ਜੀ। ਜ਼ਰੂਰ ਪੁੱਛਦੇ ਹਾਂ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਨਰਿੰਦਰ। ਹੈਲੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸਿਜਣਾ ਤੋਂ ਬੋਲਦੀ ਹਾਂ, ਸਨੀ ਕੌਰ। ਮੇਰੇ ਕੋਲ ਇੱਕ ਛੋਟੀ ਜਿਹੀ ਸਿੱਖਿਆ ਸੋਲੂਸ਼ਨ ਮੈਂ ਤੁਹਾਨੂੰ ਦੱਸ ਸਕਦੀ ਹਾਂ। ਜਿਹਨੇ ਕਹਿ ਰਹੇ ਸੀ ਨਾ ਕਿ ਉਹਨਾਂ ਨੂੰ ਖਾਜ ਹੁੰਦੀ ਆ ਬਾਡੀ ਤੇ। ਹਾਂਜੀ। ਉਹ ਇਸ ਤਰ੍ਹਾਂ, ਮੇਰਾ ਆਪਣਾ ਵੀ ਪ੍ਰੈਕਟੀਕਲ ਆ। ਉਹ ਤੁਸੀਂ ਜਿਹੜੀ ਹੁੰਦੀ ਆ ਨਾ ਗੋਹਿਆਂ ਦੀ ਅੱਗ ਲਾ ਕੇ ਜਾਂ ਦੂਜਿਆਂ ਕੋਇਲਾ ਦੀ, ਆਈ ਡੋਂਟ ਨੋ ਇੱਥੇ ਕਿੱਦਾਂ ਲੈ ਸਕਦੇ ਆ, ਤੇ ਉਹ ਅੱਗ ਬਾਲ ਕੇ ਉਹਨਾਂ ਦੇ ਉੱਪਰ ਇੱਥੇ ਵਾਲੀ ਚੀਜ਼ ਦੱਸੋ। ਹੁਣ ਉਹ ਪਾਥੀਆਂ ਕਿੱਥੋਂ ਲੈਣਗੇ? ਨਹੀਂ ਚਲੋ ਪਾਥੀਆਂ ਨੂੰ ਛੱਡੋ, ਤੁਸੀਂ ਇੱਥੇ ਕੋਲੇ ਵੀ ਮਿਲ ਜਾਂਦੇ, ਪਾਥੀਆਂ ਵੀ ਮਿਲ ਜਾਂਦੀਆਂ ਫ੍ਰਿਜ ਨੂੰ, ਜੇ ਕੇ ਮੇਰੇ ਨਾਲ ਕਨੈਕਟ ਕਰੇ ਉਹ ਵੀ ਮਿਲ ਜਾਂਦੀਆਂ। ਤੇ ਦੇਸੀ ਗਾਂ ਦਾ ਗੋਬਰ ਵੀ ਮਿਲ ਜਾਂਦਾ ਵਾ। ਠੀਕ ਹੈ। ਹੱਸਣਾ ਤੁਸੀਂ ਮੈਨੂੰ ਪਤਾ, ਬਟ ਆਈ ਲਾਈਕ ਕਿ ਵੀ ਮੈਨੂੰ ਸੱਚ ਦੱਸਣ ਚ ਮਜ਼ਾ ਬੜਾ ਆਉਂਦਾ ਸੀ। ਹਾਂ ਦੱਸੋ ਦੱਸੋ। ਮੈਂ ਫਾਨੀ ਭਾਵੇਂ ਬਣ ਜਾਵਾਂ। ਨਹੀਂ ਦੱਸੋ। ਬਹੁਤ ਜ਼ਿਆਦਾ ਸੀਗੀ। ਥੋੜੇ ਦਿਨ ਪਹਿਲਾਂ ਵਿਚਾਰੇ ਦਾ ਏਦਾਂ ਖੁਰਕਦੇ ਹੁਣ ਮੇਰੇ ਸਾਹਮਣੇ, ਤੇ ਮੈਂ ਉਹਨਾਂ ਨੂੰ ਕਿਹਾ ਵੀਰੇ ਵੀ ਤੁਸੀਂ ਨਾ ਦੇਸੀ ਗਾਂ ਦਾ ਗੋਬਰ, ਕਹਿੰਦਾ ਭੈਣ ਕਿੱਥੋਂ ਲੈ ਕੇ ਆਵਾਂ? ਮੈਂ ਕਿਹਾ ਉਹ ਵੀ ਮੈਂ ਲੱਭ ਦੂੰਗੀ। ਮੇਰੇ ਸਾਡੇ ਨੇਬਰ ਚ ਨਾ ਕਿਸੇ ਕੋਲ ਦੇਸੀ ਗਾਂ ਹੁੰਦੀਆਂ ਹੈਗੀਆਂ। ਹਾਂ, ਜਿਹੜੀਆਂ ਬ੍ਰਹਮਾ ਬੋਲਾ, ਉਹਦਾ ਗੋਬਰ ਦਿੱਤਾ ਉਹਨਾਂ ਨੇ, ਸਾਰੀ ਬੋਡੀ ਨੂੰ ਲਾਇਆ, ਉਹਦੇ ਨਾਲ ਮੁਸਾਮ ਖੁੱਲੇ ਉਹਨਾਂ ਦੇ। ਉਸ ਤੋਂ ਬਾਅਦ ਇਹਨਾਂ ਨੇ ਉਹੀ ਗੋਬਰ ਨੂੰ ਸੁਕਾ ਕੇ ਪਾਥੀਆਂ ਜੇ ਵੀ ਮਿਲ ਗਿਆ ਉਹਨਾਂ ਨੂੰ, ਜਿਹੜਾ ਡਰਾਈ ਗੋਬਰ ਸੀ ਉਹਨਾਂ ਦਾ। ਉਹਨਾਂ ਨੇ ਉਹਨੂੰ ਅੱਗ ਬਾਲ ਕੇ ਉੱਤੇ ਨਾ ਜਵੈਣ ਸੁੱਟੀ, ਜਵੈਣ ਸੁੱਟ ਕੇ ਉੱਪਰ ਕੰਬਲ ਜਿਹਾ ਲੈ ਕੇ ਜਾਂ ਥੋੜਾ ਜਿਹਾ ਕੋਈ ਚੱਦਰ ਲੈ ਕੇ ਉਹਨਾਂ ਨੇ ਸਾਰੀ ਬੋਡੀ ਨੂੰ ਜਿੱਦਾਂ ਸਟੀਮ ਦਿੱਤੀ, ਤੇ ਉਹ ਇੱਕਦਮ ਸ਼ਾਂਤ ਹੋ ਗਏ। ਉਦੋਂ ਉਹਨਾਂ ਨੇ ਮੈਨੂੰ ਆ ਕੇ ਦੱਸਿਆ ਤੇ ਮੈਨੂੰ ਬਹੁਤ ਖੁਸ਼ੀ ਹੋਈ। ਤੇ ਇਸ ਕਰਕੇ ਮੈਂ ਟਰੈਵਲ ਕਰਦੀ ਪਈ, ਪਰ ਮੇਰੇ ਦਿਲ ਚ ਆਇਆ ਵੀ ਥੈਂਕ ਯੂ ਜੀ। ਥੈਂਕ ਯੂ, ਥੈਂਕ ਯੂ। ਬਹੁਤ ਵਧੀਆ। ਥੈਂਕ ਯੂ ਬਲਵਿੰਦਰ ਜੀ। ਥੈਂਕ ਯੂ ਨਰਿੰਦਰ ਜੀ, ਥੈਂਕ ਯੂ। ਬਿਲਕੁਲ ਜੀ, ਇਹ ਅਮਰੀਕਾ ਹੈਗਾ, ਇਹਦੇ ਵਿੱਚ ਐਸੀ ਕੋਈ ਗੱਲ ਨਹੀਂ ਵੀ ਉਹਦੇ ਵਿੱਚ ਕੁਛ ਨਹੀਂ ਮਿਲਦਾ, ਬਹੁਤ ਕੁਛ ਮਿਲਦਾ।
ਇੱਧਰ ਤੁਸੀਂ ਸੈਨੋ ਜੇ ਨੂੰ ਟੱਪ ਜਾਓ ਕਿੱਧਰ ਨੂੰ ਵੀ ਆਸੇ ਪਾਸੇ ਨੂੰ ਤੁਹਾਨੂੰ ਗਾਈਆਂ ਹੀ ਗਾਈਆਂ ਦਿਸਣਗੀਆਂ। ਗੁਆਰ ਲੱਗੇ ਪਏ ਜੀ ਗੋਬਰ 'ਤੇ ਤਾਂ ਜੇ ਲੈਣਾ ਆਇਆ ਤੁਸੀਂ। ਤੇ ਅੱਗੇ ਜੀ ਪਰਮਜੀਤ। ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ। ਸਤਿ ਸ਼੍ਰੀ ਅਕਾਲ। ਇਸ ਤਰ੍ਹਾਂ ਕਿ ਖਾਰਿਸ਼ ਦਾ ਜਿਸ ਤਰ੍ਹਾਂ ਦੱਸ ਰਹੇ ਨੇ, ਇਹਨਾਂ ਨੇ ਦੱਸਿਆ ਕਈ ਹੱਸਦੇ ਹੋਣੇ ਨੇ ਵੀ ਗੋਬਰ ਦੇ ਉੱਤੇ ਇਸ ਤਰ੍ਹਾਂ ਕਰਨਾ ਆ। ਐਕਚੁਅਲੀ ਹੈਗਾ ਇਹ ਹੈ ਕਿ ਬਹੁਤ ਦੇਰ ਪਹਿਲਾਂ ਅਸੀਂ ਵੀ ਦੇਖਦੇ ਰਹੇ ਹਾਂ ਕਿ ਇੱਕ ਧੁਆਖ ਦਿੰਦੇ ਨੇ। ਧੁਆਖ ਦੇਣਾ ਹੁੰਦਾ ਕਈ ਆਪਾਂ ਨਾ ਕਈ ਵਾਰੀ ਸ਼ੌਕ ਵੀ ਲਾਉਂਦੇ ਹਾਂ, ਕਈ ਸਬਜ਼ੀਆਂ ਨੂੰ ਵੀ ਮਿਰਚ ਦੀ ਸ਼ੌਕ ਦਿੰਦੇ ਹਾਂ ਵਿੱਚ ਰੱਖ ਕੇ, ਕੁਛ ਏਦਾਂ ਬਣਾਉਂਦੇ ਹਾਂ, ਉਹ 'ਚ ਵੀ ਕਰਦੇ ਹਾਂ। ਉਹਦੀ ਵੀ ਕੋਈ ਰੀਜ਼ਨ ਹੁੰਦੀ ਆ। ਇਹਦੀ ਰੀਜ਼ਨ ਇਹ ਹੈਗੀ ਆ ਕਿ ਜਿਹੜੀ ਬੋਡੀ ਇਹਨਾਂ ਦੀ ਜ਼ਿਆਦਾ ਖਾਰਿਸ਼ ਦੇ ਨਾਲ ਜਿਉਂ ਨਹੀਂ ਹੁਣ ਦਵਾਈਆਂ ਕੋਈ ਵੀ ਲੱਗਦੀ ਪਈਆਂ ਤੇ ਇਹ ਕਰ ਲੈਣਾ ਚਾਹੀਦਾ। ਲੇਕਿਨ ਇਹ ਤੁਸੀਂ ਆਹ ਕੋਲੇ ਵੀ ਜਿਹੜੇ ਮਿਲਦੇ ਨੇ ਲੈ ਕੇ, ਆ ਜਿੱਦਾਂ ਆਪਾਂ ਬਾਰਬੀਕਿਊ ਕਰਦੇ ਹਾਂ ਤੇ ਕੋਲੇ ਲੈਂਦੇ ਹਾਂ, ਉਹਨਾਂ ਤੇ ਲੈ ਕੇ ਜਵੈਣ ਪਾ ਕੇ ਜਦੋਂ ਧੂੰਆਂ ਜਵੈਣ ਦਾ ਨਿਕਲਦਾ ਆ ਆਪਣੀ ਬੋਡੀ ਨੂੰ ਜਿੱਥੇ ਜਿੱਥੇ ਵੀ ਖਾਰਿਸ਼ ਕਰਕੇ ਥੋੜਾ ਜਿਹਾ ਉਹ ਦੇ ਲੈਣ ਸਟੀਮ, ਉਹਦੀ ਧੂੰਆਂ ਜਿਹਾ ਲਵਾ ਲੈਣ ਬੋਡੀ ਨੂੰ। ਹਾਂਜੀ ਉਹ ਅਜਵੈਣ ਦਾ ਹੁੰਦਾ ਆ, ਉਹ ਕਰਦੇ ਨੇ। ਮੈਂ ਪਹਿਲਾਂ ਵੀ ਬਹੁਤ ਵਾਰੀ ਦੇਖਿਆ ਆ ਵੀ ਇਹ ਕਰਦੇ ਹੁੰਦੇ ਸੀ ਪੁਰਾਣੇ ਲੋਕੀ, ਤੇ ਇਹਦੇ ਨਾਲ ਬਹੁਤ ਸਾਈਡ ਮਤਲਬ ਕਿ ਬੰਦੇ ਨੂੰ ਫਾਇਦਾ ਹੁੰਦਾ। ਔਰ ਦੂਜਾ ਨਾ ਬਲਵਿੰਦਰ ਜੀ, ਜਿੰਨੀਆਂ ਵੀ ਅਸੀਂ ਚੀਜ਼ਾਂ ਦੱਸਦੇ ਹਾਂ ਨਾ ਹੈਗੀਆਂ ਸਾਰੀਆਂ ਗੁਣਕਾਰੀ ਨੇ, ਪਰ ਜੇ ਕੋਈ ਕਵੇ ਵੀ ਇੱਕ ਦਿਨ ਖਾ ਕੇ ਚਮਤਕਾਰ ਹੋ ਜਾਏ ਤਾਂ ਉਹ ਨਹੀਂ ਹੈਗਾ। ਜਾਂ ਉਹਨੂੰ ਬਦਲ ਕੇ ਖਾ ਕੇ ਆਪਣਾ ਕਰਨ, ਆਪਣੇ ਸਰੀਰ ਦੇ ਉੱਤੇ ਲਾਗੂ ਕਰਨ ਉਹਨੂੰ। ਉਹ ਤੁਸੀਂ ਪਹਿਲਾਂ ਵੀ ਦੱਸ ਕੇ ਹਟੇ ਜਦੋਂ ਪ੍ਰੋਗਰਾਮ ਸ਼ੁਰੂ ਕੀਤਾ। ਦੂਸਰਾ ਇੱਕ ਦੱਸ ਰਹੇ ਸੀ ਵੀਰ ਜੀ ਵੀ ਉਹਨਾਂ ਦੇ ਜਿਹੜਾ ਦੂਸਰਾ ਇੱਕ ਆ ਵੀ ਦੱਸਦਾ ਖਾਰਿਸ਼ ਵਾਲਿਆਂ ਨੂੰ ਵੀ ਇਹ ਕਰਨ ਕਿ ਨਮਕ ਨਾਲ ਥੋੜਾ ਜਿਹਾ ਕੋਸੇ ਪਾਣੀ ਨਾਲ ਨਾ ਸਾਰੀ ਬੋਡੀ ਨੂੰ ਧੋਣ, ਟਕੋਰ ਕਰ ਕਰਕੇ, ਲੂਣ ਦੇ ਪਾਣੀ ਨਾਲ ਟਕੋਰ ਕਰ ਕਰਕੇ ਫਿਰ ਉਹਨੂੰ ਸਾਫ਼ ਕਰਨ। ਤੇ ਸਾਫ਼ ਕਰਨ ਤੋਂ ਬਾਅਦ ਕੋਕੋਨਟ ਦੇ ਤੇਲ 'ਚ ਮੁਸ਼ਕ ਪੂਰ ਪਾ ਕੇ ਲਗਾਉਣੇ ਕਹਿੰਦੇ ਨੇ, ਲਗਾਉਂਦੇ ਪਏ ਨੇ, ਫਾਇਦਾ ਨਹੀਂ ਹੈਗਾ। ਇਹ ਤੇਲ ਚੇਂਜ ਕਰ ਲੈਣ ਕਿਉਂਕਿ ਕੋਕੋਨਟ ਤੇਲ ਦੀ ਗਰਮ ਤਸੀਰ ਹੁੰਦੀ ਆ। ਇਹ ਸਰੋਂ ਦਾ ਤੇਲ ਲਾ ਲੈਣ, ਸਰੋਂ ਦੇ ਤੇਲ ਦੇ ਵਿੱਚ ਮੁਸ਼ਕਪੁਰ ਨੂੰ ਪਾਉਣ। ਇਹ ਪੱਕਾ ਇਲਾਜ ਹੈਗਾ ਖਾਰਿਸ਼ ਦਾ। ਔਰ ਦੂਸਰਾ ਖਾਣ ਦੇ ਵਿੱਚ ਵੀ ਕੋਈ ਚੀਜ਼ ਇਸਤੇਮਾਲ ਕਰਨ ਜਿੱਦਾਂ ਨਿੰਮ ਦੇ ਪੱਤਿਆਂ ਦੀਆਂ, ਹਾਂਜੀ ਗੋਲੀਆਂ ਨਿੰਮ ਦੇ ਪੱਤੇ ਦੀ ਬਣਾ ਲੈਣ ਜਿਹਦੇ ਨਾਲ ਖੂਨ ਸਾਫ਼ ਹੋ ਜਾਵੇ, ਉਹਨੂੰ ਵੀ ਜ਼ਰੂਰ ਲੈਣ। ਨਹੀਂ ਤਾਂ ਕਾਲੀਆਂ ਮਿਰਚਾਂ ਸਵੇਰੇ ਖਾਲੀ ਪੇਟ ਜਦੋਂ ਪਾਣੀ ਪੀਂਦੇ ਨੇ 2-3 ਮਿਰਚਾਂ ਵੈਸੇ ਹੀ ਚੱਬ ਕੇ ਲੰਘਾ ਲੈਣ ਅੰਦਰ, ਇਹਨਾਂ ਨੂੰ ਜ਼ਰੂਰ ਫਾਇਦਾ ਮਿਲੇਗਾ। ਤੇ ਧੂਏ ਵਾਲਾ ਤਾਂ ਹੈਗਾ ਇਹ ਕੀਤਾ ਹੋਇਆ, ਅਸੀਂ ਤੁਹਾਨੂੰ ਦੇਖਿਆ ਕਰਦਿਆਂ ਨੂੰ, ਸਾਨੂੰ ਪਤਾ ਹੈ ਵੀ ਇਹ ਬਿਲਕੁਲ ਇਫੈਕਟ ਕਰਦਾ ਹੈ, ਠੀਕ ਰਹੇਗਾ ਇਹਨਾਂ ਨੂੰ। ਇੱਕ ਵੀਰ ਜੀ ਕਹਿੰਦੇ ਸੀ ਕਿ ਮੇਰਾ ਪੇਟ ਬੜਾ ਭਾਰਾ ਜਿਹਾ ਕੁਛ ਦਿਨਾਂ ਦਾ ਲੱਗਦਾ ਪਿਆ, ਸਟਾਰਟਿੰਗ ਚ ਆਈ ਸੀ। ਹਾਂਜੀ ਹਾਂ, ਉਹ ਉਹਨਾਂ ਲਈ ਇਸ ਤਰ੍ਹਾਂ ਹੈਗਾ ਕਿ ਇੱਕ ਤਾਂ ਉਹ ਜਿਹੜਾ ਸ਼ਾਮ ਦਾ ਖਾਣਾ ਖਾਂਦੇ ਨੇ ਉਹ ਸੂਰਜ ਢਲਣ ਤੋਂ ਪਹਿਲਾਂ ਖਾ ਲੈਣ, ਯਾਨੀ 5-5:30 ਵਜੇ ਤੱਕ ਇਸ ਵੇਲੇ ਤੱਕ ਖਾ ਲਿਆ ਕਰਨ। ਖਾ ਕੇ ਫਿਰ ਉਹ ਕੀ ਕਰਨ ਵੀ ਅਜਵੈਨ ਵੈਸੇ ਹੀ ਲੈ ਕੇ ਜਿੱਦਾਂ ਫੱਕੀ ਮਾਰੀ ਦੀ ਆ, ਲੈ ਕੇ ਵਿੱਚ ਕਾਲਾ ਲੂਣ ਪਾ ਕੇ ਖਾਣਾ ਖਾਣ ਤੋਂ ਬਾਅਦ ਅੱਧੇ ਕੁ ਘੰਟੇ ਬਾਅਦ ਉਹ ਅਜਵੈਨ ਨਾਲ ਪਾਣੀ ਲੈ ਲਿਆ ਕਰਨ ਤੇ ਇਹਨਾਂ ਨੂੰ ਭਾਰਾਪਨ ਖਤਮ ਹੋ ਜਾਏਗਾ। ਉਸੇ ਵੇਲੇ ਹੀ ਡਕਾਰ ਆ ਜਾਊਗਾ ਇਹਨਾਂ ਨੂੰ, ਠੀਕ ਹੈ ਨਾ। ਪਹਿਲਾਂ ਏਦਾਂ ਹੀ ਕਰਦੇ ਸੀਗੇ। ਤੇ ਇੱਕ ਦੱਸਦੇ ਨੇ ਕਿ ਨੀਂਦ ਨਹੀਂ ਆਉਂਦੀ। ਇੱਕ ਵਾਰੀ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀ ਖਸਕਾਸ ਨੂੰ ਤਾਂ ਇੱਕ ਦੱਸ ਕੇ ਵੀ ਗਏ ਨੇ, ਰਾਣੀ ਜੀ ਨੇ ਵੀ ਦੱਸਿਆ ਸ਼ਾਇਦ। ਤੇ ਦੂਸਰਾ ਇਹ ਕਰ ਸਕਦੇ ਨੇ ਵੀ ਜਿਨ੍ਹਾਂ ਨੂੰ ਰਾਤੀ ਨੀਂਦ ਵੀ ਨਹੀਂ ਆਉਂਦੀ ਤੇ ਉਹਨਾਂ ਦੇ ਗੋਡਿਆਂ 'ਚ ਵੀ ਦਰਦ ਹੁੰਦਾ ਆ, ਉਹ ਕਰ ਸਕਦੇ ਨੇ ਕਿ ਖਾਣਾ ਜਿਹੜਾ ਜਿਨ੍ਹਾਂ ਨੂੰ ਵੀ ਕੋਈ ਤਕਲੀਫ ਹੈਗੀ ਆ, ਜਾਂ ਜਿੰਨੇ ਵੀ 55 ਦੀ ਏਜ ਦੇ ਵਿੱਚ ਸਾਰੇ ਨਾ ਭੈਣ ਜੀ ਖਾਣਾ ਛੇਤੀ ਖਾਇਆ ਕਰਨ। ਇਹ ਨਹੀਂ ਵੀ ਉੱਧਰੋਂ ਖਾਣਾ ਖਾਧਾ ਤੇ ਰਾਤ ਨੂੰ 12 ਵਜੇ ਖਾਧਾ ਜਾਂ 10:30-11 ਖਾਧੇ ਫਿਰ ਸੌਂ ਗਏ, ਉਹ ਨਹੀਂ ਹੈਗਾ। ਕਿ ਖਾਣਾ ਜਿਹੜਾ ਹੈਗਾ ਆਪਣਾ ਜਲਦੀ ਕਰ ਲਿਆ ਕਰਨ ਤੇ ਉਸ ਤੋਂ ਬਾਅਦ ਦੁੱਧ ਪੀ ਕੇ ਸੌਣ। ਦੁੱਧ ਜਿਹੜਾ ਹੈਗਾ ਜਿਹਨਾਂ ਦੀ ਦਰਦਾਂ ਹੈਗੀਆਂ ਉਹ ਮਖਾਣੇ 'ਚ 7-8 ਦਾਣੇ ਲੈ ਕੇ ਅੱਧਾ ਚਮਚਾ ਘਿਓ ਦੇ ਵਿੱਚ ਮਾੜੇ ਜਿਹੇ ਭੁੰਨ ਕੇ ਜਿੱਦਾਂ ਕਰਕੇ ਜਦੋਂ ਹੋ ਜਾਣ ਤੇ ਉਹਦੇ 'ਚ ਦੁੱਧ ਦਾ ਕੱਪ ਪਾ ਲੈਣ ਤੇ ਆਪਣਾ ਹਲਦੀ ਦਾ ਅੱਧਾ ਚਮਚਾ ਪਾ ਕੇ ਪੀਣ। ਉਹਨਾਂ ਨੂੰ ਨੀਂਦ ਵੀ ਠੀਕ ਆਊਗੀ, ਗੋਡੇ ਦਰਦ ਵੀ ਹਟ ਜਾਣਗੇ। ਤੇ ਜਿਨ੍ਹਾਂ ਨੂੰ ਕੱਲੀ ਨੀਂਦ ਦੀ ਪ੍ਰੋਬਲਮ ਹੈਗੀ ਆ ਉਹ ਭੈਣ ਜੀ ਦੱਸ ਕੇ ਗਏ ਨੇ, ਇਲਾਇਚੀ ਔਰ ਸੌਂਫ ਨੂੰ ਉਬਾਲ ਕੇ ਰਾਤ ਨੂੰ ਦੁੱਧ ਪੀਣ ਤੇ ਖਸਖਸ ਥੋੜੀ ਜਿਹੀ ਭੁੰਨ ਲੈਣ। ਆ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਜਮਾ ਕੇ ਦੇਖਣ, ਪੱਕਾ ਆਰਾਮ ਮਿਲੂਗਾ, ਨੁਕਸਾਨ ਕੋਈ ਨਹੀਂ। ਬਿਲਕੁਲ ਜੀ, ਇਹ ਸਾਰੀਆਂ ਵਰਤੀਆਂ ਹੋਈਆਂ ਨੇ। ਇਹ ਸਮਝੋ ਤੁਹਾਨੂੰ ਦੱਸਿਆ ਵੀ ਜਾਂਦਾ ਭਾਈ ਇਹ ਚੀਜ਼ਾਂ ਵਰਤੀਆਂ ਹੋਈਆਂ ਨੇ, ਤੁਸੀਂ ਵੀ ਆਪਣੇ ਢੰਗ ਨਾਲ ਵਰਤੋ ਔਰ ਸਾਰੇ ਖੁਸ਼ ਰਹੋ ਜੀ। ਤੁਹਾਡਾ ਧੰਨਵਾਦ ਸਾਰਿਆਂ ਦਾ। ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ, ਬਹੁਤ ਸਰੋਤੇ ਸੁਣਦੇ ਨੇ, ਬਿਮਾਰੀਆਂ ਵੀ ਪੁੱਛਦੇ ਨੇ, ਇਲਾਜ ਵੀ ਬਹੁਤ ਸੋਹਣੇ ਮਿਲਦੇ ਨੇ ਔਰ ਬਹੁਤ ਇਲਾਜ ਪੱਕੇ ਹੋਏ ਨੇ ਜਿਹੜੇ ਵੀ ਦੱਸਦੇ ਨੇ ਨਾ। ਇਹ ਪੁਰਾਣੇ ਅਸੀਂ ਦੇਖਦੇ ਆਏ ਆ ਕਿ ਆਹੀ ਕੁਝ ਕਰਦੇ ਸੀ, ਦਵਾਈਆਂ ਮਗਰ ਘੱਟ ਦੌੜਦੇ ਸੀਗੇ। ਤੇ ਚਲੋ ਥੈਂਕ ਯੂ ਜੀ। ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਬਲਜੀਤ ਸਤਿ ਸ਼੍ਰੀ ਅਕਾਲ। ਕ੍ਰਿਸ਼ਨਾ ਜੀ। ਹਾਂਜੀ ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ।
ਮੇਰਾ ਦੋਤਾ ਆ ਉਹਦੇ ਨਾ ਟੌਂਸਰ ਹੋ ਜਾਂਦੇ ਆ, ਡਾਕਟਰ ਨੇ ਐਂਟੀਬਾਇਓਟਿਕ ਦਿੱਤੀ ਆ, ਉਹ 2 ਵਾਰੀ ਖਾ ਚੁੱਕਾ ਹੈ, ਕੋਰਸ ਕਰ ਲਏ 10-10 ਦਿਨ ਦੀ, ਤੇ ਉਹਦੇ ਨਾ ਟੌਂਸਰ ਨਹੀਂ ਜਾਂਦੇ ਗਲੇ ਚੋਂ, ਜਿੱਦਾਂ ਇੱਕ ਸਾਈਡ ਤੇ ਸੁੱਜ ਵੀ ਜਾਂਦਾ ਆ ਤਾਂ ਫਿਰ ਗਲਾ ਦੁਖਦਾ ਵੀ ਆ, ਆਰਾਮ ਨਹੀਂ ਆਉਂਦਾ ਹੈਗਾ। ਉਮਰ ਕਿੰਨੀ ਉਹਦੀ? ਡਾਕਟਰ ਕਹਿੰਦੇ ਉਹਦਾ ਉਮਰ ਹੈਗੀ ਆ, ਉਹ 6ਵੇਂ ਸਾਲ 'ਚ ਆ। ਠੀਕ ਹੈ। 5 ਪੂਰੇ ਹੋਏ ਆ ਤਾਂ ਕਹਿੰਦੇ ਡਾਕਟਰ ਕਹਿੰਦੇ ਸਰਜਰੀ ਕਰਨੀ ਆ। ਤਾਂ ਫਿਰ ਕੁੜੀ ਕਹਿੰਦੀ ਮੰਮੀ ਪੁੱਛੀ, ਤਾਂ ਮੈਂ ਕਿਹਾ ਜੇ ਕੋਈ ਠਾਕ ਦਾ ਵੀ, ਜਿੱਦਾਂ ਕਹਿੰਦੇ ਠਾਕ ਦੇ ਵੀ ਹੁੰਦੇ, ਪਤਾ ਨਹੀਂ ਮੈਨੂੰ, ਤਾਂ ਜੇ ਕੋਈ ਰੇਡੀਓ 'ਚ ਕੋਈ ਸੁਣੇ ਤਾਂ ਜ਼ਰੂਰ ਸਾਨੂੰ ਇਲਾਜ ਦੱਸਣ। ਛੋਟਾ ਬੱਚਾ ਨਹੀਂ ਆਪਰੇਸ਼ਨ ਕਰਾ ਸਕਦੇ। ਠੀਕ ਹੈ। ਹਾਂਜੀ ਹਾਂ, ਓਕੇ ਭੈਣ ਜੀ, ਥੈਂਕ ਯੂ ਜੀ। ਹਾਂਜੀ, ਵੈਸੇ ਟੌਂਸਸ ਤੋਂ ਦੱਸਦੇ ਤਾਂ ਹੁੰਦੇ ਸੀ ਸ਼ਾਇਦ ਅਲਸੀ ਦਾ ਤੇਲ, ਤੇ ਬੱਚੇ ਨੇ ਛੱਤ ਵੱਲ ਦੇਖਣਾ ਜਾਂ ਬੰਦੇ ਨੇ ਜੇ ਵੀ ਹੈਗਾ ਆ ਅਲਸੀ ਦਾ ਤੇਲ ਲਾਉਣ ਕਹਿੰਦੇ ਹੁੰਦੇ ਸੀ। ਪਰ ਚਲੋ ਦੇਖਦੇ ਹਾਂ, ਆਪਾਂ ਹੋਰ ਪੁੱਛ ਲੈਂਦੇ ਹਾਂ। ਬਲਜੀਤ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਸੀਗਾ, ਮੇਰੇ ਨਾ ਮਸਲ ਬਹੁਤ ਟਾਈਟ ਹੁੰਦੇ ਆ ਤੇ ਗਰਦਨ ਨੂੰ ਬਹੁਤ ਖਿੱਚ ਪੈਂਦੀ, ਤੇ ਥੋੜੀ ਡਿਸਕ ਦੀ ਵੀ ਪ੍ਰੋਬਲਮ ਹੈਗੀ ਆ, ਜੇ ਕਿਸੇ ਨੂੰ ਪਤਾ ਹੋਵੇ ਤਾਂ ਕੁਛ। ਠੀਕ ਹੈ ਜੀ। ਹਾਂਜੀ, ਠੀਕ ਹੈ ਜੀ, ਠੀਕ ਹੈ। ਮਸਲ ਟਾਈਟ ਹੋ ਜਾਂਦੇ ਆ ਇਹਨਾਂ ਦੇ। ਪੌਲ ਚਾਲ ਜੀ। ਹਾਂਜੀ, ਸਾਧ ਸੰਗਤ ਜੀ, ਪੰਜਾਬ ਰੇਡੀਓ USA ਦੇ ਸਰੋਤਿਆਂ ਨੂੰ ਪਾਲ ਚਾਲ ਵੱਲੋਂ ਸਤਿ ਸ੍ਰੀ ਅਕਾਲ। ਆਪਣੇ ਕੋਲ ਭੈਣ ਜੀ ਜਿਹੜਾ ਨਾ ਇਨਸੋਮਨੀਆ 23 ਸਾਲ ਦੀ ਬੱਚੀ ਨੂੰ ਇਨਸੋਮਨੀਆ ਹੈਗਾ ਤੇ ਟੈਕੀਕਾਰਡੀਆ, ਭਾਵ ਕਿ ਉਹਨਾਂ ਦੀ ਨਬਜ਼ ਜਾਂ ਧੜਕਣ ਜਿਹੜੀ ਤੇਜ਼ ਚੱਲ ਰਹੀ ਹੈ, ਉਹਦਾ ਕਾਰਨ ਐਂਗਜ਼ਾਇਟੀ ਜਾਂ ਸਟ੍ਰੈਸ ਹੀ ਹੁੰਦਾ ਹੈਗਾ। ਉਹਦੀ ਸਭ ਤੋਂ ਸੌਖੀ ਔਰ ਵਧੀਆ ਬਿਲਕੁਲ ਮੁਕੰਮਲ ਹੈ ਤਾਂ ਅੰਗਰੇਜ਼ੀ, ਉਹ ਸੇਂਟ ਜੌਨਸ ਵਾਟ, ਸੇਂਟ JOHN ਜੌਨ ਵਾਟ WORT ਵਾਟ, ਉਹਦੀ ਟੀ ਲੈਣੀ ਹੈ। ਜਾਂ ਇਹਦੇ ਨਾਲ ਐਡੀਸ਼ਨਲ ਜਿਹੜੀ ਹੈਗੀ ਇੱਕ ਨਾਈਟ ਵਲੇਰੀਅਨ VALERIAN, ਇਹ ਵੀ ਇੱਕ ਰੈਡੀਮੇਡ ਟੀ ਹੈਗੀ, ਉਹ ਦੇਣ। ਨਾਈਟ ਵਲੇਰੀਅਨ ਹੋਏ ਜਾਂ ਪੈਸ਼ਨ ਫਲਾਵਰ ਹੋਵੇ, ਇੱਕੋ ਹੀ ਹੈਗੇ ਨੇ ਤਕਰੀਬਨ, ਪਰ ਵਲੇਰੀਅਨ ਇਜ਼ ਦ ਬੈਸਟ। ਅੱਛਾ, ਤੀਸਰਾ ਹੈਗਾ ਉਸ ਬੱਚੀ ਵਾਸਤੇ ਇੱਕ ਸਰਾਣਾ ਉਹ ਖਰੀਦਣਾ। ਇਸ ਸਰਾਣੇ ਮਿਲ ਜਾਂਦੇ ਹੈਗੇ ਨੇ ਕਮਰਸ਼ਲੀ, ਉਹਦੇ ਵਿੱਚ ਨਾ ਹੌਪਸ ਦੇ ਫੁੱਲ ਭਰੇ ਹੁੰਦੇ ਨੇ, HOPS। ਉਹ ਜਿਹੜਾ ਹੈ ਨਾ, ਜਦੋਂ ਇਨਸਾਨ ਸੌਂਦਾ ਹੈਗਾ, ਉਹਦੇ ਵਿੱਚ ਜਿਹੜਾ ਨਾ ਨਰਵਾਈਨ ਟੌਨਿਕ ਹੁੰਦੇ ਨੇ ਉਹ ਫੁੱਲਾਂ ਦੇ ਵਿੱਚ, ਤੇ ਉਹ ਸਰਾਣੇ ਦੇ ਨਾਲ ਜਿਹੜਾ ਨਾ ਫਿਰ ਨੀਂਦ ਵਧੀਆ ਆਉਂਦੀ ਹੈ। ਅੱਛਾ, ਤੇ ਬਾਕੀ ਆਪਣਾ ਦੇਸੀ ਜਿਹਾ ਤਰੀਕਾ ਤਾਂ ਹੈ ਵੀ ਖਾਸ ਦੁੱਧ 'ਚ ਪਾ ਕੇ ਨਾ ਸੌਣ ਤੋਂ ਪਹਿਲਾਂ ਉਸ ਬੱਚੀ ਨੂੰ ਦੇ ਸਕਦੇ ਨੇ, ਉਹ ਨੇਸਤੀ ਦੇ ਨਾਲ ਨੀਂਦ ਆ ਜਾਏਗੀ। ਅੱਛਾ, ਤੇ ਇੱਕ ਜਿਹੜਾ ਇਹ ਹੈਗਾ ਕਿ ਬਾਲਟੀ 'ਚ ਗਰਮ ਪਾਣੀ ਪਾ ਕੇ ਨਾ ਉਹਦੇ 'ਚ ਇੱਕ ਮੁੱਠੀ ਐਪਸਮ ਸਾਲਟ, EPSOM ਐਪਸਮ ਸਾਲਟ, ਤੇ ਇੱਕ ਮੁੱਠੀ ਜਿਹੜੀ ਹੈ ਸੀ ਸਾਲਟ, ਸਮੁੰਦਰ ਦਾ ਜਿਹੜਾ ਸਾਲਟ ਹੈ ਨਾ, ਉਹ ਪਾ ਕੇ ਤੇ ਪੈਰਾਂ ਦੀ ਟਕੋਰ ਕਰਨ, ਤੇ ਫਿਰ ਜਿਹੜਾ ਹੈਗਾ ਨਾ ਫਿਰ ਸਰੀਰ ਰਿਲੈਕਸ ਹੋ ਜਾਂਦਾ, ਤੇ ਜਿਹੜਾ ਬੱਚਾ ਹੈਗਾ ਉਹ ਸੌਂ ਜਾਏਗਾ। ਠੀਕ ਹੈ ਜੀ। ਅੱਛਾ, ਤੇ ਦੂਸਰੀ ਜਿਹੜੀ ਆਪਾਂ ਨੂੰ ਕਾਲ ਹੈਗੀ ਸੀ ਭੈਣ ਜੀ, ਉਹ ਹੈਗੀ ਸੀਗੀ ਆਰਥਰਾਈਟਿਸ ਦੀ, ਭਾਵ ਗਠੀਏ ਦੀ, ਜੋੜਾਂ ਦੇ ਦਰਦ ਦੀ। ਉਹਦਾ ਆਪਣਾ ਦੇਸੀ ਤਰੀਕਾ ਤਾਂ ਇਹ ਹੈਗਾ ਕਿ ਵੀ ਇਹਨਾਂ ਚੀਜ਼ਾਂ ਨੂੰ ਵਿੱਚ ਜਿਹੜੀਆਂ ਮਿਲਦੀਆਂ ਨੇ ਉਹਨਾਂ ਨੂੰ ਮਿਲਾ ਕੇ ਉਹਦੀ ਮਾਲਿਸ਼ ਕਰਨੀ ਹੈਗੀ ਹੈ। ਉਹਦੇ 'ਚ ਹੈਗੇ ਅਦਰਕ ਜਾਂ ਸੁੰਡ ਆਪਣੀ, ਅਨਾਨਾਸ ਦੀ ਜਿਹੜੀ ਛਿੱਲੜ ਹੈਗੀ ਹੈ, ਅੰਦਰਲਾ ਪਾਸਾ ਛਿੱਲੜ ਦਾ, ਤੇ ਬਾਕੀ ਜਿਹੜੀਆਂ ਲਾਲ ਮਿਰਚਾਂ ਤੇ ਅਲਸੀ ਦਾ ਤੇਲ, ਇਹਨਾਂ ਸਾਰਿਆਂ ਨੂੰ ਮਿਕਸ ਕਰਕੇ ਜਿਹੜਾ ਹੈ ਨਾ ਜੀ ਲੇਪ ਜਿਹਾ ਬਣਾ ਕੇ ਉਹਦੀ ਮਾਲਿਸ਼ ਕਰਨੀ ਹੈ ਜੋੜਾਂ ਤੇ। ਦੂਜਾ ਜਿਹੜਾ ਹੈਗੀ ਚਟਨੀ ਖਾਣੀ ਹੈਗੀ ਹੈ, ਉਹ ਖਾਣੀ ਪਊ ਭਾਈ ਆਪਣੇ ਜਿਹੜੇ ਅੰਗਰੇਜ਼ੀ ਬੂਟੇ ਹੈਗੇ ਨੇ, ਉਹਦੇ 'ਚ ਆਪਣੀ ਰੋਜ਼ਮੇਰੀ ਆ ਗਈ, ਪਾਰਸਲੀ ਆ ਗਈ, ਓਰੀਗਨੋ ਆ ਗਈ। ਉਹਦੇ ਵਿੱਚ ਨਾ ਸੈਲਰੀ ਸੀਡ ਜ਼ਰੂਰ ਪਾ ਲੈਂਦੇ ਨੇ। ਜਿਹੜੇ ਸੈਲਰੀ ਦੇ ਸੀਡ ਹੈਗੇ ਨਾ, ਇਹ ਆਪਣੇ ਸਰੀਰ ਦੇ ਵਿੱਚੋਂ ਜਿਹੜਾ ਹੈਗਾ ਨਾ ਆਪਣਾ ਯੂਰਿਕ ਐਸਿਡ ਵਗੈਰਾ, ਉਹਨੂੰ ਸਾਰੇ ਨੂੰ ਕੱਢ ਦਿੰਦੀ ਹੈਗੀ। ਜੇ ਵਿੱਚ ਗਾਰਲਿਕ ਪਾਉਣੀ ਤਾਂ ਗਾਰਲਿਕ ਵੀ ਪਾਈ ਜਾ ਸਕਦੀ ਹੈਗੀ, ਭਾਵ ਚਟਨੀ ਬਣਾਉਣੀ ਹੈਗੀ ਹੈ। ਠੀਕ ਹੈ। ਤੇ ਇੱਕ ਜਿਹੜਾ ਹੈ ਜੀ ਤਾਰਾ ਮੀਰਾ ਜਿਹੜਾ ਹੈ ਨਾ ਜੋੜਾਂ ਤੇ ਉਹਦਾ ਲੇਪ ਕਰਨਾ ਹੈ, ਉਹ ਵੀ ਜਿਹੜਾ ਨਾ ਦਰਦ ਨੂੰ ਮੁਕਤ ਕਰ ਦਿੰਦਾ ਹੈਗਾ। ਤੇ ਮਲੱਠੀ ਜ਼ਰੂਰ ਚ ਪਾਉਣੀ ਹੈਗੀ, ਚਾਹ 'ਚ ਵੀ ਪਾ ਲੈਣੀ ਹੈਗੀ ਹੈ। ਤੇ ਆਪਾਂ ਨੂੰ ਇੱਕ ਕਾਲ ਆਈ ਸੀਗੀ ਲਾਸਟ ਦੇ ਵਿੱਚ, ਹਾਂ, ਉਹ ਭਾਈ ਐਲਰਜੀ ਵਾਲੇ, ਉਹਨਾਂ ਦੀ ਕਈ ਭੈਣਾਂ ਨੇ ਭਰਾਵਾਂ ਨੇ ਉਹਦਾ ਆਨਸਰ ਦਿੱਤਾ ਹੈ। ਭਾਈ ਮੇਰੇ ਕੋਲ ਤਾਂ ਸਿਰਫ ਅੰਗਰੇਜ਼ੀ ਤਰੀਕਾ ਹੈ, ਉਹ ਦੱਸਣਾ ਮੈਂ ਤੁਹਾਨੂੰ, ਬਿਲਕੁਲ ਟਰਾਈਡ ਐਂਡ ਟੈਸਟਡ, ਵਨ ਆਫ ਦਾ ਬੈਸਟ। ਭਾਈ ਸਟਿੰਗਿੰਗ ਨੈਟਲ ਨਾਂ ਦਾ ਇੱਕ ਬੂਟਾ ਹੈਗਾ, ਸਟਿੰਗਿੰਗ STINGING, ਸਟਿੰਗਿੰਗ, ਕਿਉਂਕਿ ਵੱਢਦਾ ਹੁੰਦਾ ਹੈ, ਨੈਟਲ NETTLE। ਉਹਦੇ ਥੋੜੇ ਨਾ ਪੱਤਿਆਂ ਦੇ ਉੱਤੇ ਜਾਂ ਜਿਹੜੀ ਸਟੈਮ ਹੈਗੀ ਹੈ, ਉਹ ਤੇ ਛੋਟੇ ਉਹ ਲੱਗੇ ਹੁੰਦੇ ਨੇ ਕੰਡੇ, ਉਹ ਮਾਰਦੇ ਨੇ ਅਸਲ 'ਚ ਆਰਥਰਾਈਟਸ ਵਾਲਿਆਂ ਦੇ। ਉਹਦੇ ਵਿੱਚ ਜਿਹੜਾ ਹੈ ਨਾ ਉਹ ਐਸਿਡ ਭਰਦਾ, ਉਹਨੂੰ ਫਾਰਮਿਕ ਐਸਿਡ ਕਹਿੰਦੇ ਨੇ। ਉਹ ਨਾਲ ਜਿਹੜਾ ਹੈ ਨਾ ਜਿਹੜੀਆਂ ਸੋਜਿਸ਼ ਹੈਗੀ ਗੋਡਿਆਂ ਦੀ, ਉਹ ਵੀ ਦੂਰ ਚਲੀ ਜਾਂਦੀ ਹੈ। ਪਰ ਜਦੋਂ ਉਹਦੀ ਚਟਨੀ ਬਣਾ ਕੇ ਖਾਧੀ ਜਾਂਦੀ ਹੈ ਤਾਂ ਉਹਨਾਂ ਐਲਰਜੀ ਵੀ ਠੀਕ ਹੋ ਜਾਂਦੀ ਹੈ। ਇਹ ਜ਼ਰੂਰ ਟਰਾਈ ਕਰੋ, ਜਿਹਦੇ ਕੁਛ ਨਾ ਕੰਮ ਕੀਤਾ, ਇਹ ਜ਼ਰੂਰ ਸਟਿੰਗਿੰਗ ਨੈਟਲ। ਤੇ ਭਾਈ ਮੈਂ ਵੈਸੇ ਮੈਂ ਤੁਹਾਨੂੰ ਦੁਬਾਰਾ ਫਿਰ ਕਾਲ ਕਰਾਂਗਾ। ਉਹ ਜਿਹੜਾ ਬੱਚੇ ਬਾਰੇ ਮੈਨੂੰ ਬੜਾ ਪ੍ਰਭਾਵ ਹੋਇਆ ਕਿ ਜਿਹਦੀ ਸਰਜਰੀ ਹੋਣ ਦੇ ਚਾਂਸ ਹੈਗੇ ਨੇ, ਆਲ ਕਾਲ ਬੈਕ। ਠੀਕ ਹੈ ਜੀ, ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਏਦਾਂ ਹੁੰਦੀਆਂ ਫਿਕਰਮੰਦੀਆਂ ਤੁਸੀਂ ਬੜੀਆਂ ਕਰਦੇ ਜੀ ਇੱਕ ਦੂਜੇ ਦੇ ਲਈ। ਅੱਗੇ ਮਨਜੀਤ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ।
ਭੈਣ ਜੀ ਇੱਕ ਤਾਂ ਖੱਟੇ ਢਕਾਰਾਂ ਲਈ ਹੈਗਾ ਜਵੈਣ। ਜਵੈਣ ਦੇ ਵਿੱਚ ਕਾਲਾ ਲੂਣ ਪਾ ਕੇ ਉਹ ਜ਼ਰੂਰ ਖਾਣ। ਦਹੀਂ 'ਚ ਪਾ ਕੇ ਜਵੈਣ, ਕਾਲਾ ਲੂਣ, ਦਹੀਂ ਖਾਣ। ਰੋਟੀ ਖਾ ਕੇ ਮਿੱਠੀ ਸੌਂਫ ਤੇ ਗੁੜ ਖਾਣ। ਇਹਦੇ ਨਾਲ ਤੁਹਾਡਾ ਹਾਜ਼ਮਾ ਠੀਕ ਹੋ ਜਾਣਾ, ਖੱਟੇ ਢਕਾਰ ਆਉਣੋਂ ਹਟ ਜਾਣੇ ਆ। ਇੱਕ ਮੈਂ ਚੱਕਰਾਂ ਦਾ ਨਵਾਂ ਇਲਾਜ ਦੱਸਦੀ ਹਾਂ, ਕੀਤਾ ਆਪ ਨੂੰ ਲੋੜ ਪੈ ਗਈ ਸੀ। ਚੱਕਰ ਆਏ ਇੱਕ ਹਫ਼ਤਾ ਜਿੱਦਾਂ ਪੂਰਾ, ਦੁੱਧ ਵੀ ਠੰਡਾ ਪੀ ਕੇ ਦੇਖਿਆ, ਸਭ ਕੁਛ ਤਾਂ ਕੁਛ ਫਰਕ ਨਾ ਸੀ ਪਿਆ। ਫਿਰ ਮੈਂ ਤੈਲ ਕੁੱਟ ਲਿਆ ਤੇ ਆਲਸੀ ਭੈਣ ਜੀ ਦੋਏ ਚੀਜ਼ਾਂ ਦਾ ਪਾਊਡਰ ਬਣਾ ਕੇ ਦੁੱਧ 'ਚ ਪਾ ਕੇ 2 ਟਾਈਮ ਪੀਣਾ ਸ਼ੁਰੂ ਕੀਤਾ, ਇੱਕ ਚਮਚਾ, ਤਾਂ ਬਿਲਕੁਲ ਠੀਕ ਹੋ ਗਏ ਆ। ਹਾਂਜੀ, ਕਿਸੇ ਨੂੰ ਹੈਗੀ ਆ ਏਦਾਂ ਦੀ ਤਕਲੀਫ਼ ਤਾਂ ਕਰਕੇ ਦੇਖਣ। ਮੈਂ ਤਾਂ ਆਪ ਆਪਣੇ ਤੇ ਕੀਤਾ ਜਿੱਦਾਂ ਹਨਾ। ਠੀਕ ਹੈ ਜੀ। ਕੋਈ ਦਵਾਈ ਨਹੀਂ ਲਈ, ਕਿਤੇ ਡਾਕਟਰ ਦੇ ਨਹੀਂ ਗਏ, ਤਾਂ ਬਿਲਕੁਲ ਠੀਕ ਠਾਕ ਹੋ ਗਏ ਆ। ਠੀਕ ਹੈ ਜੀ। ਹਾਂਜੀ, ਬਾਕੀ ਮੈਂ ਇੱਕ ਪੁੱਛਣਾ ਇਲਾਜ, ਲੱਤ ਦੇ ਵਿੱਚ ਦਰਦ ਹੁੰਦਾ ਆ, ਲੱਤ 'ਚ ਦਰਦ ਹੋ ਕੇ ਕਦੇ ਗਿੱਟੇ 'ਚ ਹੁੰਦਾ, ਕਦੇ ਪੱਟ 'ਚ ਹੁੰਦਾ, ਤਾਂ ਸਵੇਰ ਨੂੰ ਤਾਂ ਬਿਲਕੁਲ ਲੱਕ ਸਿੱਧਾ ਨਹੀਂ ਹੁੰਦਾ। ਠੀਕ ਆ। ਹਾਂਜੀ, ਐਨ ਮੂਧੇ ਤੁਰ ਕੇ ਫਿਰ ਹੌਲੀ ਹੌਲੀ ਘੁੰਮ ਕੇ ਕੰਧਾਂ ਫੜ ਕੇ ਤੁਰਦੇ ਆ ਤੁਸੀਂ? ਹਾਂਜੀ, ਬੜੀ ਮੁਸ਼ਕਿਲ ਆ, ਪ੍ਰੋਬਲਮ ਆ ਘਰ ਦੇ ਵਿੱਚ, ਤੇ ਉਹਨਾਂ ਲਈ ਸਾਨੂੰ ਇਲਾਜ ਚਾਹੀਦਾ। ਕਿਸੇ ਭੈਣ ਭਾਈ ਨੂੰ ਕਿਸੇ ਚੀਜ਼ ਤੋਂ ਆਰਾਮ ਆਇਆ ਤਾਂ ਦੱਸੋ। ਪਰ ਔਹੜ ਪੌਹੜ ਬੜਾ ਕਰੀ ਜਾਂਦੇ, ਪਰ ਹਜੇ ਫਰਕ ਨਹੀਂ ਪੈਂਦਾ ਹੈਗਾ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਦੱਸਿਓ ਕੋਈ ਨਾ ਕੋਈ। ਥੈਂਕ ਯੂ ਜੀ, ਥੈਂਕ ਯੂ। ਹਾਂ, ਮੈਂ ਤਾਂ ਤੁਹਾਨੂੰ ਅੱਗੇ ਵੀ ਕਿਹਾ ਵੀ ਇੱਕ ਮਸਾਜਰ ਲੈ ਲਓ। ਇਹ ਜਿਹੜੀ ਤੁਸੀਂ ਪੇਨ ਕਹਿੰਦੇ ਆ ਨਾ, ਇਹ ਕਈਆਂ ਦੀ ਹੋ ਹਟੀ ਆ, ਤੇ ਉਹ ਮਸਾਜਰ ਦੇ ਨਾਲ ਹੀ ਆ। ਤੁਸੀਂ ਉੱਥੇ ਉਸੇ ਜਗ੍ਹਾ ਤੇ ਨਹੀਂ ਕਰਨਾ ਸਾਰੀ ਬੋਡੀ ਤੇ। ਸੁਰਿੰਦਰਪਾਲ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ ਭੈਣ ਜੀ, ਬਹੁਤ ਵਧੀਆ ਪ੍ਰੋਗਰਾਮ ਆ। ਥੈਂਕ ਯੂ। ਹਾਂਜੀ ਭੈਣ ਜੀ, ਅਸੀਂ ਇਹ ਪੁੱਛਣਾ, ਜਿਹੜੇ ਜੌਂ ਹੁੰਦੇ ਆ 2 ਤਰ੍ਹਾਂ ਦੇ ਹੁੰਦੇ ਆ, ਇਹ ਜਿਹੜੇ ਬਾਥਰੂਮ ਦੀ ਪ੍ਰੋਬਲਮ ਤੋਂ ਆਪਾਂ ਭਿਉਂ ਕੇ ਪੀਨੇ, ਉਹ ਕਿਹੜੇ ਜੌਂ ਆ? ਇੱਕ ਤਾਂ ਤੁਹਾਨੂੰ ਕਣਕ ਦੇ ਦਾਣਿਆਂ ਵਰਗੇ ਦਿਸਦੇ ਹੋਣੇ, ਮੋਟੇ ਮੋਟੇ। ਹਾਂਜੀ, ਜਿਹੜੇ ਆਪਣੇ ਖੇਤਾਂ 'ਚ ਬੀਜੇ ਹੁੰਦੇ। ਇੱਕ ਤੁਹਾਨੂੰ ਦਿਸਦੇ ਹੋਣੇ ਆ ਵੀ ਉਹਨਾਂ ਦੇ ਉੱਤੇ ਛਿੱਲੜ ਵੀ ਹੈਗਾ ਆ। ਹਾਂਜੀ ਜੌਂ ਹੀ ਆ ਸਾਰੇ। ਅੱਛਾ, ਕੋਈ ਵੀ ਪੀ ਸਕਦਾ? ਹਾਂਜੀ, ਕੋਈ ਨਹੀਂ, ਜੌਂ ਹੀ ਆ ਸਾਰੇ। ਉਹ ਕੱਢਿਓ ਆ, ਕੱਢਣ ਵਾਲੇ ਆ, ਕਿਸਮਾਂ ਆ। ਠੀਕ ਆ ਜੀ, ਠੀਕ ਹੈ। ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਅੱਗੇ ਬਲਵੀਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹੈਲੋ। ਹਾਂਜੀ ਭੈਣ ਜੀ, ਸਾਡੇ ਇੰਡੀਆ 'ਚ ਆ ਰਿਸ਼ਤੇਦਾਰੀ ਦੇ ਵਿੱਚ ਭੈਣ ਜੀ, ਮੇਰੀ ਭਾਣਜੀ ਨੂੰ ਲੱਗਦੀ ਆ। ਹਾਂਜੀ। ਤੇ ਉਹਦਾ ਸਾਲ ਕੀ ਵਿਆਹ ਨੂੰ ਹਜੇ ਹੋਇਆ, ਤੇ ਭੈਣ ਜੀ ਫਿਰ ਉਹਦੇ ਬੱਚਾ ਹੋਣ ਵਾਲਾ ਹੋਇਆ ਸੀ, ਤੇ ਉਹਦੇ ਬ੍ਰੇਨ ਟਿਊਮਰ ਨਿਕਲਿਆ ਭੈਣ ਜੀ। ਉਹ ਡਿੱਗ ਪੈਂਦੀ ਸੀ, ਕਿੰਨਾ ਚਿਰ ਬੇਹੋਸ਼ ਰਹਿੰਦੀ ਸੀ ਨਾ। ਹਾਂਜੀ। ਤੇ ਹਾਂਜੀ, ਡਾਕਟਰਾਂ ਨੇ ਚੈੱਕ ਕੀਤਾ ਤੇ ਕਹਿੰਦੇ ਬ੍ਰੇਨ ਟਿਊਮਰ ਆ ਨਾ। ਤੇ ਫਿਰ ਕਹਿੰਦੇ ਸਰਜਰੀ ਕਰਾਉਣੀ ਪੈਣੀ ਆ, ਵੀ ਜ਼ਿਆਦਾ ਡੇਂਜਰਸ ਆ। ਫਿਰ ਕਹਿੰਦੇ ਚਲੋ ਪਹਿਲਾਂ ਬੱਚਾ ਹੋ ਜਾਊਗਾ, ਬਾਅਦ 'ਚ ਅਸੀਂ ਸਰਜਰੀ ਕਰ ਦੇਵਾਂਗੇ ਨਾ। ਤੇ ਹੁਣ ਉਹ ਗੁੱਡੀ ਹੋਈ ਆ 7 ਮਹੀਨਿਆਂ ਦੀ, ਜਿੱਦਾਂ ਸੀ ਸੈਕਸ਼ਨ ਨਾਲ ਉਹਨੇ ਗੁੱਡੀ ਹਨਾ ਹੋ ਗਈ ਆ। ਤੇ ਹੁਣ ਡਾਕਟਰ ਕਹਿੰਦੇ ਵੀ ਜ਼ਿਆਦਾ ਵੱਧ ਗਿਆ ਇਹ, ਜਲਦੀ ਕਰੋ, ਜਲਦੀ ਉਹਦਾ ਤਾਂ। ਹਾਂ, ਕਹਿੰਦੇ ਹੁਣ ਜ਼ਿਆਦਾ ਵੀ ਕੰਮ ਖਰਾਬ ਆ, ਵੀ ਹੁਣ ਸਰਜਰੀ ਕਰਨੀ ਪੈਣੀ। ਭੈਣ ਜੀ ਕੋਈ ਜੇ ਇਲਾਜ ਹੋਵੇ ਦੇਸੀ ਦਾ ਹਨਾ। ਹਾਂ, ਹੁਣ ਤੁਸੀਂ ਵੈਸੇ ਨਾ ਲੇਟ ਹੋ ਗਏ, ਦੇਸੀ ਨਾੜੀ ਕਿਉਂ ਉਹ ਕਰ ਲਓ, ਪਰ ਫਿਰ ਵੀ ਆਪਾਂ ਵੇਟ ਕਰੋ, ਆਪਾਂ ਦੇਖਦੇ ਹਾਂ ਜੇ ਕੋਈ ਦੱਸ ਦਊਗਾ ਤੇ। ਹੁਣ ਵੀ ਉਹ ਜ਼ਿਆਦਾ ਜਿੱਦਾਂ ਬੇਹੋਸ਼ ਹੀ ਹੋ ਜਾਂਦੀ ਆ, ਫਿਰ ਬਹੁਤ ਚਿਰ ਬਾਅਦ। ਉਹ ਵੱਡਾ ਹੋ ਗਿਆ, ਉਹਨੂੰ ਜਲਦੀ ਕਰੋ। ਹਾਂਜੀ, ਉਹ ਕਹਿੰਦੇ ਤੁਸੀਂ ਪਹਿਲਾਂ ਕਰਾਉਣਾ ਸੀ, ਇੱਦਾਂ ਕਹੀ ਜਾਂਦੇ ਹੁਣ ਡਾਕਟਰ। ਹਾਂਜੀ, ਕੋਈ ਭੈਣ ਭਰਾ ਭੈਣ ਜੀ ਦੱਸੇ ਕੋਈ। ਜ਼ਰੂਰ ਜੀ, ਜ਼ਰੂਰ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਕਈ ਚੀਜ਼ਾਂ ਹੁੰਦੀਆਂ ਆ ਉਹਨਾਂ ਦੀ, ਜਿਹਨਾਂ ਦੀ ਸਰਜਰੀ ਹੋਣੀ ਆ ਨਾ, ਕਈ ਹੁੰਦੀਆਂ ਐਵੇਂ ਤੁਹਾਨੂੰ ਦੱਸ ਦਿੱਤਾ ਜਾਂਦਾ ਤੁਹਾਡਾ ਨੱਕ ਟੇਢਾ, ਤੁਹਾਡੀ ਨੱਕ ਦੀ ਹੱਡੀ ਬਲਾ ਇਹਨਾਂ ਬਿਨਾਂ ਤਾਂ ਬਚਿਆ ਜਾ ਸਕਦਾ। ਪਰ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਹੁਣ ਦੱਸ ਕੇ ਹਟੇ ਆ ਤੁਸੀਂ, ਉਹਨਾਂ ਦਾ ਕਰਾ ਲੈਣਾ ਚਾਹੀਦਾ। ਲੱਕੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜਿੱਦਾਂ ਕੁਛ ਚਿਰ ਪਹਿਲਾਂ ਕਿਸੇ ਮਾਤਾ ਜੀ ਨੇ ਦੱਸਿਆ ਸੀ ਕਿ ਉਹਦਾ ਮਣਕਿਆਂ 'ਚ ਗੈਪ ਉਹਨਾਂ ਦੇ ਸੀਗਾ, ਤੇ ਉਹਨਾਂ ਨੇ 10 ਦਿਨ ਕੋਈ ਦਵਾਈ ਦੇਸੀ ਖਾਧੀ ਸੀ। ਉਹ ਜਿਹੜੇ ਨਾਂ ਦੱਸੇ ਸੀ ਉਹ ਮੈਨੂੰ ਚੇਤਾ ਨਹੀਂਗਾ। ਦਵਾਈ ਤਾਂ ਮੈਂ ਮੰਗਾ ਲਈ ਆ ਜੀ, ਉਹ ਉਦੋਂ ਦੀ ਮੰਗਵਾਈ ਆ ਇੰਡੀਆ ਤੋਂ ਨਾ, 3 ਚੀਜ਼ਾਂ। ਉਹ ਖਾਣੀਆਂ ਕਿੱਦਾਂ ਆ ਭੈਣ ਜੀ? ਉਹਨਾਂ ਨੇ ਸਵੇਰੇ ਕੋਈ ਨੇਨੇ ਕਾਲਜ ਜਾਂ ਇੱਕ ਪੁੜੀ ਜਾਂ ਕੀ ਉਹ ਖਾਣਾ ਇੱਕ, ਉਹ ਮੈਨੂੰ ਮਾਤਰਾ ਭੁੱਲ ਗਈ ਆ। ਹਾਂ, ਇਹ ਆ ਵੀ ਮੰਗਾਇਆ ਸਮਾਨ ਮੇਰੇ ਕੋਲ ਮੰਗਾਇਆ ਪਿਆ ਇੰਡੀਆ ਤੋਂ। ਸਿਆਲ ਢੀਕਦਾ ਸੀ, ਕਿਉਂਕਿ ਭੈਣ ਜੀ ਮਾਤਾ ਕਹਿੰਦੇ ਸੀਗੇ ਨਾ ਸਿਆਲ ਨੂੰ ਹੀ ਖਾ ਸਕਦੇ ਆ, ਗਰਮ ਹੋਣਾ ਬਹੁਤ ਹੁੰਦੀ ਆ। ਹਾਂਜੀ, ਬਹੁਤ ਗਰਮ ਮਾਤਾ ਜੀ ਕਹਿੰਦੇ ਸੀਗੇ। ਜੇ ਉਹ ਮਾਤਾ ਜੀ ਸੁਣਦੇ ਹੋਣ ਤੇ ਕਿਤੇ ਦੁਬਾਰਾ ਦੱਸ ਦੇਣ ਵੀ ਕਿੰਨੀ ਕੁ ਮਾਤਰਾ 'ਚ ਖਾਣੀ ਆ ਤੇ ਕਿੰਨੀ ਵਾਰੀ ਖਾਣੀ ਆ। ਫਿਰ ਚਲੋ ਉਹ ਉਦਾਂ ਦਾ ਕਰ ਲੈਂਦਾ, ਸਮਾਨ ਹੈਗਾ ਮੇਰੇ ਕੋਲ ਸਾਰਾ। ਠੀਕ ਹੈ ਜੀ। ਹਾਂਜੀ ਭੈਣ ਜੀ। ਤੇ ਇੱਕ ਜੀ ਭੈਣ ਜੀ, ਜਿੱਦਾਂ ਮੇਰੇ ਮਾਸੀ ਦਾ ਮੁੰਡਾ ਇੱਥੇ ਹੀ ਰਹਿੰਦਾ ਆ, ਉਹਦੇ ਨਾ ਭੈਣ ਜੀ ਉਹਨੂੰ ਸ਼ੂਗਰ ਦੂਜੀ ਆ, ਜਿਹੜੀ ਉਹ ਹੱਡੀਆਂ ਵਾਲੀ ਹੁੰਦੀ ਆ, ਰਾਈਟ। ਤੇ ਉਹ ਭੈਣ ਜੀ ਉਹਦੇ ਹੋਰ ਕੋਈ ਚੱਕਰ ਨਹੀਂ। ਜਿੱਦਾਂ ਸ਼ਾਮ ਪੈਂਦੀ ਆ, ਜਿੱਦਾਂ ਹਨੇਰਾ ਆ, ਉਹਦੇ ਲੱਤਾਂ 'ਚ ਇੰਨੀ ਕੁ ਦਰਦ ਗੋਡਿਆਂ ਤੋਂ ਥੱਲੇ ਪੈਂਦੀ ਆ ਨਾ,
ਉਹ ਪਹਿਲੀਆਂ 7 ਲੈਵਲ ਤੇ ਕੰਮ ਕਰਦਾ ਹੁੰਦਾ ਮੇਰੇ ਬਦਲ ਨਾਲ, ਤੇ ਖੜੇ ਖੜੇ ਰਹਿਣਾ ਵੀ ਚਲੋ ਬੰਦਾ ਕਹਿੰਦਾ ਹੁੰਦੀ ਹੋਊਗੀ, ਪਰ ਜਿੱਦਾਂ ਦਿਨੇ ਸਹੀ ਰਹਿਣਾ, ਰਾਤ ਨੂੰ ਇੰਨੀ ਕੁ ਦਰਦ ਪੈਂਦੀ ਆ ਭੈਣ ਜੀ, ਉਹ ਜਿੱਦਾਂ ਰੋਂਦਾ, ਕਹਿੰਦਾ ਜੋ ਕੁੱਕੀਆਂ ਇੱਥੇ ਹੁੰਦੀਆਂ ਇੰਡੀਅਨ ਸਟੋਰ ਤੇ, ਕਹਿੰਦਾ ਜੇ ਮੈਂ ਉਹ 2 ਖਾ ਲਵਾਂ ਤਾਂ ਪਤਾ ਨਹੀਂ ਮਤਲਬ ਉਹ ਕੀ ਸਿਸਟਮ ਆ ਉਹਦੇ ਨਾਲ। ਹਾਂ ਇੰਨਾ ਕੁ ਆਈਡੀਆ ਹੈ ਕਿ ਬਲੱਡ ਸਰਕੂਲੇਸ਼ਨ ਸ਼ਾਇਦ ਉਹਦੇ ਘੱਟ ਲੱਗਦੀ ਹੋਵੇ, ਪਰ ਜਿਹੜੀਆਂ ਇੰਨੀਆਂ ਲੱਤਾਂ ਪੀੜ ਕਰਨੀਆਂ, ਜਿਹੜੀ ਰੋਣਾ ਬੰਦੇ ਨੇ ਰਾਤ ਨੂੰ, ਉਹ ਬਹੁਤ ਵੱਡਾ ਚੱਕਰ ਹੈ ਜੀ। ਕੋਈ ਦੱਸ ਸਕਦਾ ਤਾਂ ਦੱਸੇ, ਜ਼ਰੂਰ ਪੁੱਛ ਲੈਣੇ ਆਪਾਂ। ਹਾਂਜੀ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ। ਸੁਮਨਜੀਤ ਹੈਲੋ, ਸਤਿ ਸ਼੍ਰੀ ਅਕਾਲ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਇੰਡੀਆ ਨਾ, ਮੇਰੀ ਸਿਸਟਰ ਆ, ਉਹ ਕਹਿੰਦੇ ਕਿ ਉਹਨਾਂ ਦੇ ਦੰਦਾਂ ਦੇ ਮਸੂੜਿਆਂ ਤੇ ਨਾ ਜ਼ਖਮ ਹੋ ਗਏ ਆ। ਠੀਕ ਆ। ਹਾਂਜੀ, ਤੇ ਇੱਕ ਉਹਨਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਆ। 2-3 ਦਿਨਾਂ ਤੋਂ ਉਹਨੂੰ ਕਹਿੰਦੇ ਚੱਕਰ ਬਹੁਤ ਜ਼ਿਆਦਾ ਆ ਰਹੇ, ਜੇ ਲੰਮੇ ਪੈਂਦੇ ਏਦਾਂ ਲੱਗਦਾ ਕਿ ਬੈੱਡ ਹੀ ਘੁੰਮੀ ਜਾਂਦਾ। ਹਾਂਜੀ ਠੀਕ ਆ। ਤੇ ਦੂਸਰੀ ਮੇਰੀ ਇੱਕ ਪ੍ਰੋਬਲਮ ਆ ਮੈਂ ਜਿਹੜਾ ਵੈਕਸੀਨ ਬੂਸਟਰ ਲਵਾਇਆ, ਉਹਨਾਂ ਨਾਲ ਮੇਰੀ ਲੱਤ 'ਚ ਦਰਦ ਹੋਣ ਲੱਗ ਗਈ। ਲੱਤ 'ਚ ਹੁੰਦੀ ਏਦਾਂ ਗੋਡੇ ਦੇ ਕੋਲ ਆ, ਜਿੱਥੇ ਇੱਕ ਮਾਸ ਜਿਹਾ ਆ, ਮਤਲਬ ਬੋਨ ਦੇ ਵਿੱਚ ਨਹੀਂ ਹੁੰਦੀ। ਭਾਈ ਜਿਹੜੇ ਜ਼ਿਆਦਾ ਹੀ ਸਪੋਰਟ 'ਚ, ਇੰਨੀ ਸਪੋਰਟ 'ਚ ਆ, ਉਹ ਗੁੱਸਾ ਕਰਦੇ ਆ ਜੇ ਤੁਸੀਂ ਇੱਦਾਂ ਕਹਿ ਦਿੰਦੇ ਆ, ਪਰ ਹੈਗੇ ਆ ਸਾਈਡ ਇਫੈਕਟ। ਕੋਈ ਨਹੀਂ, ਪੁੱਛਦੇ ਆਪਾਂ ਜੇ ਕਿਸੇ ਨੂੰ ਪਤਾ ਲੱਗੇ ਤਾਂ ਕਿਸੇ ਨੂੰ। ਪਲੀਜ਼ ਮੈਨੂੰ ਦੱਸੋ। ਮੈਂ ਬਹੁਤ ਪੇਨ ਕਿਲਰ ਵੀ ਲੈ ਲਿਆ, ਤਾਂ ਮੈਡੀਸਨ ਵੀ ਜਿਹੜੀ ਪੇਨ ਕਿਲਰ ਹੁੰਦੀ ਉਹ ਲਾਈ ਜਾਂਦੀ ਆ ਰੋਜ਼ ਰਾਤ ਨੂੰ, ਪਰ ਨਹੀਂ ਆਰਾਮ ਆਉਂਦਾ। ਨਹੀਂ ਆਉਂਦਾ। ਹਾਂਜੀ ਠੀਕ ਹੈ ਜੀ। ਹਾਂਜੀ ਹਾਂਜੀ, ਪਲੀਜ਼ ਦੱਸਿਓ। ਥੈਂਕ ਯੂ ਸੋ ਮਚ ਜੀ। ਥੈਂਕ ਯੂ ਜੀ। ਤੇ ਜੇ ਕਿਸੇ ਨੂੰ ਭਾਈ ਬੂਸਟਰਾਂ ਤੋਂ ਬਾਅਦ, ਇੰਜੈਕਸ਼ਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਕੰਪਲੀਕੇਸ਼ਨ ਹੋ ਰਹੀਆਂ ਆ, ਪਰ ਜੇ ਕਿਸੇ ਦੇ ਕੋਲ ਕੋਈ ਹੈ, ਠੀਕ ਹੈ, ਕਈ ਵਾਰੀ ਟਾਈਮ ਲੱਗਦਾ, ਟਾਈਮ ਦੇ ਨਾਲ ਚੀਜ਼ਾਂ ਠੀਕ ਹੋ ਜਾਂਦੀਆਂ ਆ, ਪਰ ਕਈਆਂ ਨੂੰ ਉਹ ਹੋ ਹੀ ਰਹੀਆਂ ਆ ਤੇ ਉਹਨਾਂ ਨੂੰ ਸਹਿਣ ਕਰਨਾ ਮੁਸ਼ਕਿਲ ਹੈ। ਦੱਸ ਦਿਓ ਜੇ ਕਿਸੇ ਕੋਲ ਇਲਾਜ ਹੈਗਾ ਤੇ। ਅੱਗੇ ਰਾਣੀ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਇੱਕ ਫੀਡਬੈਕ ਦੇਣੀ ਹੈਗੀ ਹੈ। ਹਾਂਜੀ। ਤੇ ਮੈਨੂੰ ਨਾ ਕੱਲ ਪਰਸੋਂ ਕਿਸੇ ਦਾ ਫੋਨ ਆਇਆ ਹਸਪੀਟਲ ਤੋਂ, ਤੇ ਮੈਂ ਨਾ ਉਹਨਾਂ ਨੂੰ ਜਾਣਦੀ ਨਹੀਂ ਸੀਗੀ, ਮੈਨੂੰ ਨਹੀਂ ਪਤਾ ਕੌਣ ਸੀ ਕੌਣ ਨਹੀਂ ਸੀਗੇ। ਤੇ ਉਹਨਾਂ ਨੇ ਮੇਰੀ ਫਰੈਂਡ ਤੋਂ ਕਿਸੇ ਤੋਂ ਨੰਬਰ ਲੈ ਲਿਆ, ਤੇ ਉਹ ਜਿਹੜੀ ਮੇਰੀ ਫਰੈਂਡ ਸੀਗੀ ਤਾਂ ਉਹ ਸੀਗੀ ਕੇਰਲਾ ਦੀ, ਹੈ ਨਾ, ਤੇ ਜਿਹੜੀ ਉਹਦੀ ਅੱਗੇ ਫਰੈਂਡ ਸੀਗੀ ਉਹ ਸੀਗੀ ਦਿੱਲੀ ਦੀ। ਹਾਂਜੀ। ਤੇ ਉਹਨੂੰ ਵਿਚਾਰੀ ਨੂੰ ਬਹੁਤ ਮਤਲਬ ਤਕਲੀਫ ਸੀਗੀ, ਬਹੁਤ ਜ਼ਿਆਦਾ। ਸਰਜਰੀ ਹੋਈ ਤੇ ਉਹਨੇ ਕਿਹਾ ਕਿ ਮੈਨੂੰ ਨਾ ਕੋਈ ਜਣਾ ਮੈਨੂੰ ਖਿਚੜੀ ਬਣਾ ਕੇ ਦੇਵੇ ਪੰਜਾਬੀ। ਅੱਛਾ। ਤੇ ਨਾਲੇ ਮੈਨੂੰ ਆਲੂ ਬਣਾ ਕੇ ਦੇਵੇ ਜੀਰੇ ਵਾਲੇ। ਅੱਛਾ। ਕਿ ਹਸਪੀਟਲ ਦੀ ਮੈਨੂੰ ਚੀਜ਼ ਕੋਈ ਵੀ ਚੰਗੀ ਨਹੀਂ ਲੱਗਦੀ, ਜਿਹੜੀ ਮੈਂ ਖਾਂਦੀ ਹਾਂ ਮੈਨੂੰ ਟੱਟੀਆਂ ਉਲਟੀਆਂ ਲੱਗਦੀਆਂ ਤੇ ਮੇਰਾ ਬਹੁਤ ਬੁਰਾ ਹਾਲ ਹੈਗਾ। ਤੇ ਉਹਨੇ ਪਤਾ ਨਹੀਂ ਵਿਚਾਰੀ ਨੇ ਮੈਨੂੰ ਕਿੱਥੋਂ ਨੰਬਰ ਲਿਆ, ਉਹਨੇ ਮੈਨੂੰ ਮੈਸੇਜ ਕੀਤਾ ਤਾਂ ਮੈਂ ਜਦੋਂ ਮੈਸੇਜ ਪੜ੍ਹਿਆ ਤੇ ਫਿਰ ਮੈਂ ਉਹਨੂੰ ਕਿਹਾ ਕਿ ਤੁਸੀਂ ਕੌਣ ਹੈਗੇ, ਮੈਂ ਨਹੀਂ ਤੁਹਾਨੂੰ ਜਾਣਦੀ ਹੈਗੀ, ਵੀ ਤੁਸੀਂ ਮੇਰਾ ਨੰਬਰ ਕਿੱਥੇ ਲਿਆ ਨਾ, ਵੀ ਤੁਸੀਂ ਮੈਂ ਤੁਹਾਨੂੰ ਦੇ ਦੂੰਗੀ ਖਿਚੜੀ ਬਣਾ ਕੇ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਤੁਸੀਂ ਮੈਨੂੰ ਕਿੱਦਾਂ ਜਾਣਦੇ ਨਾ। ਤੇ ਫਿਰ ਉਹਨੇ ਦੱਸਿਆ ਵੀ ਇੱਦਾਂ ਦਾ ਕਰਕੇ ਮੈਂ ਹਸਪੀਟਲ ਦੇ ਵਿੱਚ ਹੈ। ਮੈਂ ਕਿਹਾ ਤੂੰ ਕਿਹੜੇ ਹਸਪੀਟਲ ਦੇ ਵਿੱਚ ਹੈਗੀ ਹੈ, ਤੂੰ ਕਿਹੜੇ ਸ਼ਹਿਰ ਵਿੱਚ ਰਹਿੰਦੀ ਹੈ, ਤੇਰਾ ਨਾਂ ਕੀ ਹੈ? ਫਿਰ ਮੈਨੂੰ ਤਾਂ ਪਤਾ ਨਹੀਂ ਹੈਗਾ। ਤੇ ਫਿਰ ਉਹਨੇ ਸਾਰਾ ਕਹਿੰਦੀ ਮੇਰੇ ਤੋਂ ਬੋਲ ਨਹੀਂ ਹੁੰਦਾ ਹੈਗਾ, ਵੀ ਇੰਨੀ ਮੈਨੂੰ ਲੂਜ਼ ਮੋਸ਼ਨ ਹੁੰਦੇ, ਇੰਨਾ ਹੀ ਮੈਨੂੰ ਉਹਨਾਂ ਨੇ ਐਂਟੀਬਾਇਓਟਿਕ ਦੇ ਦਿੱਤੇ ਕਿ ਮੇਰੇ ਤੋਂ ਆਵਾਜ਼ ਵੀ ਨਹੀਂ ਨਿਕਲਦੀ। ਉਹਨੇ ਮੈਸੇਜ ਲਿਖ ਕੇ ਮੈਨੂੰ ਕਾਫੀ ਚੀਜ਼ਾਂ ਭੇਜੀਆਂ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਚੱਲ ਠੀਕ ਹੈ, ਮੈਂ ਨਹੀਂ ਤੈਨੂੰ ਜਾਣਦੀ, ਚਲੋ ਥੈਂਕ ਯੂ ਜਿਹਨੇ ਦੱਸਿਆ ਮੇਰਾ ਨਾ ਵੀ ਮੈਂ ਤੈਨੂੰ ਬਣਾ ਕੇ ਦੇ ਸਕਦੀ ਹਾਂ। ਤੇ ਫਿਰ ਮੈਂ ਉਹਨੂੰ ਸਵੇਰੇ 6 ਵਜੇ ਉੱਠੀ ਤਾਂ ਮੈਂ ਉਹਨੂੰ ਖਿਚੜੀ ਬਣਾਈ ਤੇ ਫਿਰ ਮੈਂ ਉਹਨੂੰ ਜੀਰੇ ਵਾਲੇ ਆਲੂ ਬਣਾ ਕੇ ਦਿੱਤੇ। ਤੇ ਫਿਰ ਉਹਨੂੰ ਮੈਂ ਕਿਹਾ ਜੇ ਤੂੰ ਮਾਈਂਡ ਨਹੀਂ ਕਰਦੀ, ਮੈਂ ਤੈਨੂੰ ਨਾ ਨਿੰਬੂ ਦਾ ਪਾਣੀ ਤੇ ਅਦਰਕ ਦਾ ਪਾਣੀ ਤੇ ਮੈਂ ਤੈਨੂੰ ਵਿੱਚ ਚੀਨੀ ਪਾ ਕੇ ਤੇ ਵਿੱਚ ਨਮਕ ਪਾ ਕੇ ਤੈਨੂੰ ਘੋਲ ਜਿਹਾ ਬਣਾ ਕੇ ਭੇਜਾਂ, ਵੀ ਤੈਨੂੰ ਟੱਟੀਆਂ ਉਲਟੀਆਂ ਨਹੀਂ ਹਟਦੀਆਂ ਨਾ। ਤੇ ਹਸਪੀਟਲ ਵਾਲਿਆਂ ਨੇ ਵੀ ਕਹਿ ਦਿੱਤਾ ਕਿ ਤੂੰ ਜੋ ਵੀ ਤੁਹਾਡਾ ਮਤਲਬ ਕਲਚਰ ਦੇ ਵਿੱਚ ਖਾਣਾ ਪੀਣਾ ਤੂੰ ਉਹ ਖਾ ਸਕਦੀ ਹੈ, ਵੀ ਸਾਡੀਆਂ ਦਵਾਈਆਂ ਨਾਲ ਤੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਤੁਸੀਂ ਯਕੀਨ ਨਹੀਂ ਕਰਨਾ ਭੈਣ ਜੀ, ਮੈਂ ਉਹਨੂੰ ਭੇਜਿਆ ਬਣਾ ਕੇ ਨਾ, ਮੈਂ ਉਹਨੂੰ ਕਿਹਾ ਵੀ ਇੱਕਦਮ ਨਾ ਖਾਈ, ਵੀ ਤੂੰ ਹਸਪੀਟਲ 'ਚ ਮੈਨੂੰ ਡਰ ਲੱਗਦਾ ਹੈ ਨਾ, ਵੀ ਤੂੰ ਤਿਵਕਾ ਉਹ ਪਾਣੀ ਨਾ ਪੀ ਚੱਲੀ ਤੂੰ। ਤੇ ਉਹਨੇ ਨਿੰਬੂ ਪਾਣੀ ਦਾ ਪੀਤਾ, ਵੀ ਤੁਸੀਂ ਯਕੀਨ ਨਹੀਂ ਕਰਨਾ, ਉਹ ਵਿਚਾਰੀ ਇੰਨਾ ਰੋ ਕੇ ਮੈਨੂੰ ਸੀਸਾਂ ਦੇਵੇ, ਇੰਨਾ ਕਵੇ ਵੀ ਤੁਸੀਂ ਇਹ ਤਾਂ ਜਾਦੂ ਹੀ ਕਰ ਦਿੱਤਾ ਮੇਰੇ ਉੱਤੇ। ਕਹਿੰਦੀ ਮੈਨੂੰ ਇੰਨਾ ਫਰਕ ਪਿਆ ਉਹਦੇ ਨਾਲ। ਕਹਿੰਦੀ ਮੈਨੂੰ ਕੁਛ ਪਚਦਾ ਹੀ ਨਹੀਂ ਸੀਗਾ। ਕਹਿੰਦੀ ਮੈਂ ਇੰਨਾ ਤੜਫਦੀ ਸੀ, ਕਿੰਨੇ ਦਿਨਾਂ ਤੋਂ ਮੈਨੂੰ ਲੂਜ਼ ਮੋਸ਼ਨ ਜੋ ਮੇਰੇ ਐਂਟੀਬਾਇਓਟਿਕ ਚੜਾਈ ਜਾਂਦੇ ਸੀਗੇ ਉਹ ਨਿਕਲੀ ਜਾਂਦੇ ਸੀਗੇ, ਬਾਥਰੂਮ ਜਾਈ ਜਾਂਦੀ ਸੀ ਤੇ ਮੇਰੀ ਬੱਸ ਹੋਈ ਜਾਂਦੀ ਸੀਗੀ। ਤੇ ਉਹਨੇ ਇੰਨੀ ਦਿਨ ਕਹਿੰਦੀ ਹੁਣ ਮੈਂ ਰੱਜ ਕੇ ਖਿਚੜੀ ਵੀ ਖਾਧੀ, ਮੈਂ ਜੀਰੇ ਵਾਲੇ ਆਲੂ ਵੀ ਰੱਜ ਕੇ ਖਾਧੇ। ਤਾਂ ਕਹਿੰਦੀ ਮੈਂ ਹੁਣ ਉਹ ਜਿਹੜਾ ਨਿੰਬੂ ਪਾਣੀ, ਕਹਿੰਦੀ ਪਲੀਜ਼ ਮੈਨੂੰ ਦੱਸਿਓ ਕਿੱਦਾਂ ਬਣਾਇਆ ਸੀਗਾ ਤੁਸੀਂ। ਤੇ ਕਹਿੰਦੀ ਮੈਨੂੰ ਇੰਨਾ ਫਾਇਦਾ ਹੋਇਆ। ਕਹਿੰਦੀ ਮੈਂ ਕਹਿੰਦੀ ਹਾਂ ਵੀ ਪਤਾ ਨਹੀਂ ਮੈਨੂੰ ਪ੍ਰਮਾਤਮਾ ਨੇ ਕਿੱਥੋਂ ਇਹ ਮਤਲਬ ਤੁਹਾਡਾ ਨੰਬਰ ਦੇ ਦਿੱਤਾ। ਤੁਸੀਂ ਸ਼ਿਕੰਜਵੀ ਬਣਾ ਕੇ ਭੇਜ ਦਿੱਤੇ?
ਨਹੀਂ ਸ਼ਿਕੰਜਵੀ ਨਹੀਂ ਬਣਾਈ, ਮੈਂ ਪਿਆਜ਼ ਦਾ ਪਾਣੀ ਕੱਢਿਆ। ਅੱਛਾ ਪਿਆਜ਼ ਦਾ ਕੱਢਿਆ ਸੀ। ਨਹੀਂ ਪਿਆਜ਼ ਦਾ ਪਾਣੀ ਕੱਢਿਆ, ਮੈਂ ਅਦਰਕ ਦਾ ਪਾਣੀ ਕੱਢਿਆ, ਨਿੰਬੂ ਦਾ ਪਾਣੀ ਕੱਢਿਆ। ਨਿੰਬੂ ਦਾ ਪਾਣੀ ਕੱਢਿਆ, ਦੂਸਰਾ ਪਲੇਨ ਪਾਣੀ ਬਿਲਕੁਲ ਨਹੀਂ ਪਾਇਆ ਮੈਂ। ਠੀਕ ਆ। ਉਹਦਾ ਪਾਣੀ ਕੱਢ ਕੇ ਉਹਦੇ ਵਿੱਚ ਮੈਂ ਇੰਨੀ ਸਾਰੀ ਚੀਨੀ ਪਾਈ, ਇੰਨਾ ਸਾਰਾ ਨਮਕ ਪਾਇਆ, ਉਹਦਾ ਘੋਲ ਜਿਹਾ ਬਣਾ ਕੇ ਮੈਂ ਸ਼ੀਸ਼ੀ ਭਰ ਕੇ ਭੇਜ ਦਿੱਤੀ। ਫਾਇਦਾ ਤੁਹਾਡਾ ਬਹੁਤ ਭਲੇ ਵਾਲਾ ਕੰਮ ਕੀਤਾ। ਹਾਂਜੀ ਨਹੀਂ ਪਰਮਾਤਮਾ ਤੁਹਾਡਾ ਭਲਾ, ਭਗਵਾਨ ਨਾਲੇ ਸਭ ਦਾ ਭਲਾ ਕਰ। ਮੈਂ ਇੱਥੋਂ ਹੀ ਸੁਣਿਆ ਸੀ, ਪਰ ਬਹੁਤ ਜਾਣਿਆਂ ਨੂੰ ਸਾਡੇ ਤਾਂ ਜਿੰਨੇ ਵੀ ਰਿਸ਼ਤੇਦਾਰਾਂ ਨੂੰ ਟੱਟੀਆਂ ਉਲਟੀਆਂ ਲੱਗਦੀਆਂ, ਮੈਂ ਤਾਂ ਇਹੀ ਚੀਜ਼ ਦਿੰਨੀ ਆ। ਉਹ ਦੇਖੋ ਹਸਪੀਟਲ 'ਚ ਬੈਠੀ ਡਾਕਟਰਾਂ ਨੇ ਵੀ ਮਨਾ ਕਰ ਦਿੱਤਾ ਕਿ ਜੋ ਤੂੰ ਆਪਣੇ ਕਲਚਰ ਵਿੱਚ ਖਾਣਾ ਚਾਹੁੰਦੀ ਹੈ ਤੂੰ ਖਾ ਲੈ, ਵੀ ਤੈਨੂੰ ਹੁਣ ਕਿਸੇ ਚੀਜ਼ ਨਾਲ ਵੀ ਫਰਕ ਨਹੀਂ ਪੈਂਦਾ ਹੈਗਾ। ਠੀਕ ਆ। ਤੇ ਉਹਨੂੰ ਵਿਚਾਰੀ ਨੂੰ ਇੰਨਾ ਆਰਾਮ ਮਿਲਿਆ, ਇੰਨਾ ਆਰਾਮ ਮਿਲਿਆ ਵਿਚਾਰੀ ਨੂੰ। ਉਹ ਹੁਣ ਮੈਂ ਕਹਿੰਦੀ ਇੰਨੀਆਂ ਸੀਸਾਂ ਦਿੰਦੀ ਆ ਨਾ, ਤੇ ਜਿਹਨੇ ਮਤਲਬ ਦੱਸਿਆ ਸੀਗਾ ਰੇਡੀਓ ਦੇ ਵਿੱਚ, ਮੈਂ ਤਾਂ ਉਹਨੂੰ ਵੀ ਕਹਿੰਦੀ ਵੀ ਪ੍ਰਮਾਤਮਾ ਉਹਦਾ ਵੀ ਭਲਾ ਕਰੇ, ਵੀ ਇਹ ਜਿਹੜੀ ਚੀਜ਼ ਹੈਗੀ ਬਹੁਤ ਹੀ ਮਤਲਬ ਵਧੀਆ ਚੀਜ਼ ਹੈਗੀ। ਦੇਖੋ ਮੇਰੀ ਬੇਟੀ ਨੂੰ ਵੀ ਏਦਾਂ ਹੀ ਹੋਇਆ ਸੀਗਾ, ਹਸਪੀਟਲ ਦੇ ਵਿੱਚ ਮੈਂ ਸ਼ੀਸ਼ੀ 'ਚ ਪਾ ਕੇ ਲੈ ਗਈ ਸੀਗੀ ਜੀ ਜੀ, ਤੇ ਉੱਥੇ ਉਹਨੂੰ ਫਿਰ ਆਰਾਮ ਆ ਗਿਆ ਸੀਗਾ। ਤੇ ਬਹੁਤ ਵਧੀਆ ਚੀਜ਼ ਜੇ ਕਿਸੇ ਨੂੰ ਭੈਣ ਭਰਾ ਨੂੰ ਹੋਵੇ ਤਾਂ ਇਹ ਚੀਜ਼ ਵਰਤ ਸਕਦੇ ਆ। ਹਾਂਜੀ ਤੇ ਕਿਸੇ ਦਾ ਚਲੋ ਭਲਾ ਹੋ ਜਾਂਦਾ ਕਿਸੇ ਦਾ। ਥੈਂਕ ਯੂ ਰਾਣੀ ਜੀ। ਹਾਂਜੀ ਓਕੇ ਥੈਂਕ ਯੂ ਜੀ। ਦੇਖੋ ਫੀਡਬੈਕ ਦਿੱਤੀ ਇਹਨਾਂ ਨੇ ਤੇ ਉਸ ਹਿਸਾਬ ਦੇ ਨਾਲ ਉਹ ਚੀਜ਼ਾਂ ਤੁਸੀਂ ਲੈਣੀਆਂ ਆ। ਇਹਦਾ ਸਾਈਡ ਇਫੈਕਟ ਕੋਈ ਨਹੀਂ ਹੁੰਦਾ, ਬਾਈ ਗਰਮੀ ਜ਼ਰੂਰ ਹੁੰਦੀ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਜੁੜੇ ਨੇ ਸਾਡੇ ਨਾਲ ਰਜਿੰਦਰ ਕੌਰ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਇੱਕ ਤੇ ਮੈਂ ਗਿਲਟੀਆਂ ਦਾ ਪੁੱਛਣਾ ਸੀਗਾ, ਮੈਂ ਪਹਿਲੇ ਵੀ ਪੁੱਛਿਆ ਸੀਗਾ ਪਰ ਮੈਂ ਰਿਕਾਰਡਡ ਸ਼ੋ ਵੀ ਦੇਖੇ ਸੀਗੇ ਪਰ ਮੈਨੂੰ ਮਿਲਿਆ ਨਹੀਂ ਹੈ ਨਾ। ਸਰੀਰ ਤੇ ਗਿਲਟੀਆਂ। ਹਾਂਜੀ ਬਹੁਤ ਸਾਰੀਆਂ ਗਿਲਟੀਆਂ ਨੇ। ਹਾਂਜੀ ਠੀਕ ਆ। ਤੇ ਦੂਸਰਾ ਮੈਂ ਪੁੱਛਣਾ ਸੀਗਾ ਕਿ ਖੱਬੇ ਪਾਸੇ ਦਰਦ ਬਹੁਤ ਹੁੰਦਾ ਸਿਰ ਤੋਂ ਲੈ ਕੇ ਪੈਰ ਤੱਕ, ਸਪੈਸ਼ਲੀ ਲੱਕ ਤੋਂ ਲੈ ਕੇ ਪੈਰ ਤੱਕ ਹੈ ਨਾ, ਲੱਕ ਬਹੁਤ ਜ਼ਿਆਦਾ, ਤੇ ਗੋਡਾ ਵੀ ਬਹੁਤ ਦੁਖਦਾ ਰਾਤ ਨੂੰ, ਤੇ ਬਿਲਕੁਲ ਹਿਲਦੀ ਨਹੀਂ ਲੱਕ, ਬਹੁਤ ਜ਼ਿਆਦਾ ਦੁਖਦਾ। ਤੇ ਉਹਦੇ ਵਾਸਤੇ ਅਗਰ ਕੋਈ ਇਲਾਜ ਦੱਸੇ ਤੇ ਬਸ ਇਹੀ ਪੁੱਛਣਾ ਸੀਗਾ। ਠੀਕ ਹੈ ਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਸਾਡੇ ਅਗਲੇ ਕਾਲਰ ਨੇ ਮਨਜੀਤ ਕੌਰ। ਹਾਂਜੀ ਭੈਣ ਜੀ, ਮੈਂ ਦੁਬਾਰਾ ਆਈ ਹਾਂ। ਮੈਂ ਦੱਸਣਾ ਸੀਗਾ ਜਿਹੜੇ ਬੱਚੇ ਦੇ ਕਹਿੰਦੇ ਸੀ ਟੌਂਸਰ ਆ, ਉਹਦੇ ਲਈ ਆਲਸੀ ਦਾ ਕੜਾਹ ਬੰਨਣਾ ਹੈ ਜਿੱਦਾਂ। ਠੀਕ ਆ। ਹਾਂਜੀ ਆਲਸੀ ਦਾ ਕੜਾਹ ਬਣਾ ਕੇ ਨਿੱਘਾ ਨਿੱਘਾ ਬੰਨ ਕੇ ਰੱਖਣ, ਉਹਨੂੰ ਨਿੱਘ ਦੇਣ ਤੋਂ ਜਿਹੜਾ ਟੌਂਸਰ ਨਾੜਾਂ ਫੁੱਲ ਜਾਂਦੀਆਂ, ਫਿਰ ਉਹਦੇ ਨਾਲ ਸੇਕ ਨਾਲ ਠੀਕ ਹੋ ਜਾਂਦਾ, ਨਾਲ ਫਿਰ ਨਰਮ ਹੋ ਕੇ ਤਾਂ ਦੁਖਣੋਂ ਹਟ ਜਾਂਦਾ ਆ। ਠੀਕ ਹੈ ਜੀ। ਹਾਂਜੀ ਬਾਕੀ ਜਿਹੜੇ ਦੰਦਾਂ ਲਈ ਕਿਸੇ ਨੂੰ ਪੁੱਛਿਆ ਸੀਗਾ ਵੀ ਬੁੱਟਾਂ ਤੇ ਜ਼ਖਮ ਹੋਏ ਵਾ, ਉਹ ਦੇਸੀ ਤੇਲ ਲੈ ਲੈਣ। ਦੰਦਾਂ ਵਾਲੇ ਤਾਂ ਫਾਟਕੜੀ ਹਲਦੀ ਕਾਲੀ ਮਿਰਚ ਪਾ ਕੇ ਦੰਦਾਂ ਤੇ 2-3 ਵਾਰੀ ਮਸਾਜ ਕਰਨ ਤਾਂ ਥੱਲੇ ਨੂੰ ਮੂੰਹ ਲਮਕਾ ਕੇ ਪਾਣੀ ਕੱਢਣ, ਉਹ ਲਾਲੀਆਂ ਨਿਕਲ ਜਾਊਗੀਆਂ, ਤਾਂ ਜਿਹੜਾ ਰੇਸ਼ਾ ਰੂਸ਼ਾ ਭਰਿਆ ਹੁੰਦਾ ਦੰਦਾਂ ਦਾ ਨਿਕਲ ਕੇ ਸਾਫ਼ ਹੋ ਜਾਣਾ ਆ, ਠੀਕ ਹੋ ਜਾਊਗੇ। ਕਰਕੇ ਦੇਖਣ ਪਾ ਦੰਦਾਂ ਦਾ। ਜੀ ਠੀਕ ਹੈ ਭੈਣ ਜੀ, ਇੰਨਾ ਕੁ ਦੱਸਣਾ ਸੀ। ਥੈਂਕ ਯੂ ਤੁਹਾਡਾ ਟਾਈਮ ਦੇਣ ਦਾ ਜੀ। ਥੈਂਕ ਯੂ। ਅੱਗੇ ਮਨਮੀਤ। ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੇਰਾ ਬੇਟਾ ਹੈ 2 ਸਾਲ ਦਾ, ਤੇ ਉਹਨੂੰ ਕੌਨਸਟੀਪੇਸ਼ਨ ਬਹੁਤ ਜ਼ਿਆਦਾ ਰਹਿੰਦੀ ਹੈ। ਜਿੱਦਾਂ ਮੈਂ ਡਾਕਟਰਸ ਨੂੰ ਵੀ ਪੁੱਛਿਆ ਪਰ ਉਹ ਕੁਛ ਦੱਸਦੇ ਨਹੀਂ ਹੈ। ਤੇ ਮੈਂ ਟਰਾਈ ਵੀ ਕੀਤੀਆਂ ਹੋਮ ਰੈਮੇਡੀਜ਼ ਬਟ ਕੋਈ ਇੰਨਾ ਫਰਕ ਨਹੀਂ ਪਿਆ। ਜਿੱਦਾਂ ਉਹ ਜਦੋਂ ਪੁਸ਼ ਕਰਦਾ ਬੜਾ ਰੋਂਦਾ ਹੈ, ਬਹੁਤ ਜ਼ਿਆਦਾ ਰੋਂਦਾ। ਠੀਕ ਹੈ। ਤੇ ਜੇ ਕਿਸੇ ਨੂੰ ਪਤਾ ਹੋਏ ਤਾਂ ਪਲੀਜ਼ ਲੈਟ ਅਸ ਨੋ। ਜ਼ਰੂਰ ਜੀ, ਜ਼ਰੂਰ ਆਪਾਂ ਪੁੱਛਦੇ ਹਾਂ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਸਾਧੂ ਸਿੰਘ ਜੀ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਭੈਣ ਜੀ, ਇੱਕ ਤਾਂ ਇੱਕ ਭੈਣ ਨੇ ਪੁੱਛਿਆ ਸੀ ਵੀ ਕਿਸੇ ਦੇ ਬ੍ਰੇਨ ਦੇ ਵਿੱਚ ਟਿਊਮਰ ਆ। ਹਾਂਜੀ ਉਹ ਇਦਾਂ ਦੇ ਦੇਸੀ ਦਵਾਈਆਂ ਵਿੱਚ ਹੁਣ ਕੰਮ ਬਣਨ ਵਾਲਾ ਨਹੀਂ ਲੱਗਦਾ, ਉਹ ਜ਼ਿਆਦਾ ਹੀ ਹੋ ਗਿਆ ਕੰਮ। ਹਾਂ ਚਾਹੀਦਾ ਇਹ ਹੈ ਵੀ ਜਿੰਨੀ ਛੇਤੀ ਹੋ ਸਕਦਾ ਸਰਜਰੀ ਕਰਾ ਲੈਣੀ ਚਾਹੀਦੀ ਆ। ਸਾਡੇ ਨਾਲ ਇੱਕ ਨੌਜਵਾਨ ਮੁੰਡਾ ਕੰਮ ਕਰਦਾ ਸੀਗਾ ਵਿਚਾਰਾ, ਤੇ ਉਹਦੇ ਬ੍ਰੇਨ ਟਿਊਮਰ ਸੀਗਾ ਤੇ ਉਹਨੇ ਕਢਾ ਵੀ ਦਿੱਤਾ, ਪਰ ਡਾਕਟਰਾਂ ਨੇ ਉਹਨੂੰ ਕਿਹਾ ਸੀ ਵੀ ਹਰ 3 ਮਹੀਨੇ ਬਾਅਦ ਚੈੱਕ ਕਰਾਈ ਜਾਣਾ। ਉਹ ਉਹ ਟਰੱਕ ਚਲਾਉਂਦਾ ਸੀ, ਉਹਨੇ ਥੋੜਾ ਇਲਾਜ ਕਰ ਲਿਆ, ਉਹਨੇ ਫਿਰ ਉਹ ਚੈੱਕ ਕਰਾਉਣ ਤੋਂ ਕੁਛ ਲੇਟ ਹੋ ਗਿਆ। ਹਾਂਜੀ ਕਈ ਜਗ੍ਹਾ ਤੇ ਇਦਾਂ ਦੀਆਂ ਤੇ ਚੀਜ਼ਾਂ ਹੁੰਦੀਆਂ ਵੀ ਉਹਨਾਂ ਨੂੰ ਚੈੱਕ ਕਰਾਉਂਦੇ ਹੀ ਰਹਿਣਾ ਚਾਹੀਦਾ, ਡਾਕਟਰ ਦੀ ਸਲਾਹ ਰਹਿੰਦੇ ਹੀ ਰਹਿਣਾ ਚਾਹੀਦਾ। ਠੀਕ ਹੈ ਸਾਧੂ ਸਿੰਘ, ਠੀਕ ਹੈ ਜੀ, ਠੀਕ ਹੈ। ਕਈ ਵਾਰੀ ਆਪਾਂ ਜਿਹੜੀਆਂ ਬੈਡ ਹੋਪਸ ਆ ਉਹ ਨਹੀਂ ਦੇਣੀਆਂ ਹੁੰਦੀਆਂ, ਚੰਗਾ ਹੀ ਸੋਚਣਾ ਚਾਹੀਦਾ ਬੰਦੇ ਨੂੰ। ਅਮਰਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਕਿੱਦਾਂ ਚੱਲ? ਠੀਕ ਹੈ ਜੀ ਭੈਣ ਜੀ, ਆਪਾਂ ਨੂੰ ਅੱਧੀਆਂ ਬਿਮਾਰੀਆਂ ਤਾਂ ਹੁੰਦੀਆਂ ਨਾ ਜਿਹੜੀਆਂ ਏਸੀ ਦੀ ਹਵਾ ਤੇ ਹੀਟਰ ਦੀ ਹਵਾ ਨਾ, ਆਪਾਂ ਨਾ ਸਰੀਰ ਨੂੰ ਬਹੁਤ ਗਰਮ ਸਰਦ ਕਰਦੇ ਹਾਂ, ਇਹਦਾ ਟੈਂਪਰੇਚਰ ਬਹੁਤ ਬਦਲਦੇ ਹਾਂ ਆਪਾਂ ਨਾ। ਬਾਹਰੋਂ ਗਰਮੀ 'ਚੋਂ ਆਪਾਂ ਏਸੀ ਫੁੱਲ ਲਾਉਂਦੇ ਹਾਂ ਨਾ, ਇਹ ਆਪਾਂ ਦਾ ਚੱਲ ਫਾਇਦਾ ਵੀ ਇਹ ਚੀਜ਼ਾਂ ਦਾ, ਪਰ ਨੁਕਸਾਨ ਵੀ ਆਪਣੇ ਸਰੀਰ ਨੂੰ ਕਰਦੀਆਂ। ਸਰੀਰ ਨੂੰ ਆਪਣੇ ਸਰੀਰ ਨੂੰ ਗਰਮੀ ਵੀ ਆਉਣੀ ਚਾਹੀਦੀ ਆ, ਇਹ ਵੀ ਬਹੁਤ ਜ਼ਰੂਰੀ ਆ।
ਮੇਰੀ ਓਪੀਨੀਅਨ ਹੈ ਆਈ ਥਿੰਕ ਨਾ ਜ਼ਿਆਦਾ ਬਿਮਾਰੀਆਂ ਦਾ ਆਪਾਂ ਏਸੀ ਦੇ ਹੀਟਰ ਨਾਲ ਹੁੰਦੀਆਂ ਨਾ, ਆਪਾਂ ਸਰੀਰ ਨੂੰ ਜਿੱਦਾਂ ਖੋਲਣ ਨਹੀਂ ਦਿੰਦੇ, ਗਰਮੀ ਨਹੀਂ ਹੋਣ ਦਿੰਦੇ। ਹਾਂ ਬਿਲਕੁਲ, ਬੋਡੀ ਆਪੋ ਆਪਣੀ ਆ। ਹਾਂਜੀ, ਜਦੋਂ ਆਪਾਂ ਗਿੱਜ ਗਏ ਆਪਾਂ ਸੀਰ ਵੀ ਖਿਚਾ ਲਿਆ ਇੱਥੇ ਵੀ ਜਦੋਂ ਥੋੜੀ ਜਿਹੀ ਗਰਮੀ ਲੱਗਣੀ ਆਪਾਂ ਏਸੀ ਚਲਾ ਦੀਦਾ ਨਾ, ਰਾਈਟ ਹੋਏ ਨਾ ਜੀ ਜੀ ਨਾ। ਦੂਜਾ ਆਪਣਾ ਜਿਹੜਾ ਬਾਡੀ ਟੈਂਪਰੇਚਰ ਆ ਉਹ 97 ਡਿਗਰੀ ਆ ਆਪਣਾ ਜਿਹੜਾ ਬਾਡੀ ਦਾ ਇਨਸਾਈਡ ਟੈਂਪਰੇਚਰ। ਸੋ ਲਾਈਕ 97 ਡਿਗਰੀ ਤੇ ਕਰਦੀ ਆਪਣਾ ਬਾਡੀ ਸਾਫ਼ ਰੱਖਦਾ, ਇੰਨਾ ਗਰਮੀ ਹੈ ਨਾ। ਪਰ ਹਾਂਜੀ, ਜੇ ਉਹ ਤੋਂ ਜ਼ਿਆਦਾ ਹੋ ਜਾਂਦੀ ਆ ਫਿਰ ਆਪਣੇ ਥੋੜੀ ਤਕਲੀਫ ਆਉਂਦੀ ਆ। ਹਾਂਜੀ ਹਾਂਜੀ, ਇਹ ਚੀਜ਼ਾਂ ਆਪਾਂ ਜ਼ਰੂਰ ਕਿਸੇ ਦਿਨ ਫੇਰ ਇਹਨਾਂ ਚੀਜ਼ਾਂ ਨੂੰ ਜ਼ਰੂਰ ਸੋਚਾਂਗੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਪ੍ਰੀਕਾਸ਼ਨ ਰੱਖਣੇ ਚਾਹੀਦੇ ਆ। ਥੈਂਕ ਯੂ ਜੀ, ਥੈਂਕ ਯੂ। ਆ ਤਾਂ ਹੁਣ ਜਿਹੜੀ ਕੋਈ ਛੋਟੀ ਮੋਟੀ ਚੀਜ਼ ਪਈ ਹੈ ਤੁਹਾਡੀ ਰਸੋਈ ਦੇ ਵਿੱਚ, ਉਹ ਲੈਂਦੇ ਰਹਿਣ ਨਾਲ ਕੀ ਫਰਕ ਪੈਂਦਾ, ਉਹਦੀ ਗੱਲ ਕਰਦੇ ਹਾਂ। ਪੌਲ ਚਾਲ ਜੀ। ਹਾਂਜੀ, ਇੱਕ ਵਾਰੀ ਫੇਰ ਪਾਲ ਚਾਲ ਵੱਲੋਂ ਪੰਜਾਬ ਰੇਡੀਓ USA ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਆਪਾਂ ਨੂੰ ਭੈਣ ਜੀ ਜਿਹੜੀ ਕਾਲ ਆਈ ਹੈਗੀ ਨਾ ਕਿ ਬੱਚੇ ਨੂੰ ਕਬਜੀ ਰਹਿੰਦੀ ਹੈ, ਉਹਦਾ ਤਾਂ ਭਾਈ ਥੋੜਾ ਜਿਹਾ ਸੌਖਾ ਹੀ ਤਰੀਕਾ ਹੈਗਾ ਕਿ ਟੈਮਰਿੰਡ ਜਿਹਨੂੰ ਆਪਾਂ ਕਹਿੰਦੇ ਹਾਂ, ਇਮਲੀ ਕਹਿੰਦੇ ਨੇ, ਉਹਦੇ ਤੁੱਕੇ ਮਿਲ ਜਾਂਦੇ ਨੇ, ਪੌਡਸ ਮਿਲ ਜਾਂਦੇ ਨੇ। ਉਹਨੂੰ ਇੱਕ ਤੁੱਕੇ ਨੂੰ ਬ੍ਰੇਕ ਕਰਕੇ ਪਾਣੀ 'ਚ ਰੱਖ ਦੇਣਾ ਓਵਰਨਾਈਟ, ਤੇ ਅਗਲੇ ਦਿਨ ਜਿਹੜਾ ਹੈਗਾ ਉਹਨੂੰ 4 ਵਾਰੀ ਜਿਹੜਾ ਹੈ ਪਿਲਾ ਦੇਣਾ ਹੈਗਾ। ਸਵੇਰੇ 8 ਵਜੇ, ਫਿਰ ਦੁਪਹਿਰ ਨੂੰ, ਫਿਰ 4 ਵਜੇ, ਫਿਰ ਸ਼ਾਮ ਨੂੰ 8 ਵਜੇ, ਤੇ ਉਹਦੇ ਨਾਲ ਬਿਲਕੁਲ ਨੋਰਮਲਾਈਜ਼ ਹੋ ਜਾਏਗਾ। ਅੱਛਾ, ਤੇ ਦੂਸਰੀ ਭੈਣ ਜਿਹਨੇ ਕਾਲ ਕੀਤਾ ਸੀ ਵੀ ਇੱਦਾਂ ਕਰਕੇ ਸਿਸਟ ਬਣਦੀਆਂ ਹੈਗੇ ਨੇ, ਗਿਲਟੀਆਂ ਬਣਦੀਆਂ ਹੈਗੇ ਨੇ, ਉਹ ਭਾਈ ਬੀਬਾ ਜਿਹੜਾ ਹੈ ਨਾ ਉਹ ਐਸਟ੍ਰੋਜਨ ਦੀ ਐਕਸੈਸ ਕਰਕੇ ਹੁੰਦਾ, ਇਹ ਹਾਰਮੋਨਲ ਇੰਬੈਲੈਂਸ ਹੁੰਦਾ ਹੈ। ਤੇ ਇਹਦੇ ਵਾਸਤੇ ਨਾ ਹਾਲੇ ਫਾਰ ਦਾ ਟਾਈਮ ਬਿੰਗ, ਮੈਂ ਨੈਕਸਟ ਵੀਕ ਫੇਰ ਇਹਨੂੰ ਕਵਰ ਕਰਾਂਗਾ। ਹਾਲੇ ਤੁਸੀਂ ਨਾ ਬਰਡਕ ਦੀ ਟੀ ਪੀਣੀ ਸ਼ੁਰੂ ਕਰੋ, BURDOCK, ਬਰਡਕ ਟੀ। ਉਹਦੀ ਜਿਹੜੀ ਹੈ ਚਾਹ ਮਿਲ ਜਾਂਦੀ ਹੈ ਬੜੀ ਮੜਾਈ, ਤੇ ਉਹ ਪੀਣੀ ਸ਼ੁਰੂ ਕਰੋ। ਉਹ ਜਿਹੜਾ ਹੈ ਨਾ ਲਿਵਰ ਨੂੰ ਸਾਫ਼ ਕਰਦੀ ਹੈ, ਉਹਦੇ ਨਾਲ ਜਿਹੜਾ ਐਕਸਟਰਾ ਐਸਟ੍ਰੋਜਨ ਹੈਗਾ ਨਾ ਉਹ ਪ੍ਰੋਸੈਸ ਹੋ ਜਾਂਦਾ, ਤੇ ਜਿਹੜੀਆਂ ਗਿਲਟੀਆਂ ਹੈਗੇ ਨੇ ਉਹ ਡਿਜ਼ੋਲਵ ਹੋਣੇ ਸ਼ੁਰੂ ਹੋ ਜਾਂਦੇ ਨੇ। ਮੈਂ ਜਿਹੜੀ ਗੱਲ ਵਾਸਤੇ ਖਾਸ ਕਰਕੇ ਕਾਲ ਕੀਤਾ ਸੀਗਾ, ਉਹ ਸੀਗਾ ਜਿਹੜਾ 7 ਸਾਲ ਦਾ ਬੱਚਾ ਹੈ ਨਾ ਜਿਹਨੂੰ ਟੌਂਸਲਾਈਟਿਸ ਹੈਗਾ। ਭੈਣ ਜੀ, ਇਹ ਹਾਈਲੀ ਰਿਵਰਸੀਬਲ ਪ੍ਰੋਬਲਮ ਹੈਗੀ ਹੈ। ਇਹ ਅਸਲ ਦੇ ਵਿੱਚ ਨਾ ਇਮਿਊਨ ਸਿਸਟਮ ਦੀ ਪ੍ਰੋਬਲਮ ਹੈਗੀ ਹੈ ਕਿ ਉਹਦੇ ਵਿੱਚ ਨਾ ਓਵਰਲੋਡ ਹੈਗਾ, ਟੌਕਸੀਮੀਆ ਸਮਝੋ, ਇੱਕ ਕਿਸਮ ਦੀ ਨਾ ਵੈਬਾਦੀ ਜ਼ਿਆਦਾ ਇਕੱਠੀ ਹੋ ਗਈ ਹੈ। ਉਹ ਬੱਚੇ ਦਾ ਜਿਹੜਾ ਲਿਵਰ ਕਿਸੇ ਕਰਕੇ ਉਹ ਹੈਗਾ ਥੋੜਾ ਜਿਹਾ ਨਰਮ ਹੈਗਾ, ਤੇ ਇਸ ਕਰਕੇ ਨਾ ਇਹਨਾਂ ਨੂੰ ਆਹ ਚੀਜ਼ਾਂ ਕਰਨੀਆਂ ਜ਼ਰੂਰੀ ਨੇ। ਔਰ ਖਾਸ ਕਰਕੇ ਸਾਰੇ ਇਹ ਪੱਤੇ ਹੀ ਹੈਗੇ ਨੇ ਇੱਕ ਕਿਸਮ ਦੇ। ਇੱਕ ਤਾਂ ਜਿਹੜੀ ਹੈ ਨਾ ਲਾਲ ਬੈਰੀ ਜਿਹੜੀ ਹੁੰਦੀ ਹੈਗੀ, ਜਿਸ ਤਰ੍ਹਾਂ ਆਪਣੀ ਨਾ ਬਲੂ ਬੈਰੀਜ਼ ਹੁੰਦੀਆਂ ਨੇਗੀਆਂ, ਬਲੈਕ ਬੈਰੀਜ਼ ਹੁੰਦੇ, ਇੱਕ ਰਸਪਬੈਰੀ ਕਹਿੰਦੇ ਨੇ, RASPBERRY, ਰਸਪਬੈਰੀ। ਉਹਦੇ ਪੱਤੇ ਲੈਣੇ ਪੈਣਗੇ, ਹੋ ਸਕਦਾ ਉਹਨੂੰ ਸੁੱਕੇ ਪੱਤੇ ਮਿਲਣ, ਤੇ ਉਹਨੂੰ ਜਿਹੜਾ ਹੈ ਨਾ ਉਹਦੀ ਚਟਨੀ, ਸੇਜ ਦੇ ਪੱਤੇ ਹੈ ਨੇ SAGE, ਉਹਦੀ ਜੇ ਉਹਨੂੰ ਚਟਨੀ 'ਚ ਪਾਉਣਾ ਹੈਗਾ। ਥਾਈਮ ਹੈਗਾ THYME, ਥਾਈਮ, ਹਾਂਜੀ। ਤੇ ਇਹਨਾਂ ਦੇ ਨਾਲ ਇਹ ਜਿਹੜੀ ਚਟਨੀ ਹੈਗੀ ਨਾ 3 ਵਾਰ ਜਿਹੜਾ ਹੈ, ਸਵੇਰੇ ਵੀ, ਦੁਪਹਿਰ ਵੀ, ਸ਼ਾਮ ਨੂੰ ਵੱਧ ਤੋਂ ਵੱਧ ਇਹਨੂੰ ਪਾਉਣ। ਤੇ ਬਾਕੀ ਜਿਹੜਾ ਇਹਨਾਂ ਸਾਰੇ ਪੱਤਿਆਂ ਨੂੰ ਪਾਣੀ 'ਚ ਪਾ ਕੇ ਵੀ ਪਿਲਾਉਣ, ਤੇ ਜੇ ਸਬਜ਼ੀ ਵਿੱਚ ਵੀ ਸਬਜ਼ੀ 'ਚ ਪਾ ਕੇ ਪਿਲਾਉਣ, ਹਾਂਜੀ। ਤੇ ਬਾਕੀ ਇੱਕ ਨਾ ਡੈਂਡਲੀਓਨ ਨਾਂ ਦਾ ਇੱਕ ਹੋਰ ਪੱਤੇ ਮਿਲ ਜਾਂਦੇ ਹੈ ਨੇ, ਇਹ ਲੱਖੀ ਸੇਬੇ, ਇਹਨੇ ਮੈਕਸੀਕਨ ਸਟੋਰਾਂ ਤੋਂ ਮਿਲ ਜਾਂਦੇ ਨੇ। ਉਹਦਾ ਸਾਗ ਹੈਗਾ, ਉਹਨੂੰ ਸੈਂਡਵਿਚ ਬਣਾ ਕੇ ਜਾਂ ਕੱਚੇ ਪੱਤੇ ਵੀ ਉਹਨੂੰ ਖਾਣ ਵਾਸਤੇ ਦੇਣ, ਹਾਂਜੀ, ਜਾਂ ਉਸੇ ਤਰ੍ਹਾਂ ਪਾਣੀ 'ਚ ਪਾ ਕੇ ਵੀ ਪੀਣ ਵਾਸਤੇ ਦੇਣ। ਤੇ ਇੱਕ ਜਿਹੜੀ ਹੈਗੀ ਹੈ ਨਾ ਸਭ ਤੋਂ ਜਿਹੜੀ ਜ਼ਰੂਰੀ ਹੈਗੀ ਜੀ, ਹੈ ਤਾਂ ਅੰਗਰੇਜ਼ੀ, ਉਹਨੂੰ ਕੋਟਸ ਫੁੱਟ ਕਹਿੰਦੇ, COLTS, ਕੋਟਸ ਫੁੱਟ। ਤੇ ਉਹਦੇ ਲੀਵਸ ਜਿਹੜੇ ਹੈਗੇ ਨੇ ਉਹ ਆਮ ਕਰਕੇ ਜਦੋਂ ਗਲਾ ਬੈਠ ਜਾਂਦਾ ਹੈ, ਜਾਂ ਖੰਘ ਹੁੰਦੀ ਹੈ, ਜਾਂ ਗਲੇ ਦੀ ਸੋਜਿਸ਼ ਹੁੰਦੀ ਹੈਗੀ ਹੈ, ਜਾਂ ਲੰਗ ਦੀ ਇਨਫੈਕਸ਼ਨ ਹੁੰਦੀ ਹੈਗੀ ਹੈ, ਜਾਂ ਅਸਥਮਾ ਹੁੰਦਾ ਹੈ, ਇਹਨਾਂ ਸਾਰੇ ਕੰਮਾਂ ਵਾਸਤੇ ਹੁੰਦੀ ਹੈ। ਉਹ ਜ਼ਰੂਰ ਜਿਹੜੀ ਹੈ ਨਾ ਇਸ ਬੱਚੇ ਵਾਸਤੇ ਲਾਹੇਵੰਦ ਹੋਏਗੀ। ਤੇ ਉਹਦੇ ਪੱਤੇ ਲੈ ਕੇ ਨਾ ਕਿਸ ਤਰ੍ਹਾਂ ਇੰਟਰਨੈਟ ਤੋਂ ਉਸ ਬੱਚੇ ਨੂੰ ਖਾਣ ਵਾਸਤੇ ਦੇਣ। ਲਾਸਟ ਜਿਹੜਾ ਹੈਗਾ ਐਕਨੇਸ਼ੀਆ ਨਾਂ ਦੀ ਜਿਹੜੀ ਹੈ ਨਾ ਬੂਟੀ, ਇਹ ਬਹੁਤ ਜ਼ਿਆਦਾ ਐਂਟੀਬਾਇਓਟਿਕ ਦੀ ਤਰ੍ਹਾਂ ਕੰਮ ਕਰਦੀ ਹੈਗੀ ਹੈ, ECHINCEA। ਇਹਦਾ ਤੇਲ ਤੁਹਾਨੂੰ ਮਿਲ ਜੂਗਾ ਇੰਟਰਨੈਟ ਦੇ ਤੋਂ, ਉਹਦੀ ਮਾਲਿਸ਼ ਕਰਨੀ ਹੈ ਗਲੇ ਦੇ ਉੱਤੇ, ਹੈ। ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਅਗਲੇ ਕਾਲਰ ਨੇ ਸਾਡੇ ਸੁਰਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸੌਰੀ ਮੈਂ ਅੱਜ ਲੇਟ ਹੋ ਗਈ। ਮੈਂ ਪੁੱਛਣਾ ਸੀਗਾ ਕਿ ਮੈਨੂੰ ਪਤਾ ਨਹੀਂ ਹੈਗਾ, ਇੱਕ ਤਾਂ ਬੈਲੀ ਬਟਨ ਕਿਉਂ ਖੁੱਲਦਾ ਆ, ਤੇ ਇੱਕ ਹਰਨੀਆਂ ਦਾ ਕੀ ਹੁੰਦਾ, ਮਤਲਬ ਉਹਦਾ ਨਹੀਂ ਮੈਨੂੰ ਕੁਛ ਬਾਰੇ ਪਤਾ। ਉਹੀ ਹੋਣਾ ਮੇਰਾ ਖਿਆਲ ਆ, ਲਾਗੇ ਛੱਗੇ ਹੁੰਦਾ। ਤੇ ਉਹ ਭੈਣ ਜੀ ਇਹਦਾ ਕੋਈ ਹੈਗਾ ਦੇਸੀ ਇਲਾਜ? ਚਲੋ ਪੁੱਛਦੇ ਹਾਂ, ਤੁਸੀਂ ਲੇਟ ਕੀਤਾ, ਨੈਕਸਟ ਵੀਕ ਤੁਸੀਂ 4 ਵਜੇ ਆ ਜਾਓ। ਸੌਰੀ ਹਾਂ, ਹਾਂਜੀ ਠੀਕ ਹੈ ਭੈਣ ਜੀ। ਅੱਛਾ, ਇਹਦਾ ਉਹੀ ਹੁੰਦਾ ਹੈ ਨਾ ਥੋੜਾ ਜਿਹਾ ਹਿੰਟ, ਮਤਲਬ। ਹਾਂਜੀ ਹਾਂਜੀ, ਥੈਂਕ ਯੂ ਭੈਣ ਜੀ। ਨਾਲ ਪੇਟ ਵੀ ਕੱਸਿਆ ਰਹਿੰਦਾ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਰਾਮ ਪ੍ਰਕਾਸ਼ ਜੀ। ਹੈਲੋ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਤਾਂ ਤੁਹਾਡੇ ਬਹੁਤ ਸ਼ਾਬਾਸ਼ ਜਿਹੜੀ ਕਿ ਤੁਸੀਂ ਨੈਗੇਟਿਵ ਗੱਲ ਨਹੀਂ ਕਰਨ ਦਿੱਤੀ ਬੰਦੇ ਨੂੰ ਜੀ। ਜੀ ਹਾਂ, ਨਹੀਂ ਚਾਹੀਦਾ, ਇਹੋ ਬੰਦੇ ਨੂੰ ਸੋਚਣਾ ਚਾਹੀਦਾ ਜਿਸ ਵੇਲੇ ਗੱਲ ਕਰਦੇ ਆ, ਕੋਈ ਏਦਾਂ ਦੀ ਗੱਲ ਨਾ ਕਰੋ ਜਿਹਦੇ ਨਾਲ ਕਿਸੇ ਦਾ ਮਨ ਦੁਖੀ ਹੋਵੇ, ਅਗਲਾ ਘਬਰਾ ਜਾਵੇ। ਏਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ, ਠੀਕ ਹੈ ਨਹੀਂ ਜੀ? ਤੁਸੀਂ ਬਹੁਤ ਸੋਹਣਾ ਕੀਤਾ ਜੀ। ਇੱਕ ਤਾਂ ਇਹ ਤੁਹਾਡੇ ਸ਼ਾਬਾਸ਼। ਦੂਜੇ ਨੰਬਰ ਤੇ ਆ ਜਿਹੜਾ ਬੱਚੇ ਨੂੰ ਕਹਿੰਦੇ ਸੀਗੇ ਨਾ ਕਿ ਕੌਂਸਟੀਪੇਸ਼ਨ ਆ ਜ਼ਿਆਦੇ, ਹਾਂਜੀ, ਉਹਨੂੰ ਜਾਂ ਤਾਂ ਦੁੱਧ ਦੇ ਵਿੱਚ ਪਾ ਕੇ ਨਾ ਕਸਟਰੈਲ ਪਿਲਾਉਣ ਥੋੜੀ ਥੋੜੀ। ਇਹ ਵੀ
1 ਚਮਚਾ ਕਸਟਰੈਲ ਪਿਲਾਉਣ ਤੇ ਉਹਦੇ ਨਾਲ ਹੋ ਜਾਣਾ ਠੀਕ ਜੀ, ਬਹੁਤ ਸੋਹਣਾ। ਤੇ ਜਾਂ ਫਿਰ ਪੂਦਨੇ ਦਾ ਪਾਣੀ, ਠੀਕ ਹੈ, ਪੂਦਨੇ ਦਾ ਆਪ ਪੱਤਿਆਂ ਨੂੰ ਕੁੱਟ ਕੇ ਉਹਦੇ ਵਿੱਚ ਪਾਣੀ ਪਾ ਕੇ ਉਹਦਾ ਪਾਣੀ ਕੱਢ ਕੇ ਉਹ ਦੇਣ ਜੀ ਪਿਲਾਉਣ। ਠੀਕ ਹੈ ਹਾਂਜੀ, ਇਹ ਦੋ ਬਹੁਤ ਸੋਹਣਾ ਠੀਕ ਹੋਊ ਜੀ। ਠੀਕ ਹੈ, ਪੇਟ ਵੀ ਦਰਦ ਹਟ ਜਾਊਗਾ ਤੇ ਕਬਜ਼ ਵੀ ਠੀਕ ਹੋ ਜਾਊ ਉਹਦੀ ਜੀ। ਓਕੇ, ਬਹੁਤ ਥੈਂਕ ਯੂ ਭੈਣ ਜੀ, ਤੁਹਾਡਾ ਬਹੁਤ ਸ਼ੁਕਰੀਆ ਜੀ। ਥੈਂਕ ਯੂ। ਅਰੇ ਕਾਲਰ ਨੇ ਬਲਵਿੰਦਰ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਮੇਰੇ ਨਾਲ ਜਿਹੜੇ ਉਹ ਨਿਕਲਿਆ ਸੀਗਾ 2 ਮਹੀਨੇ ਹੋ ਗਏ। ਹਾਂਜੀ। ਉਹਦੇ ਉੱਤੇ ਖਾਜ ਬੜੀ ਹੁੰਦੀ ਆ, ਖੁਰਕ ਇੰਨੀ ਹੁੰਦੀ ਆ, ਮੈਂ ਬੇਦਿਲ ਹੋ ਜਾਂਦੀ ਆ। ਹਾਂਜੀ ਹਾਂਜੀ, ਉਹ ਤੇ ਜਲਣ ਹੁੰਦੀ, ਆਰਾਮ ਨਹੀਂ ਆਉਂਦਾ, ਉਹਨੂੰ ਪਤਾ ਨਹੀਂ ਕੀ ਗੱਲ ਹੈ। ਠੀਕ ਹੈ, ਆਪਾਂ ਪੁੱਛਦੇ ਹਾਂ। ਇਹ ਪੁੱਛ ਕੇ ਦੱਸਿਓ ਭੈਣ ਜੀ, ਤੁਹਾਡਾ ਬਹੁਤ ਸ਼ੁਕਰੀਆ ਹੋਵੇ। ਥੈਂਕ ਯੂ। ਮੈਨੂੰ ਤਾਂ ਬਹੁਤ ਤੜਫਣਾ, ਮੈਂ ਦਿਨ ਵੀ ਖੁਰਚਦੀ ਹਾਂ, ਰਾਤ ਨੂੰ ਵੀ ਖੁਰਚਦੀ ਹਾਂ, ਮੇਰਾ ਬੇਦਿਲ ਹੋ ਜਾਂਦੀ ਹਾਂ ਮੈਂ। ਥੈਂਕ ਯੂ ਜੀ, ਥੈਂਕ ਯੂ। ਜਿੱਥੇ ਜਿੱਥੇ ਤੁਹਾਡੀ ਬੋਡੀ ਤੇ ਖੁਰਚਣਾ ਹੁੰਦੀ ਆ ਜਾਂ ਜਨੇਊ ਕਰਕੇ ਹੁੰਦੀ, ਕਿਸੇ ਕਰਕੇ ਵੀ ਆ, ਪਹਿਲੀ ਤਾਂ ਗੱਲ ਆ ਜੀ ਕੋਕੋਨਟ ਆਇਲ ਦੇ ਵਿੱਚ ਜਿਹੜੇ ਤੁਸੀਂ ਮੁਸ਼ਕਪੂਰ ਪਾਓਗੇ ਉਹਦੇ ਨਾਲ ਠੰਡ ਵੀ ਪੈਂਦੀ ਆ। ਕਈ ਲੋਕ ਕਹਿੰਦੇ ਸੰਧੂਰ ਵੀ ਲਾ ਲਓ, ਪਰ ਬਹੁਤੀਆਂ ਚੀਜ਼ਾਂ ਹੁਣ ਮੈਨੂੰ ਯਾਦ ਤੇ ਨਹੀਂ ਹੈਗੀਆਂ। ਅਗਲੇ ਵੀਕ ਤੇ ਜ਼ਰੂਰ ਕੋਈ ਨਾ ਕੋਈ ਦੱਸ ਦਊਗਾ ਜੀ। ਪਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਭੈਣ ਜੀ ਮੈਂ ਪੁੱਛਣਾ ਹੈ, ਸਾਈਨਸ ਤੋਂ ਸਰਜਰੀ ਹੋਈ ਆ, ਸਟਿਲ ਮੇਰੇ ਪ੍ਰੋਬਲਮ ਹੈ, ਤੇ ਦੂਸਰਾ ਮੈਨੂੰ ਖਾਂਸੀ ਬਹੁਤ ਆਉਂਦੀ ਰਹਿੰਦੀ ਹੈ। ਪ੍ਰੋਬਲਮ ਕਾਹਦੀ ਹੈ ਤੁਹਾਨੂੰ? ਸਾਈਨਸ ਦੀ, ਡਾਕਟਰ ਕਹਿੰਦੇ। ਅੱਛਾ ਅੱਛਾ, ਘਿਓ ਪਾਇਆ ਕਰੋ ਦੇਸੀ ਨੱਕ 'ਚ। ਹਾਂਜੀ, ਦੇਸੀ ਘਿਓ ਪਾਇਆ ਕਰੋ ਨੱਕ 'ਚ। ਉਹ ਅੱਛਾ। ਦੂਸਰਾ ਇਹ ਹੈ, ਮੇਰੇ ਦੋਨੋਂ ਸ਼ੋਲਡਰ ਬਹੁਤ ਦੁਖਦੇ ਆ, ਮੈਂ ਸੌ ਨਹੀਂ ਸਕਦੀ, ਬਾਹਾਂ ਉੱਪਰ ਥੱਲੇ ਨਹੀਂ ਹੁੰਦੀਆਂ, ਤੇ ਪੈਰ ਮੇਰਾ ਸੱਜਾ ਗਿੱਟਾ ਬਹੁਤ ਦਰਦ, ਮੈਂ ਤਾਂ ਬਹੁਤਾ ਤੁਰਿਆ ਨਹੀਂ ਜਾਂਦਾ। ਬੋਡੀ ਜਕੜੀ ਗਈ ਤੁਹਾਡੀ। ਡਾਕਟਰ ਕਹਿੰਦੇ ਸਰਜਰੀ ਹੋਊਗੀ। ਅੱਛਾ, ਕੋਈ ਨਹੀਂ, ਤੁਸੀਂ ਨੈਕਸਟ ਵੀਕ ਨਾ ਅਰਲੀ ਪੁੱਛ ਲਿਓ 4 ਵਜੇ। ਚਲੋ ਠੀਕ ਹੈ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਤੁਹਾਡੀ ਬੋਡੀ ਫਰੀਜ਼ ਹੋ ਰਹੀ ਜੀ। ਲਾਸਟ ਕਾਲਰ ਨੇ ਬਲਜਿੰਦਰ ਬੈਂਸ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ, ਜਿੱਦਾਂ ਮੈਂ ਨਾ 3 ਸਾਲ ਹੋਏ ਆ ਪਿੱਤਾ ਕਢਾਏ ਨੂੰ, ਅੱਗੋਂ ਚੀਜ਼ ਨਹੀਂ ਪਚਦੀ ਹੈਗੀ। ਡਾਕਟਰ ਚੈੱਕ ਵੀ ਕੀਤਾ ਸੀਗਾ, ਕਹਿੰਦੇ ਢਿੱਡ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਵੀ ਪਿੱਤਾ ਕੱਢਿਆ ਕਰਕੇ ਤਾਂ ਏਦਾਂ ਹੁੰਦੀ ਆ, ਭਾਰਾ ਭਾਰਾ ਜਿਹਾ ਦਿਲ ਹੋ ਜਾਂਦਾ ਆ। ਠੀਕ ਹੈ ਜੀ। ਹਾਂਜੀ, ਤਾਂ ਇੱਕ ਦੰਦਾਂ ਦਾੜਾਂ ਦਾ ਪੁੱਛਣਾ ਸੀ, ਉਹ ਦਰਦ ਹੁੰਦੀ, ਉਹ ਤੋਂ ਕੀ ਕਰਨਾ ਚਾਹੀਦਾ ਆ? ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਦੇਖੋ, ਜਿਨ੍ਹਾਂ ਨੇ ਪਿੱਤਾ ਕਢਾਇਆ, ਤੁਹਾਨੂੰ ਸਾਰੀ ਉਮਰ ਕੰਟਰੋਲ ਕਰਨਾ ਪਊਗਾ ਕਿਹੜੀ ਚੀਜ਼ ਖਾਣੀ ਆ, ਕਿਹੜੀ ਚੀਜ਼ ਨਹੀਂ ਖਾਣੀ। ਸੋ ਜਦੋਂ ਕੋਈ ਵੀ ਸਰਜਰੀ ਕਰਾਉਂਦੇ ਆ ਤੇ ਸਾਈਡ ਇਫੈਕਟ ਦੇਖ ਲਿਆ ਕਰੋ, ਸੁਣ ਲਿਆ ਕਰੋ। ਕਈ ਵਾਰੀ ਜੇ ਤੁਹਾਡਾ ਗੁਜ਼ਾਰਾ ਹੁੰਦਾ ਆ, ਤੁਸੀਂ ਓੜ-ਪੋੜ ਕਰਕੇ ਦੇਖਣੇ ਆ ਪਿੱਤਾ ਕਢਾਉਣ ਤੋਂ ਪਹਿਲਾਂ, ਤੇ ਉਹ ਵੀ ਤੁਸੀਂ ਕਢਾ ਕਰਕੇ ਦੇਖ ਸਕਦੇ ਆ। ਜਿਹਨੇ ਤਾਂ ਐਂਡ ਤੇ ਹੈਗਾ ਹੀ ਆ ਸਰਜਰੀ ਆ, ਉਹਨਾਂ ਨੇ ਕੱਟਿਆ ਵੱਡਿਆ ਸਾਰਾ ਕੁਛ ਦਿੱਤਾ ਤੁਹਾਡਾ ਬਾਹਰ, ਤੇ ਚਲੋ ਕਈ ਵਾਰ ਤੁਹਾਨੂੰ ਕਰਵਾਉਣਾ ਵੀ ਪੈਂਦਾ, ਪਰ ਉਸ ਤੋਂ ਬਾਅਦ ਤੁਹਾਡੇ ਪ੍ਰੀਕਾਸ਼ਨ ਜਿਹੜੇ ਆ, ਕਿਹੜੇ ਹਿਸਾਬ ਨਾਲ ਤੁਸੀਂ ਖਾਣਾ ਪੀਣਾ, ਉਹਦਾ ਬਹੁਤ ਖਿਆਲ ਰੱਖਣਾ ਪੈਂਦਾ। ਤੇ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਅਗਲੇ ਹਫਤੇ ਆਪਾਂ ਜ਼ਰੂਰ ਮਿਲਾਂਗੇ ਜੀ। ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ, ਜਿਨ੍ਹਾਂ ਨੇ ਪੁੱਛਣੇ ਆ, 4 ਵਜੇ ਪ੍ਰੋਗਰਾਮ ਸ਼ੁਰੂ ਹੁੰਦਾ, ਤੇ ਪਹਿਲਾਂ ਪੁੱਛ ਲਿਆ ਕਰੋ ਤਾਂ ਕਿ ਹੋਰ ਕੋਈ ਨਾ ਕੋਈ ਦੱਸਦਾ। ਹੁਣ ਇਹੀ ਪ੍ਰੋਗਰਾਮ ਹੈ ਐਤਵਾਰ ਨੂੰ ਵੀ ਰਿਪੀਟ ਸੁਣੋਗੇ, ਤੇ YouTube ਇਹਦੀ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਹੁਣ ਬਲਵਿੰਦਰ ਕੌਰ।